ਸੋ ਅੱਜ ਤੋਂ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਸੋ ਸਵਾਗਤ ਕਰਦਾ ਜੀ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀ ਲੇਟੈਸਟ ਵੀਡੀਓ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਉੱਤੇ ਪੀਐਸ ਟੈਟ, ਸੀ ਟੈਟ ਤੇ ਮਾਸਟਰ ਗ੍ਰੇਡ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਨੇਚਰ ਆਫ ਇੰਡੀਅਨ ਫੈਡਰਲਿਜ਼ਮ ਦੇ ਬਾਰੇ ਆਪਾਂ ਡਿਸਕਸ ਕਰਾਂਗੇ। ਸੋ ਮੇਨ ਟੌਪਿਕ ਫੈਡਰਲਿਜ਼ਮ ਵਾਲਾ ਹੈ। ਸੋ ਦੋ ਪਾਰਟ ਦੇ ਵਿੱਚ ਆਪਾਂ ਇਸ ਨੂੰ ਡਿਵਾਈਡ ਕਰਾਂਗੇ ਕਿਉਂਕਿ ਕਾਫੀ ਵੱਡਾ ਪਾਰਟ ਹੈ, ਠੀਕ ਹੈ। ਸੋ ਇੱਕ ਦੇ ਵਿੱਚ ਫੈਡਰਲਿਜ਼ਮ ਹੋ ਜਾਵੇਗਾ, ਦੂਸਰੇ ਦੇ ਵਿੱਚ ਸੈਂਟਰ ਐਂਡ ਸਟੇਟ ਗਵਰਨਮੈਂਟ ਹੋ ਜਾਵੇਗੀ। ਤਾਂ ਦੋਨਾਂ ਚੀਜ਼ਾਂ ਨੂੰ ਅਸੀਂ ਦੋ ਪਾਰਟ ਦੇ ਵਿੱਚ ਡਿਸਕਸ ਕਰਾਂਗੇ। ਸੋ ਅੱਜ ਵਾਲਾ ਪਾਰਟ ਜਿਹੜਾ ਹੈ 3 ਵਾਲਾ ਰਹੇਗਾ ਜੋ ਕਿ ਤੁਹਾਨੂੰ ਮਾਸਟਰ ਕੇਡਰ, ਐਨਟੀਟੀ, ਪਟਵਾਰੀ, ਪੀਐਸਪੀਸੀਐਲ, ਪੰਜਾਬ ਪੁਲਿਸ ਅਤੇ ਪੀਐਸ ਟੈਟ ਐਗਜ਼ਾਮ ਦੇ ਲਈ ਹੈਲਪਫੁਲ ਰਹੂਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ 1500 ਰੁਪਏ ਦੇ ਵਿੱਚ ਇਸ ਗਰੁੱਪ ਨੂੰ ਜੁਆਇਨ ਕਰ ਸਕਦੇ ਹੈਗੇ ਹੋਗੇ ਜਿੱਥੇ ਤੁਹਾਨੂੰ ਸਾਰੀਆਂ PDF ਮਿਲਣਗੀਆਂ। ਇਸ ਤੋਂ ਇਲਾਵਾ ਜਿੰਨੀਆਂ ਕਲਾਸਿਸ ਲੱਗੀਆਂ ਨੇ ਉਹਨਾਂ ਦੀਆਂ ਸਾਰੀਆਂ PDF ਆ ਜਾਣਗੀਆਂ, ਨਾਲ ਹੀ ਥਿਊਰੀ ਵਾਲੀਆਂ ਕਲਾਸਿਸ ਹੋ ਜਾਣਗੀਆਂ, ਠੀਕ ਹੈ ਜੀ, ਜੋ ਕਿ ਇਹ ਕਲਾਸ ਹੀ ਤੁਹਾਨੂੰ ਓਪਨ ਰਹੇਗੀ, ਬਾਕੀ ਸਾਰੀਆਂ ਕਲਾਸਿਸ ਜਿਹੜੀਆਂ ਪੇਡ ਹੋ ਜਾਣਗੀਆਂ, ਠੀਕ ਹੈ ਜੀ, ਯਾਨੀ ਕਿ ਤੁਸੀਂ ਸਿਰਫ ਗਰੁੱਪ ਦੇ ਵਿੱਚ ਹੀ ਦੇਖ ਸਕਦੇ ਹੈਗੇ ਹੋ। ਔਰ ਇਸ ਤੋਂ ਇਲਾਵਾ ਜਿੰਨੇ MCQ ਨੇ ਉਹਨਾਂ ਦੀ PDF ਮਿਲੂਗੀ ਅਤੇ ਆਨਲਾਈਨ ਜਿਹੜੇ ਮੌਕ ਟੈਸਟ ਹੈਗੇ ਨੇਗੇ ਉਹ ਵੀ ਤੁਹਾਨੂੰ ਇਸ ਗਰੁੱਪ ਦੇ ਵਿੱਚ ਮਿਲ ਜਾਣਗੇ, ਠੀਕ ਹੈ ਜੀ। ਤਾਂ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਇਹਦਾ। ਸੋ ਭਾਰਤੀ ਸੰਘਵਾਦ ਦਾ ਸਰੂਪ। ਸੋ ਫੈਡਰਲਿਜ਼ਮ ਹੁੰਦਾ ਕੀ ਹੈ, ਇਹਦਾ ਨੇਚਰ ਕਿਹੋ ਜਿਹਾ ਹੈਗਾ, ਠੀਕ ਹੈ। ਔਰ ਸਾਡੇ ਇੰਡੀਆ ਦੇ ਵਿੱਚ ਕਿਸ ਟਾਈਪ ਦਾ ਜਿਹੜਾ ਫੈਡਰਲਿਜ਼ਮ ਜਿਹੜਾ ਹੈ ਸੰਘਵਾਦ ਦੇਖਣ ਨੂੰ ਮਿਲਦਾ ਹੈ, ਉਹ ਸਾਰੇ ਪੁਆਇੰਟ ਇਸ ਦੇ ਵਿੱਚ ਆਪਾਂ ਕਵਰ ਕੀਤੇ ਨੇ। ਔਰ ਇਹਨਾਂ ਦੇ ਵਿੱਚੋਂ ਇੱਕ ਕੁਐਸਚਨ ਹੀ ਮੋਸਟਲੀ ਬਣਦਾ ਹੁੰਦਾ ਹੈ ਕਿ ਕਿਹੜੀ ਵਿਸ਼ੇਸ਼ਤਾ ਹੈ, ਓਕੇ। ਤਾਂ ਉਹ ਸਾਰੇ ਦੇ ਵਿੱਚ ਕਵਰ ਕੀਤੇ ਹੋਏ ਨੇ, ਓਕੇ ਜੀ। ਤਾਂ ਨੇਚਰ ਆਫ ਇੰਡੀਅਨ ਫੈਡਰਲਿਜ਼ਮ ਕੀ ਹੈ ਜੀ। ਸੋ ਪਹਿਲਾਂ ਇਸੇ ਦੀ ਹੀ ਗੱਲ ਕਰਦੇ ਹੈਗੇ ਹਾਂ ਜੀ। ਤਾਂ 4 ਨਵੰਬਰ 1948 ਨੂੰ ਡਾਕਟਰ BR ਅੰਬੇਦਕਰ ਦੇ ਦੁਆਰਾ, ਜੋ ਕਿ ਮਸੌਦਾ ਸਮਿਤੀ ਦੇ ਜਿਹੜੇ ਪ੍ਰਧਾਨ ਸੀਗੇ, ਚੇਅਰਮੈਨ ਸੀਗੇ, ਸੋ ਉਹਨਾਂ ਦੇ ਦੁਆਰਾ ਇਹ ਸ਼ਬਦ ਕਹੇ ਗਏ ਸੀ ਕਿ ਮਸੌਦਾ ਸੰਵਿਧਾਨ ਸੰਘਾਤਮਕ ਸੰਵਿਧਾਨ ਹੈ ਕਿਉਂਕਿ ਇਹ ਦੋਹਰੀ ਸ਼ਾਸਨ ਪ੍ਰਣਾਲੀ ਦੀ ਵਿਵਸਥਾ ਕਰਦਾ ਹੈ। ਇਸ ਪ੍ਰਸਤਾਵਿਤ ਸੰਵਿਧਾਨ ਅਧੀਨ ਦੋਹਰੀ ਸ਼ਾਸਨ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ ਜਿਹਦੇ ਵਿੱਚ ਕੇਂਦਰ ਦੇ ਵਿੱਚ ਸੰਘ ਸਰਕਾਰ ਹੋਵੇਗੀ ਅਤੇ ਇਸ ਦੇ ਘੇਰੇ ਦੇ ਵਿੱਚ ਜਿਹੜਾ ਹੈ ਰਾਜ ਸਰਕਾਰਾਂ ਹੋਣਗੀਆਂ ਜੋ ਆਪਣੇ ਆਪਣੇ ਨਿਸ਼ਚਿਤ ਖੇਤਰਾਂ ਦੇ ਵਿੱਚ ਸੰਵਿਧਾਨ ਦੇ ਦੁਆਰਾ ਦਿੱਤੀਆਂ ਸੁਤੰਤਰ ਸ਼ਕਤੀਆਂ ਦੀ ਵਰਤੋਂ ਕਰ ਸਕਣਗੇ। ਇਹ ਸ਼ਬਦ ਹੈਗੇ ਡਾਕਟਰ BR ਅੰਬੇਦਕਰ ਦੇ। ਸੋ ਉਹਨਾਂ ਦੇ ਅਧੀਨ ਜਿਹੜਾ ਫੈਡਰਲਿਜ਼ਮ ਕਹਿੰਦੇ ਹੈਗੇ ਆ ਕਿ ਇਹ ਦੋ ਚੀਜ਼ਾਂ ਤੋਂ ਮਿਲ ਕੇ ਬਣੂਗਾ, ਠੀਕ ਹੈ ਜੀ, ਧਿਆਨ ਰੱਖਣਾ। ਸੋ ਇੱਕ ਤਾਂ ਹੈ ਜੀ ਸੈਂਟਰ ਗਵਰਨਮੈਂਟ ਜੋ ਕਿ ਮੇਨ ਹੋਵੇਗੀ ਅਤੇ ਉਸ ਤੋਂ ਅੱਗੇ ਦੂਸਰਾ ਪਾਰਟ ਜਿਹੜਾ ਹੈ ਉਹ ਸਟੇਟ ਕੋਲੇ ਹੋਵੇਗਾ, ਯਾਨੀ ਕਿ ਦੋ ਤਰ੍ਹਾਂ ਦੀ ਜਿਹੜੀ ਗਵਰਨਮੈਂਟ ਹੋਵੇਗੀ। ਬਟ ਫੈਡਰਲਿਜ਼ਮ ਹੋਵੇਗਾ ਯਾਨੀ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਮੋਰ ਪਾਵਰਫੁਲ ਹੋਵੇਗੀ ਜੀ ਸਟੇਟ ਦੇ ਨਾਲੋਂ। ਇਹ ਚੀਜ਼ ਮੋਸਟ ਇੰਪੋਰਟੈਂਟ ਹੈ। ਮੀਨਸ ਫੈਡਰਲਿਜ਼ਮ ਨੂੰ ਅਸੀਂ ਸਧਾਰਨ ਸ਼ਬਦਾਂ ਦੇ ਵਿੱਚ ਕਹਿ ਸਕਦੇ ਹੈਗੇ ਹਾਂ ਕਿ ਸ਼ਕਤੀਆਂ ਦੀ ਵੰਡ ਕਰਨ ਨੂੰ ਹੀ ਫੈਡਰਲਿਜ਼ਮ ਜਿਹੜਾ ਹੈ ਕਿਹਾ ਜਾਂਦਾ ਹੈ, ਓਕੇ ਜੀ। ਸ਼ਕਤੀਆਂ ਦੀ ਵੰਡ ਨੂੰ ਹੀ ਜਿਹੜਾ ਕਹਿ ਸਕਦੇ ਆਪਾਂ ਕਿ ਫੈਡਰਲਿਜ਼ਮ ਕਿਹਾ ਜਾ ਸਕਦਾ ਹੈ। ਸੋ ਇਹ ਵੈਰੀ ਸਿੰਪਲ ਹੈ ਔਰ ਅਕਸਰ ਇਹਦੇ ਵਿੱਚੋਂ ਜਿਹੜਾ ਕੁਐਸਚਨ ਆਉਂਦਾ ਹੀ ਹੁੰਦਾ ਹੈ, ਧਿਆਨ ਰੱਖਣਾ ਇਸ ਦਾ, ਓਕੇ ਜੀ। ਨੈਕਸਟ 2 ਮਿੰਟ ਹੋਲਡ ਜੀ। ਜੀ ਨੈਕਸਟ ਹੈ ਜੀ ਫੈਡਰਲਿਜ਼ਮ। ਸੋ ਵੈਰੀ ਸਿੰਪਲ ਹੈ। ਸੋ ਇਹਦੇ ਨੇਚਰ ਬਾਰੇ ਗੱਲ ਕਰਦੇ ਹੈਗੇ ਆ, ਓਕੇ। ਸੋ ਨੇਚਰ ਦੇ ਅਕੋਰਡਿੰਗ ਆਪਾਂ ਪਹਿਲਾਂ ਡਾਕਟਰ BR ਅੰਬੇਦਕਰ ਦੀ ਡੈਫੀਨੇਸ਼ਨ ਪੜ੍ਹੀ ਹੈ। ਇਸ ਤੋਂ ਅੱਗੇ ਚੱਲਦੇ ਹਾਂ ਕਿ ਸੰਵਿਧਾਨ ਦੀ ਜਿਹੜੀ ਬਣਤਰ ਹੈ ਉਹ ਕਿਸ ਟਾਈਪ ਦੀ ਹੈ ਨਾ। ਸੋ ਇੱਥੇ ਗੱਲ ਕੀਤੀ ਗਈ ਹੈ ਕਿ ਭਾਰਤੀ ਸੰਵਿਧਾਨ ਜਿਹੜਾ ਹੈ ਉਹ ਬਣਤਰ ਦੇ ਪੱਖੋਂ ਤਾਂ ਸੰਘਾਤਮਕ ਹੈ, ਓਕੇ। ਅਗਰ ਅਸੀਂ ਆਤਮਕ ਤੌਰ ਦੇ ਵਿੱਚ ਦੇਖੀਏ ਤਾਂ ਉਹ ਇਕਾਤਮਕ ਹੈ। ਸੰਘਾਤਮਕ ਦਾ ਮਤਲਬ ਆਪਾਂ ਪਹਿਲਾਂ ਹੀ ਗੱਲ ਕਲੀਅਰ ਕਰ ਚੁੱਕੇ ਹਾਂ ਕਿ ਇੱਕ ਤਾਂ ਸੈਂਟਰ ਗਵਰਨਮੈਂਟ ਹੋਵੇਗੀ ਜੀ, ਓਕੇ, ਦੂਸਰੀ ਜਿਹੜੀ ਹੈ ਉਹ ਸਟੇਟ ਗਵਰਨਮੈਂਟ ਹੋਵੇਗੀ। ਦੋ ਚੀਜ਼ਾਂ ਹੋਣਗੀਆਂ। ਇਸ ਸੰਵਿਧਾਨਿਕ ਤੌਰ 'ਤੇ ਤਾਂ ਦੋ ਚੀਜ਼ਾਂ ਸਾਡੇ ਸੰਵਿਧਾਨ ਦੇ ਵਿੱਚ ਮੈਂਸ਼ਨ ਨੇ ਕਿ ਸ਼ਕਤੀਆਂ ਦੀ ਵੰਡ ਹੋਊਗੀ ਇਹਨਾਂ ਦੋਨਾਂ ਦੇ ਵਿੱਚ, ਓਕੇ। ਇਹੀ ਚੀਜ਼ ਫੈਡਰਲਿਜ਼ਮ ਕਹਾਉਂਦੀ ਹੈ। ਪਰ ਜਿਹੜੇ ਸੰਵਿਧਾਨ ਦੇ ਬਹੁਤ ਸਾਰੇ ਕਹਿ ਸਕਦੇ ਆਲੋਚਕ ਹੈ ਜਾਂ ਮੰਨ ਲਓ ਹੋਰ ਹੈ ਨਾ ਜਿਹੜੇ ਪੋਲੀਟੀਸ਼ੀਅਨ ਹੈਗੇ ਆ ਉਹ ਕਹਿੰਦੇ ਹੈਗੇ ਆ ਕਿ
ਜਿਹੜਾ ਸਾਡੇ ਭਾਰਤ ਦੇ ਵਿੱਚ ਸਿਸਟਮ ਹੈ ਜੀ ਉਹ ਸੰਵਿਧਾਨਿਕ ਪੱਖੋਂ ਤਾਂ ਸੰਘਾਤਮਕ ਹੈ ਪਰ ਆਤਮਿਕ ਤੌਰ ਦੇ ਉੱਪਰ ਇਕਾਤਮਕ ਹੈ। मतलब कि ਕੱਲੀ ਸੈਂਟਰ ਗਵਰਨਮੈਂਟ ਹੀ ਪ੍ਰਮੁੱਖ ਹੈ, ਸਟੇਟ ਦੀ ਕੋਈ ਜ਼ਿਆਦਾ ਭੂਮਿਕਾ ਨਹੀਂ ਹੈ। ਸੋ ਇੱਕ ਹੀ ਜਿਹੜੀ ਕਹਿ ਸਕਦੇ ਆਪਾਂ ਚੀਜ਼ ਇੱਥੇ ਕੰਮ ਕਰਦੀ ਹੈ। ਤੇ ਇਸ ਕਰਕੇ ਧਿਆਨ ਰੱਖਣਾ ਸੰਵਿਧਾਨਿਕ ਬਣਤਰ ਦੇ ਪੱਖੋਂ ਇਹ ਸੰਘਾਤਮਕ ਹੈ ਅਤੇ ਆਤਮਿਕ ਪੱਖੋਂ ਇਕਾਤਮਕ ਹੈ। ਦੇਖਣ ਨੂੰ ਸਾਨੂੰ ਲੱਗਦਾ ਹੈ ਕਿ ਸ਼ਕਤੀਆਂ ਦੀ ਵੰਡ ਕੀਤੀ ਹੈ, ਬਟ ਐਕਚੁਅਲ ਦੇ ਵਿੱਚ ਫੈਡਰਲਿਜ਼ਮ ਜਿਹੜਾ ਹੈ ਉਹ ਇੱਕ ਹੀ ਹੈ। ਠੀਕ ਹੈ ਜੀ, ਇਹ ਸਿੰਪਲ ਜੀ ਡੈਫੀਨੇਸ਼ਨ ਹੈ। ਨੈਕਸਟ ਹੈ ਜੀ ਫੈਡਰਲਿਜ਼ਮ ਦੇ ਜਿਹੜੇ ਫੈਡਰਲ ਜਿਹੜਾ ਹੈ ਇਹਦੀ ਫਾਰਮ ਕੀ ਹੈਗੀ ਹੈ, ਯਾਨੀ ਕਿ ਸੰਘਾਤਮਕ ਜਿਹੜਾ ਸਰੂਪ ਹੈ ਉਹ ਕਿਸ ਟਾਈਪ ਦਾ ਹੈਗਾ। ਓਕੇ, ਭਾਰਤੀ ਸੰਵਿਧਾਨ ਦੇ ਵਿੱਚ ਸੰਘ ਸ਼ਬਦ ਦੀ ਜਿਹੜੀ ਵਰਤੋਂ ਹੈ ਉਹ ਨਹੀਂ ਕੀਤੀ ਗਈ। ਵੈਰੀ ਇੰਪੋਰਟੈਂਟ ਕਿ ਭਾਰਤੀ ਸੰਵਿਧਾਨ ਦੇ ਵਿੱਚ ਕਿਹੜੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ, ਭਾਰਤ ਲਈ ਇਹੀ ਕੁਐਸਚਨ ਆ ਜਾਂਦਾ ਹੈ। ਤਾਂ ਇੱਥੇ ਫੈਡਰੇਸ਼ਨ ਜਿਹੜਾ ਹੈ ਇਹਦੀ ਵਰਤੋਂ ਨਹੀਂ ਕੀਤੀ ਗਈ। ਸੋ ਇੱਥੇ ਸਾਡੇ ਸੰਵਿਧਾਨ ਦੇ ਵਿੱਚ ਸਾਡੇ ਭਾਰਤ ਨੂੰ ਕਿਹਾ ਗਿਆ ਹੈ ਯੂਨੀਅਨ ਆਫ ਦਾ ਸਟੇਟ, ਮੀਨਸ ਕਿ ਭਾਰਤੀ ਸੰਵਿਧਾਨ ਦੇ ਅਨੁਛੇਦ ਪਹਿਲੇ ਦੇ ਵਿੱਚ ਹੀ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਹੈ ਕਿ ਭਾਰਤ ਨੂੰ ਰਾਜਾਂ ਦਾ ਸੰਗ੍ਰਹਿ ਕਿਹਾ ਜਾਂਦਾ ਹੈ, ਯਾਨੀ ਕਿ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਰਾਜ ਮੌਜੂਦ ਨੇ ਜਿੱਤੋਂ ਮਿਲ ਕੇ ਸਾਡਾ ਭਾਰਤ ਬਣਦਾ ਹੈ। ਸੋ ਵਰਤਮਾਨ ਸਾਡੇ ਕੋਲ 28 ਰਾਜ ਜਿਹੜੇ ਹੈਗੇ ਨੇ ਜਿਹਦੇ ਆਧਾਰ ਦੇ ਉੱਪਰ ਅਸੀਂ ਇਸ ਨੂੰ ਯੂਨੀਅਨ ਜਾਂ ਸੰਘ ਕਹਿ ਸਕਦੇ ਹੈਗੇ। ਓਕੇ, ਇਹੀ ਚੀਜ਼ ਫੈਡਰਲ ਹੈ। ਔਰ ਫੈਡਰਲਿਜ਼ਮ ਦੇ ਵਿੱਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇੱਕ ਤਾਂ ਉੱਥੇ ਸੈਂਟਰ ਗਵਰਨਮੈਂਟ ਹੋਵੇਗੀ ਤੇ ਦੂਸਰੀ ਜਿਹੜੀ ਹੈ ਉਹ ਸਟੇਟ ਗਵਰਨਮੈਂਟ ਹੋਵੇਗੀ ਤੇ ਦੋਨਾਂ ਦੇ ਵਿੱਚ ਹੀ ਜਿਹੜਾ ਸ਼ਕਤੀਆਂ ਜਿਹੜੀਆਂ ਨੇ ਪਾਵਰ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਡਿਵਾਈਡ ਕੀਤਾ ਜਾਂਦਾ ਹੈ, ਕਿਸੇ ਇੱਕ ਚੀਜ਼ ਦੇ ਉੱਪਰ ਫੋਕਸ ਨਹੀਂ ਕੀਤਾ ਜਾਂਦਾ। ਇਹ ਨਹੀਂ ਹੈ ਕਿ ਸਾਰੀਆਂ ਸ਼ਕਤੀਆਂ ਸੈਂਟਰ ਗਵਰਨਮੈਂਟ ਨੂੰ ਹੈ ਜਾਂ ਸਾਰੀਆਂ ਸ਼ਕਤੀਆਂ ਸਟੇਟ ਨੂੰ ਹੈ, ਇੱਕ ਨੂੰ ਹੀ ਨਹੀਂ ਦਿੱਤੀਆਂ ਇਹਨਾਂ ਦੋਨਾਂ ਦੇ ਵਿੱਚ ਹੀ ਇਸ ਤੇ ਜਿਹੜੀ ਹੈ ਪਾਰਟਿਸਿਪੇਸ਼ਨ ਕੀਤੀ ਜਾਂਦੀ ਹੈ, ਡਿਵਾਈਡ ਕਰ ਦਿੱਤਾ ਜਾਂਦਾ ਹੈ। ਕੁਝ ਸ਼ਕਤੀਆਂ ਸੈਂਟਰ ਗਵਰਨਮੈਂਟ ਕੋਲੇ ਤੇ ਕੁਝ ਜਿਹੜੀਆਂ ਸਟੇਟ ਗਵਰਨਮੈਂਟ ਕੋਲੇ ਰਹਿ ਜਾਂਦੀਆਂ ਹੈਗੀਆਂ ਨੇ। ਓਕੇ ਜੀ, ਸੋ ਇਹੀ ਸਿੰਪਲ ਜਿਸ ਦੀ ਡੈਫੀਨੇਸ਼ਨ ਹੈ। ਠੀਕ ਹੈ, ਫੈਡਰਲਿਜ਼ਮ मतलब ਕਿ ਸ਼ਕਤੀਆਂ ਦੀ ਵੰਡ ਕਰਨਾ। ਚਲੋ ਅੱਗੇ ਚੱਲਦੇ ਹਾਂ ਜੀ। ਫੈਡਰਲਿਜ਼ਮ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ, ਸੰਘਾਤਮਕ ਸ਼ਾਸਨ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਕੀ ਨੇਗੀਆਂ ਇਹ ਅਗਲੇ ਯਾਦ ਰੱਖਦੇ ਹਾਂ। ਓਕੇ ਜੀ, ਸੋ ਪਹਿਲਾਂ ਇਹਦੇ ਵਿੱਚ ਕੀ ਵਿਸ਼ੇਸ਼ਤਾ ਹੋਗੀ ਕਿ ਡਿਊਲ ਪੋਲਿਟੀ ਹੋਵੇਗੀ, ਯਾਨੀ ਕਿ ਦੋਹਰੀ ਸ਼ਾਸਨ ਪ੍ਰਣਾਲੀ ਹੋਵੇਗੀ। ਇਹ ਸਭ ਤੋਂ ਪਹਿਲਾ ਪੁਆਇੰਟ ਹੋਵੇਗਾ ਫੈਡਰਲਿਜ਼ਮ ਦਾ। ਠੀਕ ਹੈ, ਜਿੱਥੇ ਫੈਡਰਲਿਜ਼ਮ ਲਾਗੂ ਹੋਵੇਗਾ ਉੱਥੇ ਜਿਹੜੀ ਸ਼ਕਤੀ ਹੈ ਉਹ ਦੋ ਚੀਜ਼ਾਂ ਦੇ ਵਿੱਚ ਵੰਡੀ ਜਾਊਗੀ, ਜਿਹਦੇ ਵਿੱਚ ਇੱਕ ਯੂਨੀਅਨ ਗਵਰਨਮੈਂਟ ਹੋਊਗੀ ਤੇ ਦੂਸਰੀ ਜਿਹੜੀ ਹੈ ਸਟੇਟ ਗਵਰਨਮੈਂਟ ਹੋਊਗੀ। ਸੈਂਟਰ ਦੇ ਵਿੱਚ ਯੂਨੀਅਨ ਗਵਰਨਮੈਂਟ ਰਹੂਗੀ, ਯਾਨੀ ਕਿ ਸੈਂਟਰ ਗਵਰਨਮੈਂਟ ਰਹੂਗੀ ਅਤੇ ਦੂਸਰੀ ਸਾਈਡ ਦੇ ਵਿੱਚ ਇੱਕ ਸਾਈਡ ਦੇ ਵਿੱਚ ਜਿਹੜਾ ਕਹਿ ਸਕਦੇ ਹੈਗੇ ਸਟੇਟ ਗਵਰਨਮੈਂਟ ਆ ਜਾਊਗੀ। ਇਹਨਾਂ ਦੋਨਾਂ ਦੇ ਵਿੱਚ ਜਿਹੜੀ ਸ਼ਕਤੀ ਦੀ ਵੰਡ ਹੁੰਦੀ ਹੈ ਇਸੇ ਨੂੰ ਹੀ ਕਿਹਾ ਜਾਂਦਾ ਹੈ ਜੀ ਫੈਡਰਲਿਜ਼ਮ, ਅਤੇ ਇਹੀ ਸਭ ਤੋਂ ਪਹਿਲੀ ਇਸ ਦੀ ਵਿਸ਼ੇਸ਼ਤਾ ਹੁੰਦੀ ਹੈਗੀ ਆ। ਠੀਕ ਹੈ ਜੀ, ਤਾਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਭਾਰਤ ਦੇ ਵਿੱਚ 28 ਰਾਜ ਹੈਗੇ ਨੇ। ਸੋ ਇਹ ਵਿੱਚ ਨੋਟ ਕਰ ਲਿਓ, ਕਈ ਵਾਰ ਪੁੱਛ ਲੈਂਦੇ ਹੈਗੇ ਨਾ। ਸੋ ਵਰਤਮਾਨ ਸਮੇਂ ਸਾਡੇ ਕੋਲੇ 28 ਰਾਜ ਨੇ, ਬਟ ਪਹਿਲਾਂ ਇਹ 29 ਹੁੰਦੇ ਸੀਗੇ, ਸਾਰਿਆਂ ਨੂੰ ਹੀ ਪਤਾ ਹੈ। ਠੀਕ ਹੈ, ਬਹੁਤੇ ਜਣਾਂ ਦੇ ਕਈ ਵਾਰ ਧਿਆਨ 'ਚ ਨਹੀਂ ਤਾਂ ਉਹ ਨੋਟ ਕਰ ਲਿਓ ਕਿ 29ਵਾਂ ਰਾਜ ਜਿਹੜਾ ਸੀ ਉਹ ਜੰਮੂ ਐਂਡ ਕਸ਼ਮੀਰ ਸੀਗਾ। ਉਸ ਨੂੰ 2020 ਦੇ ਵਿੱਚ ਰਿਮੂਵ ਕਰ ਦਿੱਤਾ ਗਿਆ ਹੈਗਾ 104 ਨੰਬਰ ਸੋਧ ਦੇ ਰਾਹੀਂ। ਓਕੇ, ਇਸ ਸੋਧ ਦੇ ਰਾਹੀਂ ਇਸ ਨੂੰ ਖਤਮ ਕਰ ਦਿੱਤਾ ਗਿਆ ਹੈ। ਇਹ ਪਹਿਲਾਂ ਇੱਕ ਰਾਜ ਹੁੰਦਾ ਸੀ, ਬਟ ਵਰਤਮਾਨ ਸਮੇਂ ਇਹ ਇੱਕ ਯੂਨੀਅਨ ਟੈਰੀਟਰੀ ਹੈ, ਕੇਂਦਰ ਸ਼ਾਸਿਤ ਪ੍ਰਦੇਸ਼ ਹੈਗਾ, ਜਿਹਨੂੰ ਕਿ ਦੋ ਯੂਨੀਅਨ ਟੈਰੀਟਰੀ ਦੇ ਵਿੱਚ ਤਬਦੀਲ ਕਰ ਦਿੱਤਾ ਹੈ। ਇੱਕ ਹੈ ਜੰਮੂ ਐਂਡ ਕਸ਼ਮੀਰ ਔਰ ਦੂਸਰੀ ਹੈਗੀ ਹੈ ਜੀ ਲਦਾਖ। ਇਹਨਾਂ ਦੋ ਖੇਤਰਾਂ ਦੇ ਵਿੱਚ ਇਸ ਨੂੰ ਵੰਡ ਦਿੱਤਾ ਗਿਆ ਹੈ। ਹੁਣ ਧਿਆਨ ਰੱਖਣਾ, ਠੀਕ ਹੈ, ਇਸੇ ਕਾਰਨ ਕਰਕੇ ਹੁਣ ਸਾਡੇ ਕੋਲੇ 28 ਰਾਜ ਮੌਜੂਦ ਹੈਗੇ ਨੇਗੇ। ਠੀਕ ਹੈ, ਔਰ ਇਸ ਖੇਤਰ ਦੇ ਵਿੱਚੋਂ ਧਿਆਨ ਰੱਖਣਾ ਆਰਟੀਕਲ 370 ਜਿਹੜਾ ਹੈ ਨਾ ਉਹ ਰਿਮੂਵ ਕਰ ਦਿੱਤਾ ਹੈਗਾ। ਆਰਟੀਕਲ 370 ਇਸ ਦੇ ਵਿੱਚੋਂ ਰਿਮੂਵ ਕਰ ਦਿੱਤਾ ਹੈ, ਜਿਹਦੇ ਅਧੀਨ ਜੰਮੂ ਕਸ਼ਮੀਰ ਨੂੰ ਜਿਹੜਾ ਹੈ ਵਿਸ਼ੇਸ਼ ਰਾਜ ਦਾ ਜਿਹੜਾ ਦਰਜਾ ਦਿੱਤਾ ਗਿਆ ਸੀਗਾ। ਵਿਸ਼ੇਸ਼ ਰਾਜ ਦਾ ਦਰਜਾ ਵੀ ਸੀ ਅਤੇ ਇਹਨਾਂ ਦਾ ਆਪਣਾ ਵੱਖਰਾ ਜਿਹੜਾ ਹੈ ਸੰਵਿਧਾਨ ਵੀ ਸੀਗਾ। ਹੁਣ ਇਹ ਚੀਜ਼ ਨਹੀਂ ਹੈ, ਹੁਣ ਇਹ ਭਾਰਤ ਦੇ ਅਧੀਨ ਹੈਗਾ। ਠੀਕ ਹੈ, ਇੱਥੋਂ ਦੀ ਸਾਨੂੰ ਅਲੱਗ ਤੋਂ ਜਿਹੜੀ ਨਾਗਰਿਕਤਾ ਜਾਂ ਅਲੱਗ ਤੋਂ ਇਹਨਾਂ ਦੇ ਸੰਵਿਧਾਨ ਦਾ ਪਾਲਣਾ ਨਹੀਂ ਕਰਨਾ ਪਊ। ਹੁਣ ਸਾਨੂੰ ਇੰਡੀਆ ਦੇ ਅਕੋਰਡਿੰਗ ਹੀ ਇੱਥੇ ਚੱਲਣਾ ਪੈਂਦਾ ਹੈ। ਓਕੇ, ਤਾਂ ਹੁਣ ਇਹ ਯੂਨੀਅਨ ਟੈਰੀਟਰੀ ਹੈ, ਇਸ ਕਰਕੇ ਇਸ ਨੂੰ ਯਾਦ ਰੱਖਣਾ। ਇਸੇ ਕਰਕੇ ਸਾਡੇ ਕੋਲੇ 28 ਰਾਜ ਅਤੇ 8 ਯੂਨੀਅਨ ਟੈਰੀਟਰੀਆਂ ਜਿਹੜੀਆਂ ਉਹ ਮੌਜੂਦ ਨੇਗੀਆਂ। ਠੀਕ ਹੈ ਜੀ, ਚਲੋ ਵੀ ਅੱਗੇ ਚੱਲਦੇ ਹਾਂ। ਰਾਜਾਂ ਦੀਆਂ ਆਪਣੀਆਂ ਸਰਕਾਰਾਂ ਹਨ ਜੋ ਕਿ ਸੰਵਿਧਾਨ ਦੁਆਰਾ ਸੌਂਪੇ ਗਏ ਵਿਸ਼ਿਆਂ ਦਾ ਜਿਹੜਾ ਸ਼ਾਸਨ ਪ੍ਰਬੰਧ ਕਰਦੀਆਂ ਹੈਗੀਆਂ ਨੇ। ਸੋ ਕੁਝ ਖੇਤਰ ਜਿਹੜੇ ਹੈਗੇ ਉਹ ਯੂਨੀਅਨ ਗਵਰਨਮੈਂਟ ਕੋਲ ਜਾਂਦੇ ਆ ਤੇ ਰਾਜ ਦੇ ਵਿੱਚ ਆਪਣੀਆਂ ਅਲੱਗ ਤੋਂ ਸਰਕਾਰਾਂ ਹੁੰਦੀਆਂ ਨੇ ਜਿਹੜੀਆਂ ਕਿ ਲੋਕਾਂ ਦੇ ਦੁਆਰਾ ਚੁਣੀਆਂ ਜਾਂਦੀਆਂ ਨੇ ਅਤੇ ਸੰਵਿਧਾਨ ਦੇ ਦੁਆਰਾ ਜਿਹੜੇ ਵਿਸ਼ੇ ਉਹਨਾਂ ਨੂੰ ਦਿੱਤੇ ਗਏ ਨੇ ਉਹਨਾਂ ਦੇ ਉੱਪਰ ਕਾਨੂੰਨ ਬਣਾਉਣ ਦੇ ਉਹਨਾਂ ਨੂੰ ਜਿਹੜੇ ਅਧਿਕਾਰ ਦਿੱਤੇ ਗਏ ਨੇ ਅਤੇ ਉਹਨਾਂ ਦੇ ਅਨੁਸਾਰ ਹੀ ਉਹਨਾਂ ਨੂੰ ਸ਼ਾਸਨ ਕਰਨ ਦੀਆਂ ਜਿਹੜੀਆਂ ਸ਼ਕਤੀਆਂ ਜਾਂ ਪ੍ਰਬੰਧ ਵੀ ਜਿਹੜੇ ਹੈ ਉਹ ਕੀਤੇ ਗਏ ਹੈਗੇ ਨੇਗੇ। ਓਕੇ, ਇਸ ਤੋਂ ਅੱਗੇ ਇੱਕ ਚੀਜ਼ ਹੋਰ ਯਾਦ ਰੱਖਣਾ ਕਿ ਸੰਸਦ ਜਿਹੜੀ ਹੈਗੀ
ਉਹ ਰਾਜਾਂ ਦੇ ਨਾਮਾਂ ਦੇ ਵਿੱਚ ਪਰਿਵਰਤਨ ਕਰ ਸਕਦੀ ਹੈ, ਉਹਦਾ ਖੇਤਰ ਬਦਲ ਸਕਦੀ ਹੈ ਤੇ ਉਹਨਾਂ ਦੀ ਗਿਣਤੀ ਨੂੰ ਘਟਾ ਵਧਾ ਸਕਦੀ ਹੈ। ਪਹਿਲਾਂ ਹੀ ਆਪਾਂ ਗੱਲ ਕਰ ਚੁੱਕੇ ਹਾਂ ਕਿ 29 ਰਾਜਾਂ ਤੋਂ ਹੁਣ 28 ਰਾਜ ਜਿਹੜੇ ਆ ਉਹ ਬਣ ਚੁੱਕੇ ਹੈਗੇ ਨੇ। ਇਹ ਕੰਮ ਕਿਸ ਦਾ ਹੈ ਜੀ? ਪਾਰਲੀਮੈਂਟ ਦਾ ਹੈ। ਬਹੁਤ ਵਾਰੀ ਕੁਐਸਚਨ ਆਉਂਦੇ ਹੈ ਕਿ ਰਾਜ ਦੀਆਂ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਦੇ ਵਿੱਚ ਵਾਧਾ ਘਾਟਾ ਕੌਣ ਕਰ ਸਕਦੇ ਹੈ, ਰਾਜਾਂ ਦੀ ਜਿਹੜੀ ਬਾਉਂਡਰੀ ਹੈ ਉਹ ਕੌਣ ਵਧਾ ਘਟਾ ਸਕਦਾ ਹੈ। ਓਕੇ ਜੀ, ਔਰ ਰਾਜਾਂ ਦੇ ਜਿਹੜੇ ਕਹਿ ਸਕਦੇ ਹੈਗੇ ਨੇਮ ਜਿਹੜੇ ਹੈ ਉਹਨਾਂ ਦੇ ਵਿੱਚ ਤਬਦੀਲੀ ਕੌਣ ਕਰ ਸਕਦਾ ਹੈ। ਇਹ ਸਾਰੀ ਜ਼ਿੰਮੇਵਾਰੀ ਹੈ ਪਾਰਲੀਮੈਂਟ ਦੇ ਵਿੱਚ। ਠੀਕ ਹੈ, ਇਹ ਪਾਰਲੀਮੈਂਟ ਹੀ ਕੰਮ ਕਰ ਸਕਦੀ ਹੈ। ਪਾਰਲੀਮੈਂਟ ਕੀ ਹੁੰਦੀ ਹੈ? ਪਾਰਲੀਮੈਂਟ ਦੇ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੋਨੇ ਸਦਨ ਹੁੰਦੇ ਹੈਗੇ ਨੇਗੇ। ਓਕੇ, ਲੋਕ ਸਭਾ ਤੇ ਰਾਜ ਸਭਾ ਇਹ ਮਿਲ ਕੇ ਜਿਹੜਾ ਹੈ ਪਾਰਲੀਮੈਂਟ ਨੂੰ ਬਣਾਉਂਦੇ ਹੈਗੇ ਨੇ। ਯਾਦ ਰੱਖਣਾ, ਕਿਤੇ ਇਹਨੂੰ ਅਲੱਗ ਤੋਂ ਸਮਝ ਲਵੋ। ਨੈਕਸਟ ਹੈ ਜੀ ਅਗਲੀ ਵਿਸ਼ੇਸ਼ਤਾ ਸ਼ਕਤੀਆਂ ਦੀ ਵੰਡ। ਇਹ ਪੁਆਇੰਟ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ। ਡਿਵੀਜ਼ਨ ਆਫ ਪਾਵਰਸ, ਜਾਣੀ ਕਿ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈਗੀ ਆ ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿਚਕਾਰ। ਕੁਝ ਸ਼ਕਤੀਆਂ ਕੇਂਦਰ ਨੂੰ ਅਤੇ ਕੁਝ ਸ਼ਕਤੀਆਂ ਜਿਹੜੀਆਂ ਨੇ ਉਹ ਰਾਜ ਸਰਕਾਰਾਂ ਨੂੰ ਦਿੱਤੀਆਂ ਜਾਂਦੀਆਂ ਨੇ। ਧਿਆਨ ਰੱਖਣਾ ਕਿ ਜਿਹੜੇ ਵਿਸ਼ੇ ਰਾਸ਼ਟਰੀ ਮਹੱਤਤਾ ਵਾਲੇ ਨੇ, ਜਾਣੀ ਕਿ ਰਾਸ਼ਟਰ ਦੇ ਮਤਲਬ ਪੂਰੇ ਨੈਸ਼ਨਲ ਲੈਵਲ ਦੇ ਹੈਗੇ ਨੇ ਤੇ ਪੂਰੇ ਭਾਰਤ ਦੇ ਨਾਲ ਜੁੜੇ ਹੋਏ ਹੈਗੇ ਨੇ, ਉਹਨਾਂ ਦੇ ਉੱਪਰ ਕਾਨੂੰਨ ਬਣਾਉਣ ਦੀ ਸ਼ਕਤੀ ਹੈ ਜੀ ਕੇਂਦਰ ਸਰਕਾਰ ਕੋਲੇ, ਸੈਂਟਰ ਗਵਰਨਮੈਂਟ ਕੋਲੇ। ਇਹ ਰਾਸ਼ਟਰੀ ਮਹੱਤਤਾ ਵਾਲੇ ਵਿਸ਼ੇ ਹੋਣਗੇ। ਦੂਸਰੇ ਸਥਾਨਕ ਮਹੱਤਤਾ ਵਾਲੇ, ਜਾਣੀ ਕਿ ਇੱਕ ਰਾਜ ਦੇ ਨਾਲ ਸੰਬੰਧ ਹੋਣਗੇ। ਇੱਕ ਰਾਜ ਦਾ ਕੋਈ ਪਾਣੀ ਦਾ ਪ੍ਰਬੰਧ ਹੋ ਸਕਦਾ ਹੈ, ਕੋਈ ਫੂਡ ਨਾਲ ਸੰਬੰਧਿਤ ਹੋ ਸਕਦਾ ਹੈ, ਕੋਈ ਪਾਲਿਸੀ ਹੋ ਸਕਦੀ ਹੈ ਨਾ। ਉਹ ਸਾਰੀਆਂ ਸਥਾਨਕ ਲੈਵਲ ਦੀਆਂ ਸਮੱਸਿਆਵਾਂ ਹੋਣਗੀਆਂ ਅਤੇ ਸਥਾਨਕ ਲੈਵਲ ਦੇ ਜਿਹੜੀਆਂ ਮਹੱਤਤਾ ਵਾਲੇ ਵਿਸ਼ੇ ਹੋਣਗੇ ਉਹਨਾਂ ਪ੍ਰਤੀ ਕਾਨੂੰਨ ਬਣਾਉਣ ਦੀ ਸ਼ਕਤੀ ਹੋਵੇਗੀ ਜੀ ਰਾਜ ਸਰਕਾਰ ਦੀ। ਠੀਕ ਹੈ ਜੀ, ਇੱਕ ਰਾਸ਼ਟਰੀ ਮਹੱਤਤਾ ਵਾਲੇ ਵਿਸ਼ੇ ਹੋਣਗੇ, ਇਹਨਾਂ ਦੇ ਉੱਪਰ ਕੇਂਦਰ ਸਰਕਾਰ ਕਾਨੂੰਨ ਬਣਾਵੇਗੀ। ਦੂਸਰੇ ਸਥਾਨਕ ਮਹੱਤਤਾ ਵਾਲੇ ਹੋਣਗੇ, ਇਹਨਾਂ ਦੇ ਪ੍ਰਤੀ ਕਾਨੂੰਨ ਬਣਾਉਣ ਦੀ ਸ਼ਕਤੀ ਰਾਜ ਸਰਕਾਰ ਕੋਲੇ ਹੋਵੇਗੀ। ਤਾਂ ਭਾਰਤੀ ਸੰਵਿਧਾਨ ਦੇ ਵਿੱਚ 3 ਤਰ੍ਹਾਂ ਦੀਆਂ ਜਿਹੜੀਆਂ ਸੂਚੀਆਂ ਉਹ ਅੰਕਿਤ ਕੀਤੀਆਂ ਗਈਆਂ ਨੇਗੀਆਂ, ਜਿਹਦੇ ਅਧੀਨ ਕੇਂਦਰ ਸਰਕਾਰ ਕਾਨੂੰਨ ਬਣਾ ਸਕਦੀ ਹੈਗੀ। ਇਸ ਤੋਂ ਇਲਾਵਾ ਰਾਜ ਸਰਕਾਰ ਕਾਨੂੰਨ ਬਣਾ ਸਕਦੀ ਹੈ। ਸੋ ਇਹ 3 ਤਰ੍ਹਾਂ ਦੀਆਂ ਸੂਚੀਆਂ ਕਿਹੜੀਆਂ ਨੇ ਜੀ? ਸੋ 3 ਸੂਚੀਆਂ ਦੇ ਵਿੱਚ ਪਹਿਲੀ ਸੂਚੀ ਆਉਂਦੀ ਹੈਗੀ ਹੈ ਜੀ ਸੰਘ ਸੂਚੀ, ਯੂਨੀਅਨ ਲਿਸਟ ਜਿਸ ਨੂੰ ਕਹਿ ਦਿੱਤਾ ਜਾਂਦਾ ਹੈਗਾ। ਦੂਸਰੀ ਸੂਚੀ ਆਉਂਦੀ ਹੈਗੀ ਜੀ ਰਾਜ ਸੂਚੀ, ਜਿਹਨੂੰ ਸਟੇਟ ਲਿਸਟ ਕਹਿ ਦਿੰਦੇ ਹੈ। ਤੀਸਰੀ ਸੂਚੀ ਹੈ ਜੀ ਸਮਵਰਤੀ ਸੂਚੀ। ਓਕੇ, ਤਾਂ ਜਿਹੜੀ ਯੂਨੀਅਨ ਲਿਸਟ ਹੈ ਪਹਿਲਾਂ ਇਸ ਬਾਰੇ ਸੁਣ ਲਵੋ ਕਿ ਇਸ ਦੇ ਅਧੀਨ ਜਿਹੜੇ ਵਿਸ਼ੇ ਹੋਣਗੇ ਉਹਨਾਂ ਦੇ ਉੱਪਰ ਕਾਨੂੰਨ ਬਣਾਉਣ ਦੀ ਜਿਹੜੀ ਸ਼ਕਤੀ ਹੈ ਉਹ ਕੇਂਦਰ ਸਰਕਾਰ ਨੂੰ ਹੋਵੇਗੀ। ਓਕੇ ਜੀ, ਕੇਂਦਰ ਸਰਕਾਰ ਜਿਹੜੀ ਹੈ ਉਹ ਕਾਨੂੰਨ ਬਣਾਵੇਗੀ ਇਹਨਾਂ ਵਿਸ਼ਿਆਂ ਦੇ ਉੱਪਰ। ਇਹ ਸਾਰੇ ਦੇ ਸਾਰੇ ਯੂਨੀਅਨ ਲਿਸਟ ਦੇ ਵਿੱਚ ਹੋਣਗੇ। ਕੇਂਦਰ ਸਰਕਾਰ ਕਾਨੂੰਨ ਬਣਾਉਣ ਦੀ ਸ਼ਕਤੀ ਰੱਖਦੀ ਹੈ। ਜਿਹੜੀ ਰਾਜ ਹੈ ਇਹਦੇ ਨਾਂ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਇਹਦੇ ਪ੍ਰਤੀ ਜਿਹੜੇ ਕਾਨੂੰਨ ਬਣਾਉਣ ਦੀ ਸ਼ਕਤੀ ਹੈ ਇਹ ਹੋਵੇਗੀ ਜੀ ਰਾਜ ਸਰਕਾਰ ਦੇ ਕੋਲੇ। ਸੋ ਕੋਈ ਵੀ ਆਪਣੇ ਰਾਜ ਦੇ ਵਿੱਚ ਕੋਈ ਵੀ ਕਾਨੂੰਨ ਜਿਹੜਾ ਬਣਾ ਸਕਦੀ ਹੈ। ਤੀਸਰੀ ਹੈ ਸਮਵਰਤੀ। ਸੋ ਸਮਵਰਤੀ ਦੇ ਵਿੱਚ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੋਨੋਂ ਮਿਲ ਕੇ ਕਾਨੂੰਨ ਬਣਾ ਸਕਦੇ ਹੈਗੇ ਆ, ਨਾ ਕਿ ਕੋਈ ਇੱਕ। ਪਰ ਇਹ ਚੀਜ਼ ਵੀ ਨਾਲ ਤੁਸੀਂ ਯਾਦ ਰੱਖਣੀ ਹੈ ਕਿ ਸਮਵਰਤੀ ਸੂਚੀ ਦੇ ਵਿੱਚ ਵੀ ਜ਼ਿਆਦਾ ਸ਼ਕਤੀਆਂ ਜਿਹੜੀਆਂ ਨੇ ਉਹ ਕੇਂਦਰ ਕੋਲ ਹੀ ਹੁੰਦੀਆਂ ਨੇ। ਸੋ ਜੇਕਰ ਕੋਈ ਇਹੋ ਜਿਹਾ ਕਾਨੂੰਨ ਹੋ ਜਾਂਦਾ ਹੈ ਜਿਹਦੇ ਪ੍ਰਤੀ ਕੋਈ ਰਾਜ ਨੂੰ ਮਤਭੇਦ ਹੁੰਦਾ ਹੈ ਤਾਂ ਹੋਈ ਜਾਂਦੇ, ਬਟ ਕੋਈ ਚੱਕਰ ਨਹੀਂ, ਤਾਂ ਕੇਂਦਰ ਸਰਕਾਰ ਨੇ ਉਹਦੇ ਵਿੱਚ ਆਪਣੇ ਜਿਹੜੇ ਕਸਦ ਐਂਟਰੀ ਕਰਕੇ ਉਸ ਨੂੰ ਪਾਸ ਕਰ ਦੇਣਾ ਹੈਗਾ। ਓਕੇ, ਤੇ ਯਾਦ ਰੱਖਣਾ ਹੈ ਯੂਨੀਅਨ ਲਿਸਟ ਦੇ ਵਿੱਚ ਕਾਨੂੰਨ ਬਣਾਉਣ ਦੀ ਸ਼ਕਤੀ ਕੇਂਦਰ ਸਰਕਾਰ ਕੋਲੇ, ਰਾਜ ਦੇ ਵਿੱਚ ਰਾਜ ਸੂਚੀ ਦੇ ਵਿੱਚ ਰਾਜ ਸਰਕਾਰ ਕਾਨੂੰਨ ਬਣਾਉਂਦੀ ਹੈ ਤੇ ਸਮਵਰਤੀ ਸੂਚੀ ਦੇ ਵਿੱਚ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੋਨੋਂ ਮਿਲ ਕੇ ਜਿਹੜੇ ਕਾਨੂੰਨ ਬਣਾਉਂਦੀ ਹੈ। ਠੀਕ ਹੈ ਜੀ, ਚਲੋ ਅੱਗੇ ਵਿਸ਼ਿਆਂ ਵੱਲ ਵੀ ਚੱਲਦੇ ਹਾਂ, ਬਹੁਤ ਇੰਪੋਰਟੈਂਟ ਹੈ। ਤਾਂ ਸੰਘ ਸੂਚੀ ਦੇ ਵਿੱਚ ਯੂਨੀਅਨ ਲਿਸਟ ਦੇ ਵਿੱਚ ਵਰਤਮਾਨ ਸਮੇਂ ਜਿਹੜੇ ਆ 100 ਵਿਸ਼ੇ ਜਿਹੜੇ ਆ ਉਹ ਇਨਕਲੂਡ ਹੈਗੇ ਨੇ। ਇਹਨਾਂ 100 ਵਿਸ਼ਿਆਂ ਦੇ ਉੱਪਰ ਜਿਹੜਾ ਉਹ ਕਾਨੂੰਨ ਬਣਾ ਸਕਦੀ ਹੈ। ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਵੀ ਡਿਸਕਸ ਕਰਾਂਗੇ ਉਹ ਨੈਕਸਟ ਕਲਾਸ ਦੇ ਵਿੱਚ ਕਿ ਕਿਹੜੇ ਵਿਸ਼ੇ ਨੇ, ਬਟ ਆਪਾਂ ਪਹਿਲਾਂ ਪ੍ਰਮੁੱਖ ਦੀ ਗੱਲ ਕਰਦੇ ਹਾਂ। 100 ਵਿਸ਼ਿਆਂ ਦੇ ਵਿੱਚੋਂ ਇੱਕ ਤਾਂ ਦੇਸ਼ ਦੀ ਰੱਖਿਆ ਦੇ ਨਾਲ ਸੰਬੰਧ, ਜਿਹੜਾ ਡਿਫੈਂਸ ਦੇ ਨਾਲ ਸੰਬੰਧ, ਸੁਰੱਖਿਆ ਜਿਹੜੀ ਹੈ ਇਹ ਕੇਂਦਰ ਸਰਕਾਰ ਦੇ ਅਧੀਨ ਹੁੰਦੀ ਹੈ। ਜਿੰਨੇ ਵੀ ਵਿਦੇਸ਼ੀ ਕੰਮ ਨੇਗੇ, ਫੋਰਨ ਜਿੰਨੇ ਵੀ ਪਾਲਿਸੀਜ਼ ਬਣਾਉਣੀਆਂ ਨੇ ਉਹ ਸਾਰੇ ਕੰਮ ਜਿਹੜੇ ਹੈ ਉਹ ਕੇਂਦਰ ਸਰਕਾਰ ਦੇ ਹੈਗੇ ਨੇ। ਡਾਕ ਦੇ ਨਾਲ ਸੰਬੰਧ, ਜਿਹੜਾ ਪੋਸਟ ਆਫਿਸ ਦੇ ਨਾਲ ਸੰਬੰਧ ਜਿੰਨੇ ਵੀ ਕੰਮ ਨੇ ਇਹ ਵੀ ਯੂਨੀਅਨ ਲਿਸਟ ਦੇ ਵਿੱਚ ਆਉਂਦੇ ਹੈਗੇ ਆ। ਰੇਲਵੇ ਦੇ ਨਾਲ ਸੰਬੰਧ ਕੰਮ ਨੇ ਜਿਹੜੇ ਉਹ ਵੀ ਯੂਨੀਅਨ ਲਿਸਟ ਦੇ ਵਿੱਚ ਆਉਂਦੇ ਆ। ਟੈਲੀਫੋਨ, ਕੋਇਨ, ਇਹ ਸਾਰੇ ਦੇ ਸਾਰੇ ਜਿਹੜੇ ਕਹਿ ਸਕਦੇ ਹੈਗੇ ਆਂਗੇ ਇਹ ਸਾਰੇ ਵਿਸ਼ੇ ਜਿਹੜੇ ਆਉਂਦੇ ਹੈਗੇ ਆ ਜੀ ਯੂਨੀਅਨ ਲਿਸਟ ਦੇ ਵਿੱਚ। ਠੀਕ ਹੈ, ਪ੍ਰਮੁੱਖ ਨੇ। ਅਗਲੀ ਕਲਾਸ ਦੇ ਵਿੱਚ ਇਹਨਾਂ ਦੀ ਪੂਰੀ ਡਿਟੇਲ ਆਪਾਂ ਕਰਾਵਾਂਗੇ ਕਿਹੜੇ ਵਿਸ਼ੇ ਨੇਗੇ, ਤਾਂ ਕਿ ਤੁਹਾਨੂੰ ਕਈ ਵਾਰ ਇਹ ਕੁਐਸਚਨ ਆ ਜਾਵੇ ਕਿ ਇਸ ਚੀਜ਼ ਦੇ ਉੱਪਰ ਕੌਣ ਕਾਨੂੰਨ ਬਣਾਵੇਗਾ, ਤੁਸੀਂ ਈਜ਼ੀਲੀ ਉਸ ਨੂੰ ਸੋਲਵ ਕਰ ਪਾਓ। ਠੀਕ ਹੈ ਜੀ, ਚਲੋ ਅੱਗੇ ਚੱਲਦੇ ਹਾਂ ਜੀ ਰਾਜ ਸੂਚੀ। ਰਾਜ ਸੂਚੀ ਦੇ ਵਿੱਚ ਵਰਤਮਾਨ ਸਮੇਂ 66 ਵਿਸ਼ੇ ਹੈਗੇ ਨੇ, ਜਿਨ੍ਹਾਂ ਦੇ ਵਿੱਚ ਪ੍ਰਮੁੱਖ ਖੇਤੀਬਾੜੀ, ਸਥਾਨਕ ਸਵੈ ਸ਼ਾਸਨ, ਸੜਕਾਂ ਤੇ ਪੁਲਿਸ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ। ਇਹ ਸਾਰੇ ਦੇ ਸਾਰੇ ਸਟੇਟ ਲਿਸਟ ਦੇ ਵਿੱਚ ਸ਼ਾਮਲ ਨੇ। ਟੋਟਲ 66 ਵਿਸ਼ੇ ਹੈਗੇ ਨੇਗੇ। ਨੈਕਸਟ ਹੈ ਜੀ ਸਮਵਰਤੀ ਸੂਚੀ, ਜਿਹਦੇ ਵਿੱਚ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੋਨੋਂ ਮਿਲ ਕੇ ਕਾਨੂੰਨ ਬਣਾਉਂਦੀਆਂ ਹੈਗੀਆਂ ਨੇ। ਸੋ ਇਹਦੇ ਵਿੱਚ ਟੋਟਲ 52 ਵਿਸ਼ੇ ਹੁੰਦੇ ਆ, ਜਿਹਦੇ ਵਿੱਚ ਵਿਆਹ ਤੇ ਤਲਾਕ,
ਵਪਾਰ ਅਤੇ ਵਣਜ, ਕਾਰਖਾਨੇ, ਬਿਜਲੀ, ਦੰਡ ਵਿਧੀ, ਕਿਰਤ ਤੇ ਸਿੱਖਿਆ, ਜੰਗਲ, ਜਾਨਵਰਾਂ ਤੇ ਪੰਛੀਆਂ ਦੀ ਰੱਖਿਆ, ਤੋਲ ਤੇ ਨਾਪ, ਇਹ ਸਾਰੇ ਵਿਸ਼ੇ ਜਿਹੜੇ ਸ਼ਾਮਲ ਹੈਗੇ ਆ ਇਹ ਸਮਵਰਤੀ ਸੂਚੀ ਦੇ ਵਿੱਚ ਨੇ, ਜਿਹਦੇ ਉੱਪਰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੋਨੋਂ ਮਿਲ ਕੇ ਕਾਨੂੰਨ ਬਣਾ ਸਕਦੀ ਹੈਗੀ ਆ। ਨੈਕਸਟ ਹੈ ਜੀ ਲਿਖਤੀ ਸੰਵਿਧਾਨ। ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੋਊਗੀ ਜਿੱਥੇ ਫੈਡਰਲਿਜ਼ਮ ਹੋਊਗਾ ਉੱਥੋਂ ਦਾ ਸੰਵਿਧਾਨ ਜਿਹੜਾ ਹੈ ਉਹ ਲਿਖਤੀ ਹੋਊਗਾ। ਠੀਕ ਆ, ਤਾਂ ਲਿਖਤੀ ਸੰਵਿਧਾਨ ਦੀ ਅਗਰ ਗੱਲ ਕਰੀਏ, ਸੰਸਾਰ ਦੇ ਸਭ ਤੋਂ ਪਹਿਲਾ ਲਿਖਤੀ ਸੰਵਿਧਾਨ ਕਿਹੜਾ ਸੀ ਇਹ ਵੀ ਤੁਸੀਂ ਨੋਟ ਕਰ ਲਿਓ। ਤਾਂ ਸਭ ਤੋਂ ਪਹਿਲਾ ਲਿਖਤੀ ਸੰਵਿਧਾਨ USA ਦਾ ਸੀਗਾ ਜੀ, ਜਿਹੜਾ ਕਿ ਲਿਖਤੀ ਸੀਗਾ। 1799 ਦੇ ਵਿੱਚ ਇਸ ਨੂੰ ਬਣਾਇਆ ਗਿਆ ਸੀਗਾ। ਓਕੇ, ਇਹ ਪਹਿਲਾ ਰਿਟਨ ਕਨਸਟੀਟਿਊਸ਼ਨ ਸੀਗਾ ਸੰਸਾਰ ਦਾ। ਓਕੇ, ਤਾਂ ਲਿਖਤੀ ਸੰਵਿਧਾਨ ਹੁਣ ਸਾਡੇ ਸੰਵਿਧਾਨ ਜਿਹੜਾ ਹੈ ਇੰਡੀਆ ਦਾ ਇਹ ਵੀ ਲਿਖਤੀ ਹੈ, ਤੁਹਾਨੂੰ ਪਤਾ ਹੀ ਹੈ ਨਾ। ਸੋ ਇਹਦੇ ਉਦਾਹਰਣ ਦੱਸਿਆ ਹੈ, ਡੈਫੀਨੇਸ਼ਨ ਹੈ ਪ੍ਰੋਫੈਸਰ KC ਵਿਜਰ ਦੇ ਅਕੋਰਡਿੰਗ ਕਿ ਸਰਬ ਉੱਚ ਸੰਵਿਧਾਨ ਅਤੇ ਲਿਖਤੀ ਸੰਵਿਧਾਨ ਸੰਘਾਤਮਕ ਸਰਕਾਰ ਦੇ ਲਈ ਦੋ ਜ਼ਰੂਰੀ ਸੰਸਥਾਵਾਂ ਨੇ। ਇੱਕ ਤਾਂ ਕਹਿੰਦੇ ਕਿ ਸੰਵਿਧਾਨ ਜਿਹੜਾ ਹੈ ਉਹ ਸਰਵਉੱਚ ਹੋਣਾ ਚਾਹੀਦਾ ਹੈ, ਮਤਲਬ ਇਹ ਨਾ ਹੋਵੇ ਕਿ ਜਿਸ ਦੇਸ਼ ਦੇ ਵਿੱਚ ਫੈਡਰਲਿਜ਼ਮ ਹੋਵੇ ਉੱਥੇ ਕੋਈ ਵਿਅਕਤੀ ਯਾਨੀ ਰਾਸ਼ਟਰਪਤੀ ਜਾਂ ਰਾਜਾ ਜਾਂ ਪ੍ਰਧਾਨ ਮੰਤਰੀ ਜਿਹੜਾ ਉਹ ਮਤਲਬ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਹੋਣਾ ਚਾਹੀਦਾ, ਉਹ ਸੰਵਿਧਾਨ ਦੇ ਅੰਡਰ ਹੀ ਕੰਮ ਕਰੇ, ਸੰਵਿਧਾਨ ਦੇ ਅਨੁਸਾਰ ਹੀ ਕੰਮ ਕਰੇ। ਇਸੇ ਚੀਜ਼ ਨੂੰ ਹੀ ਸਰਵਉੱਚ ਸੰਵਿਧਾਨ ਕਿਹਾ ਜਾਂਦਾ ਹੈ। ਤੇ ਦੂਸਰਾ ਪੁਆਇੰਟ ਇਹ ਹੈ ਕਿ ਜਿੱਥੇ ਫੈਡਰਲਿਜ਼ਮ ਹੋਵੇਗਾ ਉੱਥੇ ਸੰਵਿਧਾਨ ਲਿਖਤੀ ਹੋਣਾ ਵੀ ਜ਼ਰੂਰੀ ਹੈ, ਰਿਟਨ ਹੋਣਾ ਵੀ ਜ਼ਰੂਰੀ ਹੈ, ਜਿਹਦੇ ਵਿੱਚ ਇੰਸਟਰਕਸ਼ਨ ਦਿੱਤੀਆਂ ਹੋਣ। ਇਹ ਨਾ ਹੋਵੇ ਕਿ ਆਪਣੀ ਮਰਜ਼ੀ ਦੇ ਨਾਲ ਜੋ ਚੀਜ਼ ਚਾਹੇ ਉਹ ਕਰ ਸਕੇ। ਓਕੇ, ਨੈਕਸਟ ਹੈ ਸੰਵਿਧਾਨ ਦੀ ਸਰਵਉੱਚਤਾ। ਇਹ ਵੀ ਜ਼ਰੂਰੀ ਹੈ ਜੀ ਫੈਡਰਲਿਜ਼ਮ ਦੇ ਵਿੱਚ, ਜਿੱਥੇ ਹੋਊਗਾ ਠੀਕ ਹੈ ਉੱਥੇ ਸੁਪਰਮੈਂਸੀ ਹੋਵੇਗੀ ਜੀ ਕਨਸਟੀਟਿਊਸ਼ਨ ਦੀ। ਇਹ ਪੁਆਇੰਟ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਸੋ ਇਸ ਬਾਰੇ ਹੁਣ ਦੁਬਾਰਾ ਤੋਂ ਡਿਸਕਸ ਕਰਨ ਦੀ ਜ਼ਰੂਰਤ ਨਹੀਂ ਹੈ। ਸੰਵਿਧਾਨ ਦੀ ਸਰਵਉੱਚਤਾ ਸੰਘ ਸਰਕਾਰ ਦੀ ਮੁੱਖ ਵਿਸ਼ੇਸ਼ਤਾ ਹੋਵੇਗੀ। ਭਾਰਤੀ ਸੰਵਿਧਾਨ ਨੂੰ ਦੇਸ਼ ਦਾ ਸਰਵਉੱਚ ਕਾਨੂੰਨ ਮੰਨਿਆ ਜਾਂਦਾ ਹੈ, ਜਾਣੀ ਕਿ ਹਰ ਇੱਕ ਚੀਜ਼ ਜਿਹੜੀ ਹੈ ਉਹ ਸਾਡੇ ਸੰਵਿਧਾਨ ਦੇ ਅਧੀਨ ਹੀ ਆਉਂਦੀ ਆ, ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ ਗੀ। ਸਾਰੀਆਂ ਚੀਜ਼ਾਂ ਜਿਹੜੀਆਂ ਜਿੰਨੀਆਂ ਵੀ ਸੰਸਥਾਵਾਂ ਨੇ, ਜਿੰਨੇ ਵੀ ਆਉਂਦੇ ਨੇ, ਉਹ ਸਾਰੇ ਇਸੇ ਹੀ ਕਾਨੂੰਨ ਦੇ ਅਧੀਨ ਕੰਮ ਕਰਦੇ ਨੇ, ਇਸ ਤੋਂ ਉੱਪਰ ਕੋਈ ਨਹੀਂ ਹੈਗਾ ਗਾ। ਇਸੇ ਦੇ ਆਧਾਰ ਦੇ ਉੱਪਰ ਭਾਰਤ ਦੇ ਵਿੱਚ ਫੈਡਰਲਿਜ਼ਮ ਜਿਹੜਾ ਹੈ ਉਹ ਚੱਲ ਰਿਹਾ ਹੈ। ਨੈਕਸਟ ਹੈ ਜੀ ਕਠੋਰ ਸੰਵਿਧਾਨ। ਇਹ ਵੀ ਜ਼ਰੂਰੀ ਹੈ ਕਿ ਜਿੱਥੇ ਸੰਵਿਧਾਨ ਕਠੋਰ ਹੋਵੇਗਾ ਉੱਥੇ ਫੈਡਰਲਿਜ਼ਮ ਹੋਣਾ ਜ਼ਰੂਰੀ ਹੈਗਾ ਗਾ। ਠੀਕ ਹੈ, ਜੇ ਅਸੀਂ ਕਹੀਏ ਕਿ ਕਿਸੇ ਰਾਜ ਦੇ ਵਿੱਚ ਸੰਵਿਧਾਨ ਕਠੋਰ ਹੈ ਤਾਂ ਇਹਦਾ ਮਤਲਬ ਇਹੀ ਹੈ ਸੁਭਾਵਿਕ ਜਿਹਾ ਕਿ ਉੱਥੇ ਫੈਡਰਲਿਜ਼ਮ ਜਿਹੜਾ ਹੈ ਲਾਗੂ ਹੈਗਾ ਗਾ। ਓਕੇ, ਇਹ ਵੀ ਇੱਕ ਵਿਸ਼ੇਸ਼ਤਾ ਹੈਗੀ ਫੈਡਰਲਿਜ਼ਮ ਸਰਕਾਰ ਦੀ। ਤਾਂ ਸੰਘੀ ਰਾਜ ਦੇ ਵਿੱਚ ਸੰਵਿਧਾਨ ਕਠੋਰ ਹੋਣਾ ਚਾਹੀਦਾ ਹੈ ਤਾਂ ਜੋ ਸ਼ਾਸਕ ਦਲ, ਕਿਉਂਕਿ ਬਹੁਤ ਸਾਰੇ ਦਲ ਹੁੰਦੇ ਹੈਗੇ ਨੇਗੇ, ਇੱਕ ਤਾਂ ਨੈਸ਼ਨਲ ਪੱਧਰ ਦੇ ਹੋ ਜਾਂਦੇ ਆ, ਇੱਕ ਰਾਜ ਪੱਧਰ ਦੇ ਹੋ ਜਾਂਦੇ ਹੈ, ਤੇ ਇਹ ਆਪਣੇ ਸ਼ਾਸਕ ਦਲ ਜਿਹੜੇ ਹੈਗੇ ਉਹ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਦੇ ਲਈ ਇਸ ਦੇ ਵਿੱਚ ਕੋਈ ਆਸਾਨੀ ਦੇ ਨਾਲ ਬਦਲਾਅ ਨਾ ਕਰ ਸਕੇ। ਇਸੇ ਕਾਰਨ ਕਰਕੇ ਹੀ ਜਿਹੜਾ ਕਹਿ ਸਕਦੇ ਹੈਗੇ ਫੈਡਰਲਿਜ਼ਮ ਦੇ ਵਿੱਚ ਸੰਵਿਧਾਨ ਕਠੋਰ ਹੋਣਾ ਜ਼ਰੂਰੀ ਹੈ। ਭਾਰਤ ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਤਰਮੀਮ ਕਰਨ ਦੇ ਲਈ, ਸੋਧ ਕਰਨ ਦੇ ਲਈ ਇਸ ਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਤੇ ਇੱਕ ਚੀਜ਼ ਹੋਰ ਨੋਟ ਕਰ ਲਿਓ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਸੋਧ ਕਰਨ ਦੇ ਲਈ ਕਿਹੜਾ ਆਰਟੀਕਲ ਸੰਬੰਧਿਤ ਹੈ, ਤਾਂ ਤੁਸੀਂ ਇਸ ਦੀ ਆਪਸ਼ਨ ਲਗਾਓਗੇ ਜੀ 368 ਨੰਬਰ ਆਰਟੀਕਲ ਜਿਹੜਾ ਹੈ ਇਸ ਦੇ ਅਧੀਨ ਅਸੀਂ ਸਾਡੇ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਰ ਸਕਦੇ ਹਾਂ। ਇਹ ਕਨਸੈਪਟ ਲਿਆ ਕਿੱਥੋਂ ਸੀਗਾ ਅਸੀਂ? ਇਹ ਲਿਆ ਸੀਗਾ ਜੀ ਸਾਊਥ ਅਫਰੀਕਾ ਤੋਂ। ਓਕੇ, ਸਾਊਥ ਅਫਰੀਕਾ ਤੋਂ ਅਸੀਂ ਇਹ ਕਨਸੈਪਟ ਲਿਆ ਸੀ ਕਿ ਸਾਡੇ ਸੰਵਿਧਾਨ ਦੇ ਵਿੱਚ ਸੋਧ ਕਿਹੜੀਆਂ ਪ੍ਰਕਿਰਿਆਵਾਂ ਦੇ ਨਾਲ ਹੋਊਗੀ। ਆਰਟੀਕਲ 360 ਦੇ ਵਿੱਚ ਹੈ, ਸਾਊਥ ਅਫਰੀਕਾ ਦਾ ਕਨਸੈਪਟ ਹੈ। ਤੇ 3 ਤਰੀਕਿਆਂ ਦੇ ਨਾਲ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਸੋਧ ਕੀਤੀ ਜਾ ਸਕਦੀ ਹੈ, ਜੋ ਕਿ ਇਹਦੀ ਕਠੋਰਤਾ, ਲਚਕੀਲਾਪਣ ਨੂੰ ਜਿਹੜਾ ਹੈ, ਫਲੈਕਸੀਬਿਲਿਟੀ ਨੂੰ ਜਿਹੜਾ ਹੈ ਸ਼ੋ ਕਰਦੀ ਹੈਗੀ ਆ। ਪਹਿਲਾ ਤਰੀਕਾ ਉਹ ਹੈ ਜਿਸ ਦੇ ਅਧੀਨ ਸੰਸਦ ਜਿਹੜਾ ਹੈ ਉਹ ਕੇਵਲ ਸਧਾਰਨ ਬਹੁਮਤ ਦੇ ਨਾਲ ਹੀ ਠੀਕ ਹੈ ਇਸ ਦੇ ਵਿੱਚ ਬਦਲ ਸਕਦੀ ਹੈ ਕੋਈ ਵੀ ਚੀਜ਼। ਠੀਕ ਹੈ, ਕੋਈ ਵੀ ਚੇਂਜ ਕਰ ਸਕਦੀ ਹੈ, ਉਹ ਵੀ ਸਧਾਰਨ ਬਹੁਮਤ ਦੇ ਨਾਲ। ਕੋਈ ਜ਼ਰੂਰੀ ਨਹੀਂ ਹੈ ਕਿ ਇੰਨਾ ਬਹੁਮਤ ਹੋਣਾ ਚਾਹੀਦਾ, ਕੋਈ ਵੀ ਚੀਜ਼ ਹੈ ਨਾ, ਸੋ ਇਸ ਦੇ ਅਧੀਨ ਉਹ ਕਰ ਸਕਦੀ ਹੈ। ਇਹ ਚੀਜ਼ ਸ਼ੋ ਕਰਦੀ ਹੈ ਕਿ ਇਹਦੇ ਵਿੱਚ ਲਚਕੀਲਾਪਣ ਹੈ। ਮਤਲਬ ਲਚਕੀਲੇਪਣ ਦਾ ਮਤਲਬ ਹੈ ਕਿ ਸਧਾਰਨ ਬਹੁਮਤ ਦੇ ਨਾਲ ਇਹਦੇ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ, ਕੋਈ ਜ਼ਿਆਦਾ ਦਿੱਕਤ ਨਹੀਂ ਹੈ, ਬਟ ਬਹੁਮਤ ਮਿਲਣਾ ਜ਼ਰੂਰੀ ਹੈ। ਇਹ ਚੀਜ਼ ਵੀ ਯਾਦ ਰੱਖਣੀ ਹੈ। ਦੂਸਰਾ ਤਰੀਕਾ ਹੈ ਉਹ ਭਾਗ ਜਿਸ ਨੂੰ ਬਦਲਣ ਦੇ ਲਈ ਸੰਸਦ ਦੇ ਦੋਹਾਂ ਸਦਨਾਂ ਦੇ ਆਪਣੇ ਆਪਣੇ ਕੁੱਲ ਮੈਂਬਰਾਂ ਦੀ ਗਿਣਤੀ ਦਾ ਸਪਸ਼ਟ ਬਹੁਮਤ ਅਤੇ ਹਾਜ਼ਰ ਤੇ ਵੋਟ ਦੇਣ ਵਾਲਿਆਂ ਦੇ 2/3 ਬਹੁਮਤ ਦਾ ਹੋਣਾ ਜ਼ਰੂਰੀ ਹੈਗਾ। ਇੱਥੇ ਸਧਾਰਨ ਸੀ, ਜ਼ਰੂਰੀ ਨਹੀਂ ਸੀ, ਬਟ ਬਹੁਮਤ ਹੋਣਾ ਜ਼ਰੂਰੀ ਸੀਗਾ, ਫਿਕਸ ਨਹੀਂ ਸੀਗਾ। ਬਟ ਇੱਥੇ ਇਹਨਾਂ ਨੇ ਕਿਹਾ ਹੈ ਕਿ 2/3 ਬਹੁਮਤ ਮਿਲਣਾ ਜ਼ਰੂਰੀ ਹੈ। ਕਿੱਥੋਂ ਦਾ? ਆਪਣੇ ਆਪਣੇ ਸਦਨ ਜਾਣੀ ਕਿ ਲੋਕ ਸਭਾ ਦਾ ਤੇ ਰਾਜ ਸਭਾ ਦੋਨਾਂ ਦਾ, ਅਤੇ ਇਸ ਤੋਂ ਇਲਾਵਾ ਹਾਜ਼ਰ ਅਤੇ ਵੋਟ ਦੇਣ ਵਾਲਿਆਂ ਦਾ ਦੋਨਾਂ ਦਾ ਮਿਲਾ ਕੇ ਜਿਹੜਾ ਹੈ 2/3 ਬਹੁਮਤ ਮਿਲਣਾ ਜ਼ਰੂਰੀ ਹੈ। ਇਹ ਚੀਜ਼ ਸ਼ੋ ਕਰਦੀ ਹੈ ਕਿ ਸਾਡਾ ਸੰਵਿਧਾਨ ਜਿਹੜਾ ਹੈ ਉਹ ਬੜਾ ਕਠੋਰ ਹੈ, ਇਹਦੇ ਵਿੱਚ ਸੋਧ ਕਰਨੀ ਮੁਸ਼ਕਿਲ ਹੈ ਕਿਉਂਕਿ ਇਹਨਾਂ ਬਹੁਮਤ ਮਿਲਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਤੀਸਰੀ ਸੋਧ ਤੀਸਰੇ ਤਰੀਕੇ ਦੇ ਨਾਲ ਉਹ ਹੈ ਜਿਸ ਨੂੰ ਬਦਲਣ ਦੇ ਲਈ ਸੰਸਦ ਦੇ ਮੈਂਬਰਾਂ ਦੀ ਕੁੱਲ ਗਿਣਤੀ ਦਾ ਸਪਸ਼ਟ ਬਹੁਮਤ
ਹਾਜ਼ਰ ਤੇ ਵੋਟ ਦੇਣ ਵਾਲੇ ਮੈਂਬਰਾਂ ਦੇ 2/3 ਬਹੁਮਤ ਤੋਂ ਇਲਾਵਾ ਘੱਟੋ ਘੱਟ ਅੱਧੇ ਰਾਜ ਵਿਧਾਨ ਮੰਡਲਾਂ ਦਾ ਸਮਰਥਨ ਵੀ ਜ਼ਰੂਰੀ ਹੈ। ਸੋ ਇੱਥੇ ਸਿਰਫ ਕੱਲਾ ਪਾਰਲੀਮੈਂਟ ਹੀ ਜਿਹੜਾ ਯੋਗਦਾਨ ਨਹੀਂ ਪਾਊਗੀ, ਰਾਜਾਂ ਦੀ ਵੀ ਗੱਲ ਕਰ ਦਿੱਤੀ ਇੱਥੇ ਇਹਨਾਂ ਨੇ ਕਿ ਰਾਜਾਂ ਦੀਆਂ ਵਿਧਾਨ ਮੰਡਲ ਤੋਂ ਵੀ ਜਿਹੜੀ ਹੈ ਰਾਏ ਲੈਣੀ ਜ਼ਰੂਰੀ ਹੈ, ਉਹਨਾਂ ਦਾ ਸਮਰਥਨ ਵੀ ਲੈਣਾ ਜ਼ਰੂਰੀ ਹੈ। ਉਹ ਵੀ ਕਿੰਨਾ 2/3, ਫਿਰ ਹੀ ਜਿਹੜਾ ਕਹਿ ਸਕਦੇ ਹੈਗੇ ਆ ਇਹਦੇ ਵਿੱਚ ਸੋਧ ਕੀਤੀ ਜਾ ਸਕਦੀ ਹੈ। ਤਾਂ ਇਹੀ ਚੀਜ਼ ਹੋਊਗੀ ਜੀ, ਇਸ ਦੇ ਬਹੁਤ ਬਹੁਤ ਜ਼ਿਆਦਾ ਕਠੋਰ ਹੋਣ ਦਾ ਸਬੂਤ ਦੇਊਗੀ। ਇੱਥੇ ਪਾਰਲੀਮੈਂਟ ਦਾ ਸੀ ਜ਼ਰੂਰ ਮਿਲ ਜਾਂਦਾ ਉਹਨਾਂ ਨੂੰ ਬਹੁਮਤ, ਬਟ ਇੱਥੇ ਰਾਜਾਂ ਦਾ ਜਿਹੜਾ ਬਹੁਮਤ ਲੈਣਾ ਬਹੁਤ ਬਹੁਤ ਔਖਾ ਹੋ ਜਾਂਦਾ ਹੈ। ਸੋ ਇਸੇ ਕਾਰਨ ਕਰਕੇ ਇਸ ਨੂੰ ਬਹੁਤ ਜ਼ਿਆਦਾ ਕਠੋਰ ਜਿਹੜਾ ਕਿਹਾ ਜਾ ਸਕਦਾ ਹੈ। ਇਹ ਸਾਡੇ ਫੈਡਰਲਿਜ਼ਮ ਦੀ ਜਿਹੜੀ ਵਿਸ਼ੇਸ਼ਤਾ ਬਣ ਜਾਂਦੀ ਹੈ। ਨੈਕਸਟ ਹੈ ਸੁਤੰਤਰ ਨਿਆਂਪਾਲਿਕਾ। ਸੋ ਇਹ ਵੀ ਇੱਕ ਜ਼ਰੂਰੀ ਤੱਥ ਹੈ ਕਿ ਜਿਹੜੇ ਖੇਤਰ ਦੇ ਵਿੱਚ, ਜਿਹੜੇ ਰਾਜ ਦੇ ਵਿੱਚ, ਜਿਹੜੇ ਦੇਸ਼ ਦੇ ਵਿੱਚ ਜਿਹੜੀ ਨਿਆਂਪਾਲਿਕਾ ਹੈ ਉਹ ਸੁਤੰਤਰ ਹੋਵੇਗੀ ਤਾਂ ਉੱਥੇ ਜਿਹੜਾ ਕਹਿ ਸਕਦੇ ਹਾਂ ਇਹ ਜ਼ਰੂਰੀ ਹੋ ਜਾਊਗਾ ਕਿ ਫੈਡਰਲਿਜ਼ਮ ਹੀ ਹੋਊਗਾ, ਕਿਉਂਕਿ ਜਿੱਥੋਂ ਦੀ ਸੁਪਰਮੈਂਸੀ, ਜਿੱਥੋਂ ਦੀ ਜਿਹੜੀ ਕਹਿ ਸਕਦੇ ਹਾਂ ਨਾ ਜੁਡੀਸ਼ਰੀ ਇੰਡੀਪੈਂਡੈਂਟ ਹੋਵੇਗੀ, ਕਿਸੇ ਵਿਅਕਤੀ ਦੇ, ਕਿਸੇ ਰਾਜੇ ਦੇ ਅਧੀਨ ਨਹੀਂ ਹੋਵੇਗੀ, ਤਾਂ ਉੱਥੇ ਫਿਰ ਜ਼ਰੂਰੀ ਹੈ ਕਿ ਸੰਘਾਤਮਕ ਸ਼ਾਸਨ ਪ੍ਰਣਾਲੀ ਹੈ, ਇੱਕ ਹੀ ਹੈ ਨਾ, ਸੋ ਹੈੱਡ ਹੈ ਉਹ, ਉਸ ਦੇ ਅਧੀਨ ਉਸ ਨੂੰ ਕੰਮ ਕਰਨਾ ਪਊਗਾ। ਠੀਕ ਹੈ, ਇਸੇ ਦੀ ਐਗਜ਼ਾਮਪਲ ਹੈ ਕਿ ਸਾਡੇ ਭਾਰਤ ਦੇ ਵਿੱਚ ਜਿਹੜੀ ਸੁਤੰਤਰ ਨਿਆਂਪਾਲਿਕਾ ਹੈ, ਇੰਡੀਪੈਂਡੈਂਟ ਜੁਡੀਸ਼ਰੀ ਹੈ, ਇਹਦਾ ਸਬੂਤ ਕੀ ਹੈ ਕਿ ਭਾਰਤ ਦੀ ਜੱਜਾਂ ਦੀ ਜਿਹੜੀ ਨਿਯੁਕਤੀ ਹੈ ਉਹ ਕੋਈ ਇੱਕ ਵਿਅਕਤੀ ਨਹੀਂ ਕਰਦਾ ਹੈਗਾ, ਹੈ ਨਾ। ਹਾਲਾਂਕਿ ਕਰਦਾ ਇੱਕ ਵਿਅਕਤੀ ਹੈ, ਬਟ ਇਹ ਨਹੀਂ ਹੈ ਕਿ ਕੋਈ ਆਪਣੀ ਮਰਜ਼ੀ ਦੇ ਨਾਲ ਜਿਹਨੂੰ ਚਾਹੇ ਚੁਣ ਸਕਦਾ ਹੈ ਤੇ ਬਾਅਦ ਦੇ ਵਿੱਚ ਉਹਦੇ ਅਨੁਸਾਰ ਆਪਣੇ ਹੈ ਨਾ ਕੰਮ ਕਢਾ ਸਕਦਾ ਹੋਵੇ, ਇਹ ਚੀਜ਼ ਨਹੀਂ ਹੈ। ਸੋ ਸਾਡੇ ਜੱਜਾਂ ਦੀ ਜਿਹੜੀ ਨਿਯੁਕਤੀ ਹੈ ਉਹ ਰਾਸ਼ਟਰਪਤੀ ਕਰਦਾ ਹੈਗਾ ਗਾ, ਤੇ ਰਾਸ਼ਟਰਪਤੀ ਇਸ ਨੂੰ ਇਕੱਲੇ ਰੂਪ ਦੇ ਵਿੱਚ ਨਹੀਂ ਸੰਭਵ ਕਰਦਾ। ਉਹ ਜੋ ਮੁੱਖ ਜੱਜ ਹੈਗੇ ਨੇ ਜਾਂ ਉਹਨਾਂ ਦੇ ਕੁਝ ਜਿਹੜੇ ਦੂਜੇ ਜੱਜ ਨੇ ਉਹਨਾਂ ਦੀ ਸਲਾਹ ਲਊਗਾ, ਇਕੱਲੇ ਤੌਰ ਦੇ ਉੱਪਰ ਜਿਹੜਾ ਹੈ ਰਾਸ਼ਟਰਪਤੀ ਇਸ ਨੂੰ ਨਹੀਂ ਚੁਣ ਸਕਦਾ। ਇਹੀ ਚੀਜ਼ ਇਸ ਦੀ ਇੰਡੀਪੈਂਡੈਂਸ ਨੂੰ ਜਿਹੜਾ ਹੈ ਸ਼ੋ ਕਰਦੀ ਹੈਗੀ ਆ ਕਿ ਜਿਹੜੀ ਸਾਡੀ ਨਿਆਂਪਾਲਿਕਾ ਹੈ ਇਹ ਸੁਤੰਤਰ ਹੈ, ਕਿਸੇ ਇੱਕ ਸੰਸਥਾ ਜਾਂ ਇੱਕ ਵਿਅਕਤੀ ਦੇ ਅਧੀਨ ਨਹੀਂ ਆਉਂਦੀ ਹੈਗੀ। ਦੂਜਾ ਪੁਆਇੰਟ ਇਹਦੇ ਵਿੱਚ ਇਹ ਆਉਂਦਾ ਹੈ ਕਿ ਜੱਜਾਂ ਦਾ ਜਿਹੜਾ ਕਾਰਜਕਾਲ ਹੈ ਉਹ ਵੀ ਸੁਰੱਖਿਅਤ ਹੈ। ਇਹ ਨਹੀਂ ਹੈ ਕਿ ਜੇ ਕਿਸੇ ਨੇ ਮੰਨ ਲਓ ਨਹੀਂ ਕੰਮ ਕੀਤਾ, ਕਿਸੇ ਜੱਜ ਨੇ ਨਹੀਂ ਕੰਮ ਕੀਤਾ ਤਾਂ ਰਾਸ਼ਟਰਪਤੀ ਉਸ ਨੂੰ ਹਟਾ ਦੂਗਾ ਜਾਂ ਪ੍ਰਧਾਨ ਮੰਤਰੀ, ਨਹੀਂ, ਇਸ ਤਰ੍ਹਾਂ ਨਹੀਂ ਹੋਊਗਾ। ਸੋ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇਗੇ ਉਹ 65 ਸਾਲ ਦੀ ਉਮਰ ਤੱਕ ਹੀ ਕੰਮ ਕਰਨਗੇ। ਹਾਈ ਕੋਰਟ ਦੇ ਜਿਹੜੇ ਜੱਜ ਹੈਗੇ ਨੇਗੇ ਉਹ 62 ਸਾਲ ਦੀ ਉਮਰ ਤੱਕ ਹੀ ਕੰਮ ਕਰਨਗੇ। ਕੋਈ ਬੰਦਾ ਉਹਨਾਂ ਨੂੰ ਨਹੀਂ ਹਟਾ ਸਕਦਾ ਨਿਸ਼ਚਿਤ ਕਾਰਜਕਾਲ ਤੋਂ ਪਹਿਲਾਂ। ਠੀਕ ਹੈ, ਜੇ ਹਟਾਉਣਾ ਵੀ ਪਊਗਾ ਤਾਂ ਉਸ ਨੂੰ ਕੀ ਕਰਨਾ ਪਊਗਾ ਕਿ ਸੰਸਦ ਦੇ ਦੋਨਾਂ ਸਦਨਾਂ ਮੀਨਜ਼ ਰਾਜ ਸਭਾ ਅਤੇ ਲੋਕ ਸਭਾ ਦੋਨਾਂ ਦੇ 2/3 ਬਹੁਮਤ ਮਿਲਣਾ ਜ਼ਰੂਰੀ ਹੈ, ਫਿਰ ਹੀ ਉਹਨਾਂ ਨੂੰ ਹਟਾਇਆ ਜਾ ਸਕਦਾ ਹੈਗਾ। ਓਕੇ, ਸੋ ਅਜਿਹਾ ਬਹੁਮਤ ਮਿਲਣਾ ਬਹੁਤ ਬਹੁਤ ਜ਼ਿਆਦਾ ਜਿਹੜਾ ਟਫ ਹੈ। ਸੋ ਅਜਿਹੀ ਐਗਜ਼ਾਮਪਲ ਇੱਕ ਮਿਲਦੀ ਹੈਗੀ, ਇੱਕ ਸਾਡੇ ਮੁੱਖ ਜੱਜ ਸੀਗੇ ਰਾਮਾ ਸਵਾਮੀ। ਓਕੇ, ਰਾਮਾ ਸਵਾਮੀ ਸੀਗੇ, ਉਹਨਾਂ ਦੇ ਪ੍ਰਤੀ ਜਿਹੜਾ ਹੈ ਇਹ ਦੋਸ਼ ਲਗਾਇਆ ਗਿਆ ਸੀਗਾ ਜਿਹਨੂੰ ਅਸੀਂ ਇੰਪੀਚਮੈਂਟ ਕਹਿ ਦਿੰਦੇ ਹੈਗੇ। ਓਕੇ, ਇੰਪੀਚਮੈਂਟ ਇਹ ਅਸੀਂ ਜਿਹੜਾ ਉਹਨਾਂ ਤੋਂ ਮਤਲਬ ਲਿਆ ਹੋਇਆ ਹੈ ਕਨਸੈਪਟ। ਇਸ ਦੇ ਅਧੀਨ ਜਿਹੜਾ ਕਹਿ ਸਕਦੇ ਹਾਂ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਮਹਾਦੋਸ਼ ਦਾ ਮੁਕੱਦਮਾ ਕਹਿ ਦਿੰਦੇ ਹਾਂ, ਇਹਦੇ ਅਧੀਨ ਅਸੀਂ ਮੁੱਖ ਜੱਜ ਨੂੰ ਹਟਾ ਸਕਦੇ ਹੈਗੇ ਹਾਂ। ਪਰ ਇਹ ਵੀ ਇੱਕ ਵਾਰੀ ਹੀ ਅਜਿਹੀ ਐਗਜ਼ਾਮਪਲ ਦੇਖਣ ਨੂੰ ਮਿਲੀ ਹੈ, ਉਹ ਵੀ ਰਾਮਾ ਸਵਾਮੀ ਸੀਗਾ। ਠੀਕ ਹੈ, ਸੋ ਬਟ ਇਹਦੇ ਪ੍ਰਤੀ ਵੀ ਜਿਹੜਾ ਹੈ 2/3 ਬਹੁਮਤ ਨਾ ਮਿਲਣ ਕਰਕੇ ਉਸਨੂੰ ਹਟਾਇਆ ਨਹੀਂ ਗਿਆ ਸੀ। ਹੋਰ ਕੋਈ ਵਿਅਕਤੀ ਦੂਸਰਾ ਇਹੋ ਜਿਹਾ ਆਏ ਨਹੀਂ ਹੈਗਾ ਜਿਹਦੇ ਪ੍ਰਤੀ ਇਹ ਲਗਾਇਆ ਜਾ ਸਕੇ। ਓਕੇ, ਹੁਣ ਇਹ ਵੀ ਯਾਦ ਰੱਖਣਾ ਹੈ ਕਿ ਇੰਪੀਚਮੈਂਟ ਜਿਹੜੀ ਹੈ ਇਹ ਅਸੀਂ ਲੈਤੀ ਹੈਗੀ ਹੈ USA ਤੋਂ ਕਨਸੈਪਟ। ਠੀਕ ਹੈ, ਭਾਰਤ ਦੇ ਵਿੱਚ ਸੁਪਰੀਮ ਕੋਰਟ ਦੀ ਵਿਵਸਥਾ ਜਿਹੜੀ ਹੈ ਇਹ ਵੀ USA ਤੋਂ ਹੀ ਲੈਤੀ ਹੈਗੀ। ਔਰ ਵਰਤਮਾਨ ਸਮੇਂ ਜਿਹੜਾ ਸਾਡਾ ਮੁੱਖ ਜੱਜ ਹੈ ਉਹਦਾ ਨਾਮ ਹੈ ਜੀ NV ਰਮਨਾ। ਓਕੇ, NV ਰਮਨਾ ਇਹ ਮੁੱਖ ਜੱਜ ਹੈ ਸਾਡਾ, ਇਹ ਵੀ ਤੁਸੀਂ ਯਾਦ ਕਰ ਲੈਣਾ ਨਾਮ ਨਾਲ। ਨੈਕਸਟ ਹੈ ਜੀ ਅਗਲੀ ਵਿਸ਼ੇਸ਼ਤਾ ਨਿਆਂਪਾਲਿਕਾ ਦੀ ਸਰਵਉੱਚਤਾ, ਸੁਪਰਮੈਂਸੀ ਆਫ ਜੁਡੀਸ਼ਰੀ। ਇਹ ਪੁਆਇੰਟ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ। ਅਗਲਾ ਹੈ ਜੀ 2 ਸਦਨੀ ਵਿਧਾਨ ਮੰਡਲੀ, ਬਾਇਕੈਮਰੀਕਲ ਲੈਜਿਸਲੇਚਰ। ਇਹ ਬਹੁਤ ਬਹੁਤ ਜ਼ਰੂਰੀ ਹੈ। ਜਿਵੇਂ ਕਿ ਅਸੀਂ ਗੱਲ ਕਰੀਏ ਸੰਯੁਕਤ ਰਾਜ ਅਮਰੀਕਾ ਦੀ, ਸਵਿਟਜ਼ਰਲੈਂਡ ਦੀ, ਆਸਟ੍ਰੇਲੀਆ ਦੀ, ਕੈਨੇਡਾ ਦੀ, ਤਾਂ ਇਹਨਾਂ ਸਾਰਿਆਂ ਦੇ ਵਿੱਚ ਵਿਧਾਨ ਮੰਡਲਾਂ ਦੀ ਜਿਹੜੀ ਵਿਵਸਥਾ ਹੈ ਉਹ 2 ਸਦਨੀ ਹੈਗੀ, ਜਾਣੀ ਕਿ 2 ਸਦਨ ਨੇਗੇ। ਇੱਕ ਤਾਂ ਹੁੰਦਾ ਹੈ ਅਪਰ ਚੈਂਬਰ, ਦੂਸਰਾ ਹੁੰਦਾ ਹੈ ਲੋਅਰ ਚੈਂਬਰ। ਇਹ ਦੋਨੇ ਹੀ ਦੇਖਣ ਨੂੰ ਮਿਲਦੇ ਹੈਗੇ ਆ ਇਹਨਾਂ ਰਾਜਾਂ ਦੇ ਵਿੱਚ, ਕੈਨੇਡਾ, ਆਸਟ੍ਰੇਲੀਆ, ਸਵਿਟਜ਼ਰਲੈਂਡ, ਸੰਯੁਕਤ ਰਾਜ ਅਮਰੀਕਾ, ਔਰ ਇਹ ਸਾਡੇ ਭਾਰਤ ਦੇ ਵਿੱਚ ਵੀ ਦੇਖਣ ਨੂੰ ਮਿਲਦੇ ਨੇ। ਸੋ ਭਾਰਤ ਦੇ ਵਿੱਚ ਕਿਹੜੇ ਨੇ ਜੀ? 2 ਹੀ ਨੇ। ਸੋ 2 ਹੀ ਕਿਹੜੇ ਆ? ਪਹਿਲਾ ਹੈ ਹੇਠਲਾ ਸਦਨ ਜਿਸ ਨੂੰ ਕਿ ਹਾਊਸ ਆਫ ਪੀਪਲ ਕਿਹਾ ਜਾਂਦਾ ਹੈ, ਤੇ ਅਸੀਂ ਪੰਜਾਬੀ ਦੇ ਵਿੱਚ ਨੂੰ ਲੋਕ ਸਭਾ ਕਹਿੰਦੇ ਹੈਗੇ, ਜਿਹਦੇ ਵਰਤਮਾਨ ਸਮੇਂ 543 ਮੈਂਬਰ ਹੈਗੇ ਨੇਗੇ। ਸੋ ਇਹ ਸਮੂਹਕ ਜਨਤਾ ਦੀ ਜਿਹੜੀ ਪ੍ਰਤੀਨਿਧਤਾ
ਦੇ ਲੋਕਾਂ ਦੀ ਜਿਹੜੀ ਪ੍ਰਤੀਨਿਧਤਾ ਉਸ ਨੂੰ ਪੇਸ਼ ਕਰਦੇ ਹੈਗੇ ਆ ਅਤੇ ਇਹਨਾਂ ਦੀ ਚੋਣ ਜਿਹੜੀ ਹੁੰਦੀ ਹੈ ਉਹ ਬਾਲਗ ਮਤ ਅਧਿਕਾਰ ਦੇ ਨਾਲ ਪ੍ਰਤੱਖ ਰੂਪ ਦੇ ਵਿੱਚ ਇਹਨਾਂ ਦੀ ਚੋਣ ਕੀਤੀ ਜਾਂਦੀ ਹੈ, ਜਿਹਨੂੰ ਅਸੀਂ ਯੂਨੀਵਰਸਲ ਅਡਲਟ ਫਰੈਂਚ ਕਹਿ ਦਿੰਦੇ ਹੈਗੇ। ਇਹ ਯਾਦ ਰੱਖਣਾ ਬਹੁਤ ਵਾਰੀ ਪੁੱਛ ਲੈਂਦੇ ਹੈ, ਯੂਨੀਵਰਸਲ ਅਡਲਟ ਫਰੈਂਚ। ਤੁਸੀਂ ਇਸ ਪੁਆਇੰਟ ਨੂੰ ਹੀ ਟਿਕ ਕਰਨਾ ਹੈ, ਇੰਗਲਿਸ਼ ਦੇ ਵਿੱਚ ਜਿਹੜਾ ਪੁਆਇੰਟ ਆਉਂਦਾ ਹੁੰਦਾ, ਠੀਕ ਹੈ। ਪਿਛਲੀ ਵਾਰ ਮਾਸਟਰ ਗ੍ਰੇਡ ਦੇ ਵਿੱਚ ਵੀ ਕੁਝ ਅਜਿਹਾ ਹੀ ਆਇਆ ਸੀ, ਤਾਂ ਇਸ ਚੀਜ਼ ਨੂੰ ਤੁਸੀਂ ਯਾਦ ਰੱਖਣਾ ਹੈ। ਯੂਨੀਵਰਸਲ ਅਡਲਟ ਫਰੈਂਚ ਹੁੰਦੀ ਹੈਗੀ ਆ। 243 ਇਸ ਦੇ ਮੈਂਬਰ ਹੈਗੇ ਨੇ, ਸੌਰੀ 543। ਦੂਸਰਾ ਸਦਨ ਸਾਡੇ ਭਾਰਤ ਦੇ ਵਿੱਚ ਹੈ, ਉੱਪਰਲਾ ਸਦਨ, ਇਹ ਹੈ ਜੀ ਰਾਜ ਸਭਾ, ਜਿਹਨੂੰ ਕਾਉਂਸਲ ਆਫ ਸਟੇਟ ਕਿਹਾ ਜਾਂਦਾ ਹੈਗਾ, ਤੇ ਸੰਘ ਦੀਆਂ ਇਕਾਈਆਂ ਦੀ ਜਿਹੜੀ ਪ੍ਰਤੀਨਿਧਤਾ ਕਰਦਾ ਹੈ, ਜਾਣੀ ਕਿ ਇਹ ਸੰਘ ਨੂੰ ਪ੍ਰੈਜ਼ੈਂਟ ਕਰਦਾ ਹੈ, ਭਾਰਤ ਨੂੰ ਪ੍ਰੈਜ਼ੈਂਟ ਕਰਦਾ ਹੈਗਾ। ਓਕੇ, ਔਰ ਇਹਦੇ ਵਿੱਚ ਰਾਜਾਂ ਦੀ ਗੱਲ ਕੀਤੀ ਜਾਂਦੀ ਹੈ, ਇਹ ਰਾਜਾਂ ਦੀ ਪ੍ਰਤੀਨਿਧਤਾ ਕਰਦਾ ਹੈਗਾ। ਸੋ ਇਹਨਾਂ ਦੀ ਚੋਣ ਜਿਹੜੀ ਹੈ ਉਹ ਰਾਜਾਂ ਦੀਆਂ ਵਿਧਾਨ ਸਭਾ ਦੇ ਮੈਂਬਰਾਂ ਦੁਆਰਾ ਅਨੁਪਾਤਕ ਪ੍ਰਤੀਨਿਧਤਾ ਦੇ ਆਧਾਰ ਦੇ ਉੱਪਰ ਕੀਤੀ ਜਾਂਦੀ ਹੈਗੀ ਆ, ਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਕਰਦੀਆਂ ਹੈਗੀਆਂ ਨੇ, ਨਾ ਕਿ ਲੋਕ ਚੁਣਦੇ ਹੈਗੇ ਨੇ। ਇਹ ਦੋ ਸਦਨ ਹੈਗੇ ਨੇ। ਇਹਦੇ ਆਧਾਰ ਦੇ ਉੱਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਦੀ ਵੰਡ ਵੀ ਕੀਤੀ ਗਈ ਹੈ, ਤੇ ਇਹੀ ਸਬੂਤ ਦਿੰਦੇ ਹੈ ਕਿ ਭਾਰਤ ਦੇ ਵਿੱਚ ਫੈਡਰਲਿਜ਼ਮ ਜਿਹੜਾ ਹੈ ਉਹ ਮੌਜੂਦ ਹੈਗਾ। ਠੀਕ ਹੈ ਜੀ, ਇਹ ਸੀਗੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਫੈਡਰਲਿਜ਼ਮ ਦੀਆਂ ਸੀਗੀਆਂ, ਮੇਨ ਜੀ ਕਿ ਸੰਘਾਤਮਕ ਸ਼ਾਸਨ ਪ੍ਰਣਾਲੀ। ਬਟ ਕੁਝ ਜਿਹੜੇ ਰਾਜਨੀਤਿਕ ਤੌਰ ਦੇ ਉੱਪਰ ਵਿਅਕਤੀ ਨੇ ਉਹ ਇਹ ਵੀ ਸਮਝਦੇ ਕਿ ਭਾਰਤ ਦੇ ਵਿੱਚ ਜਿਹੜਾ ਹੈ ਯੂਨਿਟਰੀ ਨੇਚਰ ਵੀ ਪਾਇਆ ਜਾਂਦਾ ਹੈ, ਇਕਾਤਮਕ ਵੀ ਪਾਇਆ ਜਾਂਦਾ ਹੈ। ਠੀਕ ਹੈ, ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਇਹ ਆਤਮਿਕ ਤੌਰ ਦੇ ਵਿੱਚ ਇਕਾਤਮਕ ਹੀ ਮੰਨਿਆ ਜਾਂਦਾ ਹੈ, ਯਾਨੀ ਕਿ ਇੱਕ ਹੀ ਹੈ, ਔਰ ਇੱਕ ਹੀ ਦਾ ਮਤਲਬ ਹੈ ਕਿ ਇੱਥੇ ਕੇਂਦਰ ਸਰਕਾਰ ਹੀ ਪ੍ਰਮੁੱਖ ਹੈ, ਨਾ ਕਿ ਕੋਈ ਹੋਰ, ਯਾਨੀ ਕਿ ਰਾਜ ਸਰਕਾਰ ਦੀ ਘੱਟ ਭੂਮਿਕਾ ਮੰਨੀ ਜਾਂਦੀ ਹੈ ਇਹਦੇ ਵਿੱਚ। ਕੁਝ ਡੈਫੀਨੇਸ਼ਨ ਨੇ, ਜਿਵੇਂ ਕਿ ਕੇ ਐਮ ਮੁਨਸ਼ੀ, ਇਹ ਨਾ ਯਾਦ ਕਰ ਲਿਓ, ਕਈ ਵਾਰ ਇਸ ਤਰ੍ਹਾਂ ਦੇ ਸ਼ਬਦ ਹੀ ਪੁੱਛ ਲੈਂਦੇ ਵੀ ਇਹ ਕਿਹਨੇ ਸ਼ਬਦ ਕਹੇ ਹੋਏ ਆ। ਕੇ ਐਮ ਮੁਨਸ਼ੀ ਦੇ ਅਨੁਸਾਰ ਭਾਰਤ ਇੱਕ ਸੰਘਾਤਮਕ ਰਾਜ ਨਹੀਂ ਹੈ, ਸਗੋਂ ਇਹ ਇੱਕ ਸੰਘ ਹੈ ਅਤੇ ਕੇਂਦਰੀ ਸਰਕਾਰ ਸੰਪੂਰਨ ਸ਼ਕਤੀਆਂ ਵਾਲੀ ਸੰਘਾਤਮਕ ਸਰਕਾਰ ਨਹੀਂ ਮੰਨੀ ਜਾਂਦੀ ਹੈਗੀ, ਕੇਂਦਰ ਸਰਕਾਰ। ਠੀਕ ਹੈ ਜੀ। ਨੈਕਸਟ ਹੈ ਜੀ ਡਾਕਟਰ ਵੀਰ ਸੋਏ ਦੇ ਅਨੁਸਾਰ ਭਾਰਤੀ ਸੰਵਿਧਾਨ ਨੇ ਅਜਿਹੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਹੈ ਜੋ ਅਰਧ ਸੰਘਾਤਮਕ ਹੈ ਤੇ ਜੋ ਇਕਾਤਮਕ ਲੱਛਣਾਂ ਵਾਲਾ ਸੰਘਾਤਮਕ ਰਾਜ ਨਹੀਂ ਹੈ, ਸਗੋਂ ਸੰਘਾਤਮਕ ਲੱਛਣਾਂ ਵਾਲਾ ਇਕਾਤਮਕ ਰਾਜ ਮੰਨਿਆ ਜਾਂਦਾ ਹੈ। ਔਰ ਡਾਕਟਰ ਡੀ ਵਾਸੂ ਦੇ ਅਨੁਸਾਰ ਭਾਰਤੀ ਸੰਵਿਧਾਨ ਨਾ ਤਾਂ ਨਿਰੋਲ ਰੂਪ ਦੇ ਵਿੱਚ ਸੰਘਾਤਮਕ ਹੈ ਤੇ ਨਾ ਹੀ ਇਕਾਤਮਕ ਹੈ, ਸਗੋਂ ਦੋਹਾਂ ਪ੍ਰਣਾਲੀਆਂ ਦਾ ਮਿਸ਼ਰਣ ਹੈਗਾ। ਸੋ ਇਸੇ ਆਧਾਰ ਦੇ ਉੱਪਰ ਭਾਰਤ ਦੇ ਵਿੱਚ ਇਹ ਚੀਜ਼ ਮੰਨੀ ਜਾਂਦੀ ਹੈ ਕਿ ਕੁਆਸੀ ਫੈਡਰਲ ਸਟੇਟ ਜਿਹੜਾ ਹੈ ਮੰਨਿਆ ਜਾਂਦਾ ਹੈ। ਮਤਲਬ ਕਿ ਨਾ ਤਾਂ ਇਹ ਕਹਿ ਸਕਦੇ ਹਾਂ ਕਿ ਇਹ ਸੰਘਾਤਮਕ ਹੈ ਤੇ ਨਾ ਹੀ ਇਹ ਕਹਿ ਸਕਦੇ ਹਾਂ ਕਿ ਇਹ ਇਕਾਤਮਕ ਹੈ, ਮਿਕਸ ਜਿਹਾ ਕਹਿ ਸਕਦੇ ਆ। ਓਕੇ, ਸੋ ਇਹ ਕਨਸੈਪਟ ਅਸੀਂ ਕਿੱਥੋਂ ਲੈਤਾ ਹੈ, ਇਹ ਵੀ ਯਾਦ ਕਰ ਲੈਣਾ ਬਈ। ਕੁਆਸੀ ਫੈਡਰਲ ਕਨਸੈਪਟ ਇਹ ਲੈਤਾ ਹੈ ਜੀ ਕੈਨੇਡਾ ਤੋਂ। ਓਕੇ, ਇਹ ਅਸੀਂ ਕੈਨੇਡਾ ਤੋਂ ਲੈਤਾ ਹੈ। ਕੁਆਸੀ ਫੈਡਰਲ ਸਟੇਟ ਇਹ ਕੈਨੇਡਾ ਤੋਂ ਲਿਆ ਗਿਆ ਕਨਸੈਪਟ ਹੈ, ਜੋ ਸਾਡੇ ਸੰਵਿਧਾਨ ਦੇ ਵਿੱਚ ਰੱਖਿਆ ਗਿਆ। ਮਤਲਬ ਅਰਧ ਸੰਘਾਤਮਕ ਰਾਜ ਹੈ, ਨਾ ਤਾਂ ਅਸੀਂ ਕਹਿ ਸਕਦੇ ਪੂਰਨ ਤੌਰ ਤੇ ਇਹ ਸੰਘਾਤਮਕ ਹੈ ਤੇ ਨਾ ਅਸੀਂ ਇਹ ਕਹਿ ਸਕਦੇ ਕਿ ਪੂਰਨ ਤੌਰ ਦੇ ਵਿੱਚ ਇਹ ਇਕਾਤਮਕ ਹੈ। ਇਸੇ ਚੀਜ਼ ਨੂੰ ਹੀ ਯੂਨਿਟਰੀ ਦੇ ਨਾਲ ਪ੍ਰੈਜ਼ੈਂਟ ਕੀਤਾ ਜਾਂਦਾ। ਹੁਣ ਆਪਾਂ ਗੱਲ ਕਰਾਂਗੇ ਇਕਾਤਮਕ ਵਿਸ਼ੇਸ਼ਤਾਵਾਂ ਦੇ ਆਧਾਰ ਦੇ ਉੱਪਰ। ਸੋ ਇਹਦੇ ਵਿੱਚ ਪਹਿਲੀ ਬਣ ਜਾਂਦੀ ਹੈ ਜੀ ਕਿ ਸ਼ਕਤੀਆਂ ਦੀ ਵੰਡ ਜਿਹੜੀ ਹੈ ਉਹ ਕੇਂਦਰ ਦੇ ਪੱਖ ਦੇ ਵਿੱਚ ਹੈ। ਇਹ ਚੀਜ਼ ਸ਼ੋਅ ਕਰਦੀ ਹੈਗੀ ਆ ਕਿ ਭਾਰਤ ਦੇ ਵਿੱਚ ਜਿਹੜਾ ਇਕਾਤਮਕ ਸ਼ਾਸਨ ਪ੍ਰਣਾਲੀ ਲਾਗੂ ਹੈ, ਨਾ ਕਿ ਸੰਘਾਤਮਕ। ਠੀਕ ਹੈ, ਸੋ ਇਹਦੀ ਕੀ ਵਿਸ਼ੇਸ਼ਤਾ ਹੈ ਕਿ ਭਾਰਤ ਦੇ ਜਿਹੜੇ ਆਪਾਂ ਵਿਸ਼ਿਆਂ ਦੀ ਗੱਲ ਕੀਤੀ ਸੀ ਜਿਹਦੇ ਵਿੱਚ ਸਬਜੈਕਟ ਸੀਗੇ ਟੋਟਲੀ, ਠੀਕ ਹੈ, ਔਰ ਆਪਾਂ ਯੂਨੀਅਨ ਸਟੇਟ ਲਿਸਟ ਔਰ ਕੰਕਰੀਟ ਯਾਨੀ ਕਿ ਸਮਵਰਤੀ ਸੂਚੀ ਦੀ ਗੱਲ ਕੀਤੀ ਸੀਗੀ, ਤਾਂ ਇਹਦੇ ਵਿੱਚ ਸਭ ਤੋਂ ਵੱਧ ਵਿਸ਼ੇ ਜਿਹੜੇ ਆ ਉਹ ਕੇਂਦਰ ਸਰਕਾਰ ਕੋਲੇ ਆਉਂਦੇ ਆ। ਕਿੰਨੇ ਸੀਗੇ ਜੀ? ਇਹਦੇ ਵਿੱਚ ਸਾਡੇ ਕੋਲੇ 100 ਵਿਸ਼ਾ ਜਿਹੜਾ ਹੈ ਉਹ ਕੇਂਦਰ ਸਰਕਾਰ ਕੋਲੇ ਆਉਂਦਾ ਸੀ ਤੇ 66 ਵਿਸ਼ੇ ਸੀਗੇ ਜਿਹੜੇ ਉਹ ਸਟੇਟ ਕੋਲੇ ਆਉਂਦੇ ਸੀ। ਸੁਭਾਵਿਕ ਜੀ ਗੱਲ ਹੈ ਕਿ ਸਭ ਤੋਂ ਵੱਧ ਵਿਸ਼ਿਆਂ ਦੇ ਉੱਪਰ ਕਾਨੂੰਨ ਬਣਾਉਣ ਦੀ ਸ਼ਕਤੀ ਜਿਹੜੀ ਹੈ ਉਹ ਕੇਂਦਰ ਕੋਲੇ ਹੈ, ਤਾਂ ਇਸ ਦਾ ਮਤਲਬ ਸਭ ਤੋਂ ਵੱਧ ਕੰਮ ਵੀ ਜਿਹੜੇ ਉਹ ਕੇਂਦਰ ਸਰਕਾਰ ਹੀ ਕਰ ਸਕਦੀ ਹੈ। ਰਾਜ ਕੋਲ ਤਾਂ ਰਾਈ ਥੋੜੇ ਜਿਹੇ ਕੰਮ ਗਏ ਨੇ। ਠੀਕ ਹੈ, ਇਸ ਕਾਰਨ ਕਰਕੇ ਅਸੀਂ ਇਹ ਕਹਿ ਸਕਦੇ ਹੈਗੇ ਆ ਕਿ ਸੰਵਿਧਾਨ ਦੇ ਵਿੱਚ ਸਾਡੇ ਬੇਸ਼ੱਕ ਜਿਹੜਾ ਹੈ ਸੰਘਾਤਮਕ ਸ਼ਾਸਨ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ, ਬਟ ਸਾਡੀ ਕੇਂਦਰ ਸਰਕਾਰ ਜਿਹੜੀ ਹੈ ਉਹ ਮੋਰ ਪਾਵਰਫੁਲ ਹੈ ਕਿਸ ਦੇ ਨਾਲੋਂ ਜੀ? ਸਟੇਟਸ ਦੇ ਨਾਲੋਂ। ਠੀਕ ਹੈ, ਬਟ ਅਸੀਂ ਦੂਜੀ ਸਾਈਡ ਦੇ ਵਿੱਚ ਦੂਸਰੇ ਦੇਸ਼ਾਂ ਨਾਲ ਕੰਪੈਰੀਜ਼ਨ ਕਰੀਏ ਤਾਂ ਉਹਦੇ ਵਿੱਚ USA ਹੈ। ਠੀਕ ਹੈ, ਇਸ ਤੋਂ ਇਲਾਵਾ ਸਵਿਟਜ਼ਰਲੈਂਡ ਹੈਗਾ, ਸਵਿਟਜ਼ਰਲੈਂਡ। ਓਕੇ, ਐਂਡ ਇਸ ਤੋਂ ਇਲਾਵਾ ਆਸਟ੍ਰੇਲੀਆ। ਓਕੇ, ਇਹਨਾਂ ਦੇਸ਼ਾਂ ਦੇ ਵਿੱਚ ਵੀ ਸੰਘਾਤਮਕ ਸ਼ਾਸਨ ਪ੍ਰਣਾਲੀ ਜਿਹੜੀ ਲਾਗੂ ਹੈ, ਬਟ ਇੱਥੇ ਪੂਰਨ ਤੌਰ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਸੰਘਾਤਮਕ ਹੈ। ਕਿਉਂ? ਕਿਉਂਕਿ ਇੱਕ ਤਾਂ ਸੈਂਟਰ ਗਵਰਨਮੈਂਟ ਆ ਗਈ ਹੈ। ਠੀਕ ਹੈ, ਇਹਦੀਆਂ ਜਿੰਨੀਆਂ ਸ਼ਕਤੀਆਂ ਨੇਗੀਆਂ ਉਹ ਸੈਂਟਰ ਵਰਤ ਰਹੀ ਹੈ, ਬਟ ਇਸ ਤੋਂ ਇਲਾਵਾ ਸਾਰੀਆਂ ਬਚੀਆਂ ਹੋਈਆਂ ਸ਼ਕਤੀਆਂ ਜਿਹੜੀਆਂ ਨੇ
ਉਹ ਸਟੇਟ ਗਵਰਨਮੈਂਟ ਨੂੰ ਸੌਂਪ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਉਹ ਆਪਣੇ ਅਨੁਸਾਰ ਜਿਹੜੇ ਕਾਨੂੰਨ ਬਣਾ ਸਕਣ। ਠੀਕ ਹੈ, ਯਾਨੀ ਕਿ ਮੋਰ ਪਾਵਰਫੁਲ ਨੇ ਇੱਥੇ ਸਟੇਟਸ, ਬਰਾਬਰ ਦੀ ਸ਼ਕਤੀ ਹੈ, ਇਹ ਨਹੀਂ ਹੈ ਕਿਸੇ ਨੂੰ ਵੱਧ ਹੈ ਜਾਂ ਕਿਸੇ ਨੂੰ ਘੱਟ ਹੈ, ਬਟ ਭਾਰਤ ਦੇ ਵਿੱਚ ਅਜਿਹਾ ਨਹੀਂ ਹੈ। ਭਾਰਤ ਦੇ ਵਿੱਚ ਕੇਂਦਰ ਸਰਕਾਰ ਕੋਲੇ ਵੱਧ ਸ਼ਕਤੀਆਂ ਨੇ, 100 ਵਿਸ਼ਿਆਂ ਦੇ ਉੱਪਰ ਕਾਨੂੰਨ ਬਣਾਉਣ ਦੀ ਸ਼ਕਤੀ ਹੈਗੀ ਆ। ਦੂਸਰਾ ਹੈ ਜੀ ਰਾਜ ਸੂਚੀ ਦੇ ਵਿੱਚ ਕੇਂਦਰ ਦਾ ਦਖਲ ਦੇਣਾ। ਸੋ ਇਹ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹੈਗੇ ਆ ਕਿ ਭਾਰਤੀ ਸੰਵਿਧਾਨ ਦੇ ਵਿੱਚ ਜਿਹੜੀਆਂ ਸੂਚੀਆਂ ਨੇ ਉਹਨਾਂ ਦੇ ਵਿੱਚ 100 ਵਿਸ਼ਿਆਂ ਦੇ ਉੱਪਰ ਕੇਂਦਰ ਸਰਕਾਰ ਕਾਨੂੰਨ ਬਣਾਉਂਦੀ ਹੈ, ਬਾਕੀ ਦੇ 66 ਵਿਸ਼ਿਆਂ ਦੇ ਉੱਪਰ ਜਿਹੜਾ ਕਾਨੂੰਨ ਬਣਾਉਣ ਦੀ ਸ਼ਕਤੀ ਹੈ ਉਹ ਸਟੇਟ ਕੋਲੇ ਹੈਗੀ। ਠੀਕ ਹੈ, ਹੁਣ ਉਹਨੇ ਆਪਦੇ ਵਿਸ਼ਿਆਂ ਦੇ ਉੱਪਰ ਤਾਂ ਕਾਨੂੰਨ ਬਣਾਉਣੇ ਨੇ ਕੇਂਦਰ ਸਰਕਾਰ ਨੇ, ਬਟ ਇੱਥੇ ਇਹ ਵੀ ਹੈ ਕਿ ਜਿਹੜੇ ਸਟੇਟ ਦੇ ਵਿਸ਼ੇ ਨੇਗੇ 66 ਉਹਦੇ ਵਿੱਚ ਵੀ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਦਖਲ ਅੰਦਾਜ਼ੀ ਕਰਦੀ ਹੈ ਆਪਣੀ ਮਰਜ਼ੀ ਦੇ ਨਾਲ, ਜਦੋਂ ਉਹਨੂੰ ਲੱਗੇ ਉਹ ਕਾਨੂੰਨ ਬਣਾ ਦਿੰਦੀ ਹੈਗੀ ਆ। ਠੀਕ ਹੈ, ਤੇ ਉੱਥੇ ਕਾਨੂੰਨ ਜਿਹੜਾ ਹੈ ਉਹ ਸੁਣਦੇ ਨਹੀਂ ਹੈਗੇ ਆਪਣੀ ਮਰਜ਼ੀ ਦੇ ਨਾਲ ਜਦੋਂ ਵੀ ਚਾਹੇ, ਕਿਉਂਕਿ ਰਾਜ ਸਭਾ ਜਿਹੜੀ ਹੈ ਇਹਦੇ ਵਿੱਚ ਇੰਟਰਫੇਅਰ ਕਰ ਸਕਦੀ ਹੈਗੀ। ਠੀਕ ਹੈ, ਔਰ ਐਮਰਜੈਂਸੀ ਦੇ ਦੌਰਾਨ ਜਿਹੜਾ ਹੈ ਇਸ ਪ੍ਰਤੀ ਕਾਨੂੰਨ ਬਣਾਇਆ ਜਾ ਸਕਦਾ ਹੈ। ਜੇਕਰ ਸੰਵਿਧਾਨਕ ਮਸ਼ੀਨਰੀ ਫੇਲ ਹੋ ਜਾਵੇ ਤਦ ਵੀ ਇੱਥੇ ਕਾਨੂੰਨ ਬਣਾਇਆ ਜਾ ਸਕਦਾ ਹੈ। ਠੀਕ ਹੈ, ਜੇ ਰਾਜ ਜਿਹੜੇ ਆ ਬੇਨਤੀ ਕਰਨ, ਠੀਕ ਹੈ, ਰਾਜਾਂ ਨੂੰ ਲੱਗੇ ਕਿ ਸਾਡੇ ਕਾਨੂੰਨ ਸਾਡੇ ਤੋਂ ਨਹੀਂ ਬਣਾਏ ਜਾ ਸਕਦੇ ਹੈਗੇ, ਸਾਨੂੰ ਜ਼ਰੂਰਤ ਹੈ ਕੇਂਦਰ ਦੀ, ਤਾਂ ਉਹ ਕਾਨੂੰਨ ਬਣਾ ਸਕਦੇ ਹੈਗੇ ਆ। ਅੰਤਰਰਾਸ਼ਟਰੀ ਸਮਝੌਤਿਆਂ ਦੇ ਦੌਰਾਨ ਜਿਹੜਾ ਕਹਿ ਸਕਦੇ ਹੈਗੇ ਆ ਜ਼ਰੂਰਤ ਪੈ ਜਾਂਦੀ ਹੈਗੀ ਆ, ਤਾਂ ਇੱਥੇ ਸਾਰੇ ਕਾਨੂੰਨ ਜਿਹੜੇ ਆ ਫਿਰ ਕੇਂਦਰ ਸਰਕਾਰ ਹੀ ਬਣਾਉਂਦੀ ਆ, ਤੇ ਰਾਜ ਸੂਚੀ ਦੇ ਵਿੱਚ ਯਾਨੀ ਕਿ ਰਾਜ ਦੇ ਜਿਹੜੇ ਵਿਸ਼ੇ ਨੇ ਉਹਨਾਂ ਦੇ ਵਿੱਚ ਕੇਂਦਰ ਸਰਕਾਰ ਦਖਲਅੰਦਾਜ਼ੀ ਕਰਦੀ ਹੈ। ਓਕੇ, ਜਿਹਦੇ ਆਧਾਰ ਦੇ ਉੱਪਰ ਕਹਿ ਸਕਦੇ ਹਾਂ ਕਿ ਇੱਥੇ ਰਾਜ ਕੋਲੇ ਸ਼ਕਤੀਆਂ ਘਟ ਜਾਂਦੀਆਂ ਨੇ ਤੇ ਕੇਂਦਰ ਕੋਲੇ ਸ਼ਕਤੀਆਂ ਵੱਧ ਜਾਂਦੀਆਂ ਨੇ। ਸਿੰਪਲ ਜੀ ਡੈਫੀਨੇਸ਼ਨ ਹੈ। ਨੈਕਸਟ ਹੈ ਜੀ ਤੀਸਰਾ, ਸੰਸਦ ਕੋਲ ਨਵੇਂ ਰਾਜਾਂ ਦਾ ਨਿਰਮਾਣ ਕਰਨ, ਹੱਦਾਂ ਬਦਲਣ ਅਤੇ ਪੁਨਰ ਗਠਨ ਕਰਨ ਦਾ ਜਿਹੜਾ ਅਧਿਕਾਰ ਆ ਉਹ ਦਿੱਤਾ ਗਿਆ ਹੈ। ਠੀਕ ਹੈ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਜਿੱਥੇ ਸੰਘਾਤਮਕ ਸ਼ਾਸਨ ਪ੍ਰਣਾਲੀ ਹੋਊਗੀ ਉੱਥੇ ਰਾਜਾਂ ਦੀ ਪਰਮਿਸ਼ਨ ਤੋਂ ਬਿਨਾ ਜੇਕਰ ਰਾਜ ਨਹੀਂ ਚਾਹੁੰਦੇ ਤਾਂ ਸੰਘ ਜਿਹੜਾ ਹੈ ਮਤਲਬ ਕਿ ਕੇਂਦਰ ਜਿਹੜਾ ਹੈ ਉਹ ਕਿਸੇ ਤਰ੍ਹਾਂ ਦੀ ਤਬਦੀਲੀ ਨਹੀਂ ਕਰ ਸਕਦਾ, ਬਟ ਭਾਰਤ ਦੇ ਵਿੱਚ ਅਜਿਹਾ ਨਹੀਂ ਹੈ। ਸੋ ਇੱਥੇ ਜਦੋਂ ਜੀ ਚਾਹੇ ਸੈਂਟਰ ਗਵਰਨਮੈਂਟ ਕਿਸੇ ਵੀ ਖੇਤਰ ਦੇ ਕਿਸੇ ਵੀ ਰਾਜ ਦੀ ਬਾਉਂਡਰੀ ਦੇ ਵਿੱਚ ਤਬਦੀਲੀ ਕਰ ਸਕਦੀ ਹੈ, ਕਿਸੇ ਨੂੰ ਵੀ ਰਾਜਧਾਨੀ ਘੋਸ਼ਿਤ ਕਰ ਸਕਦੀ ਹੈ, ਕੋਈ ਵੀ ਨਾਮ ਦੇ ਸਕਦੀ ਹੈਗੀ ਆ, ਯਾਨੀ ਕਿ ਕੋਈ ਬੰਦਸ਼ ਹੀ ਨਹੀਂ ਹੈਗੀ। ਸੋ ਇੱਥੇ ਸਿੰਪਲ ਜਿਹਾ ਇਹ ਚੀਜ਼ ਵੱਲ ਡਿਫਾਈਨ ਹੁੰਦਾ ਹੈ, ਇਹੀ ਕਲੀਅਰ ਹੁੰਦਾ ਹੈ ਕਿ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਹੈ ਉਹ ਮੋਰ ਪਾਵਰਫੁਲ ਹੈ। ਸੋ ਸਟੇਟਾਂ ਨੂੰ ਇੱਥੇ ਕੋਈ ਜਿਹੜੇ ਅਧਿਕਾਰ ਹੀ ਨਹੀਂ ਹੈਗੇ। ਠੀਕ ਹੈ, ਅਗਰ ਦੂਸਰੀ ਸਾਈਡ ਅਸੀਂ USA ਦੀ ਗੱਲ ਕਰੀਏ ਤਾਂ ਉੱਥੇ ਅਜਿਹਾ ਨਹੀਂ ਹੈ। ਜਿੰਨਾ ਟਾਈਮ ਉੱਥੇ ਸਟੇਟ ਨਹੀਂ ਕਹਿੰਦੀ, ਰਾਜ ਨਹੀਂ ਕਹਿੰਦਾ ਕਿ ਮੈਂ ਇਸ ਦਾ ਨਾਮ ਬਦਲਣਾ ਹੈ ਜਾਂ ਬਾਉਂਡਰੀ ਵਧਾਉਣੀ ਘਟਾਉਣੀ ਹੈ, ਉਹਨਾਂ ਟਾਈਮ ਕੇਂਦਰ ਉੱਥੇ ਕੁਝ ਨਹੀਂ ਕਰ ਸਕਦੀ। ਬਟ ਸਾਡੇ ਭਾਰਤ ਦੇ ਵਿੱਚ ਪਤਾ ਨਹੀਂ ਕਿੰਨੇ ਵਾਰ ਕੀ ਕੁਝ ਹੋ ਚੁੱਕਿਆ ਹੈ ਨਾ, ਜਿਵੇਂ 1956 ਦੇ ਵਿੱਚੋਂ ਸਾਡੇ ਭਾਰਤ ਦੀ ਵੰਡ ਸ਼ੁਰੂ ਹੋਈ ਹੈ, ਰਾਜਾਂ ਦਾ ਪੁਨਰਗਠਨ ਸ਼ੁਰੂ ਹੋਇਆ, ਜਿਹਦੇ ਵਿੱਚ ਆਂਧਰਾ ਪ੍ਰਦੇਸ਼ ਪਹਿਲਾ ਰਾਜ ਬਣਾਇਆ ਗਿਆ, ਫਿਰ ਉਸ ਤੋਂ ਬਾਅਦ ਪੰਜਾਬ ਬਣਾਇਆ ਗਿਆ 1966 ਦੇ ਵਿੱਚ। ਠੀਕ ਹੈ, ਵੱਖ-ਵੱਖ ਸਮੇਂ ਦੇ ਵਿੱਚ ਇਹ ਬਾਉਂਡਰੀ ਜਿਹੜੀ ਵੱਧਦੀ ਘਟਦੀ ਰਹੀ ਹੈ, ਕਦੇ ਹਰਿਆਣਾ ਬਣਾਤਾ, ਕਦੇ ਹਿਮਾਚਲ ਨੂੰ ਦੇਤੇ, ਕਦੇ ਜ਼ਿਲ੍ਹਾ ਵੱਡਾ ਛੋਟਾ ਕਰਤਾ, ਆਪਦੀ ਮਰਜ਼ੀ ਨਾਲ ਜੋ ਕਰੀ ਜਾਂਦੇ ਹਨ। ਸੋ ਸਾਰਾ ਕੁਝ ਚੱਲੀ ਜਾਂਦਾ ਹੈ। ਨੈਕਸਟ ਹੈ ਜੀ ਸੰਵਿਧਾਨਕ ਸੋਧਾਂ ਦੇ ਵਿੱਚ ਸੰਘ ਦੀ ਸ੍ਰੇਸ਼ਟਤਾ। ਸੋ ਇਹ ਵੀ ਜ਼ਰੂਰੀ ਹੋਏਗਾ। ਸੋ ਵੈਸੇ ਤਾਂ ਆਪਾਂ ਗੱਲ ਕੀਤੀ ਹੈਗੀ ਹੈ ਕਿ ਜੇਕਰ ਜ਼ਰੂਰਤ ਪਊਗੀ ਤਾਂ ਰਾਜਾਂ ਦਾ ਜਿਹੜਾ ਕਹਿ ਸਕਦੇ ਹੈਗੇ ਆ ਨਾ ਬਹੁਮਤ ਲੈਣਾ ਜ਼ਰੂਰੀ ਹੋ ਜਾਂਦਾ ਹੈ ਰਾਜਾਂ ਦੀ ਵਿਧਾਨ ਮੰਡਲ ਦਾ, ਬਟ ਕੇਂਦਰ ਸਰਕਾਰ ਆਪਦੀ ਮਰਜ਼ੀ ਦੇ ਨਾਲ ਜਦੋਂ ਜੀ ਚਾਹੇ ਆਰਟੀਕਲ 368 ਦੇ ਅਧੀਨ ਭਾਰਤੀ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਜਿਹੜੀ ਹੈ ਉਹ ਕਰ ਸਕਦੀ ਹੈ, ਕੋਈ ਰੋਕ ਟੋਕ ਨਹੀਂ ਹੈ। ਬਟ ਉਹਨਾਂ ਦੇ ਲਈ ਕੀ ਹੈ ਕਿ ਪਾਰਲੀਮੈਂਟ ਦਾ ਜਿਹੜਾ ਉਹਨਾਂ ਨੂੰ 2/3 ਬਹੁਮਤ ਜ਼ਰੂਰੀ ਹੈ। ਸੋ ਇੱਥੇ ਕੇਂਦਰ ਸਰਕਾਰ ਹੀ ਪਾਵਰਫੁਲ ਹੈ ਕਿਉਂਕਿ ਕੇਂਦਰ ਕੋਲ ਹੀ ਸੰਵਿਧਾਨ ਹੈ। ਠੀਕ ਹੈ, ਰਾਜਾਂ ਦਾ ਤਾਂ ਆਪਣਾ ਕੋਈ ਸੰਵਿਧਾਨ ਹੈ ਹੀ ਨਹੀਂਗਾ। ਸੋ ਇਸ ਕਰਕੇ ਜਿਹੜਾ ਕਹਿੰਦੇ ਕੋਈ ਵੱਖਰਾ ਸੰਵਿਧਾਨ ਤਾਂ ਹੈ ਨਹੀਂ ਤਾਂ ਕਿ ਉਹਦੇ ਵਿੱਚੋਂ ਸੋਧ ਕਰ ਲੈਣਗੇ। ਇਹ ਕੇਂਦਰ ਹੀ ਹੈ ਤੇ ਕੇਂਦਰ ਹੀ ਅਮੈਂਡਮੈਂਟ ਕਰ ਸਕਦਾ ਹੈ, ਉਹਨਾਂ ਕੋਲ ਸੰਵਿਧਾਨ ਪਿਆ ਹੈ, ਇਸ ਲਈ ਉਹ ਜ਼ਿਆਦਾ ਪਾਵਰਫੁਲ ਹੈ ਇਸ ਦੇ ਨਾਲੋਂ। ਓਕੇ, ਨੈਕਸਟ ਹੈ ਜੀ ਰਾਸ਼ਟਰਪਤੀ ਦੀ ਸੰਕਟਕਾਲੀ ਸ਼ਕਤੀ। ਸੋ ਇਹ ਵੀ ਇੱਕ ਸ਼ੋਅ ਕਰਦੀ ਹੈ ਕਿ ਭਾਰਤ ਦੇ ਵਿੱਚ ਇਕਾਤਮਕ ਸ਼ਾਸਨ ਪ੍ਰਣਾਲੀ ਹੀ ਹੈ। ਕਿਸ ਤਰ੍ਹਾਂ ਕਹਿ ਸਕਦੇ ਹੈਗੇ ਜੀ ਆਪਾਂ ਕਿ ਭਾਰਤ ਦੇ ਵਿੱਚ ਇਕਾਤਮਕ ਸ਼ਾਸਨ ਪ੍ਰਣਾਲੀ ਰਾਸ਼ਟਰਪਤੀ ਦੇ ਨਾਲ ਕਿਵੇਂ ਲੱਗੀ ਹੋਈ ਹੈ। ਸੋ ਇਹਦੇ ਅਧੀਨ ਰਾਸ਼ਟਰਪਤੀ ਨੂੰ 3 ਸ਼ਕਤੀਆਂ ਦਿੱਤੀਆਂ ਗਈਆਂ ਨੇ। ਇੱਕ ਤਾਂ ਹੈ ਆਰਟੀਕਲ 352, ਦੂਸਰਾ ਹੈ ਆਰਟੀਕਲ 356 ਔਰ ਤੀਸਰਾ ਹੈ ਆਰਟੀਕਲ 360। ਆਰਟੀਕਲ 352 ਦੇ ਅਧੀਨ ਹੁੰਦਾ ਹੈ ਜੇਕਰ ਕੋਈ ਬਾਹਰੀ ਸੰਕਟ ਆ ਗਿਆ ਹੈ, ਠੀਕ ਹੈ, ਕੋਈ ਮਤਲਬ ਕਿ ਹਮਲਾ ਹੋ ਗਿਆ ਹੈ, ਠੀਕ ਹੈ, ਜਾਂ ਕਹਿ ਸਕਦੇ ਹਾਂ ਹਥਿਆਰਬੰਦ ਅੰਦੋਲਨ ਸ਼ੁਰੂ ਹੋ ਗਿਆ ਹੈਗਾ, ਉਸ ਸਥਿਤੀ ਦੇ ਵਿੱਚ ਭਾਰਤ ਦੇ ਵਿੱਚ ਐਮਰਜੈਂਸੀ ਲਗਾਈ ਜਾ ਸਕਦੀ ਹੈਗੀ ਭਾਰਤ ਦੇ ਰਾਸ਼ਟਰਪਤੀ ਦੇ ਦੁਆਰਾ। ਔਰ ਧਿਆਨ ਰੱਖਿਆ ਜਾਵੇ ਕਿ ਇੱਥੇ ਰਾਜਾਂ ਦੀ ਫਿਰ ਸੁਣੀ ਨਹੀਂ ਜਾਂਦੀ ਹੈਗੀ, ਰਾਜਾਂ ਦੀਆਂ ਸਾਰੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਰਾਸ਼ਟਰਪਤੀ ਦੇ ਕੋਲੇ ਚਲੀਆਂ ਜਾਂਦੀਆਂ ਨੇ। ਠੀਕ ਹੈ, ਔਰ ਇਹ ਜਾਣਕਾਰੀ ਕੌਣ ਦਿੰਦਾ ਹੈ ਇਹ ਵੀ ਯਾਦ ਰੱਖਣਾ, ਇਹ ਰਾਜਪਾਲ ਹੋਊਗਾ ਜਿਹੜਾ ਕਿ ਦੱਸੂਗਾ ਕਿ ਸਾਡੇ ਇਸ ਖੇਤਰ ਦੇ ਵਿੱਚ ਸਾਨੂੰ ਐਮਰਜੈਂਸੀ ਦੀ ਜ਼ਰੂਰਤ ਹੈਗੀ। ਠੀਕ ਹੈ,
ਇਹ ਹਥਿਆਰਬੰਦ ਹੈ। ਬਾਹਰੀ ਹਮਲਾ ਇਸ ਕਰਕੇ ਪ੍ਰਮੁੱਖ ਸ਼ਕਤੀ ਰਾਸ਼ਟਰਪਤੀ ਦੇ ਕੋਲ ਹੀ ਹੋਊਗੀ, ਠੀਕ ਹੈ। ਬਟ ਰਾਜਪਾਲ ਜਿਹੜਾ ਹੈ ਉਹ ਸਟੇਟ ਦੇ ਵਿੱਚ ਜ਼ਿਆਦਾ ਕੰਮ ਕਰੂਗਾ। ਉਹ ਕਦੋਂ ਕਰੂਗਾ ਜੀ, ਜਦੋਂ ਆਰਟੀਕਲ 356 ਦੇ ਅਧੀਨ ਸੰਵਿਧਾਨਕ ਮਸ਼ੀਨਰੀ ਫੇਲ ਹੋ ਗਈ ਹੈਗੀ ਹੈ। ਕਿ ਸੰਵਿਧਾਨਕ ਮਸ਼ੀਨਰੀ ਫੇਲ ਹੋ ਜਾਂਦੀ ਹੈ, ਮਤਲਬ ਕਿ ਸੰਵਿਧਾਨ ਦੇ ਅਨੁਸਾਰ ਲੋਕ ਨਹੀਂ ਚੱਲਦੇ ਹੈਗੇ, ਤਾਂ ਉਸ ਸਥਿਤੀ ਦੇ ਦੌਰਾਨ ਜਿਹੜਾ ਕਹਿ ਸਕਦੇ ਹੈਗੇ ਆ ਕਿ ਆਰਟੀਕਲ 356 ਦੇ ਅਧੀਨ ਐਮਰਜੈਂਸੀ ਲਗਾਈ ਜਾਂਦੀ ਹੈ ਅਤੇ ਇਹ ਸੰਦੇਸ਼ ਜਿਹੜਾ ਹੈ ਉਹ ਰਾਜਪਾਲ ਪਹੁੰਚਾਉਂਦਾ ਹੈ ਕਿ ਭਈ ਮੇਰੇ ਰਾਜ ਦੇ ਵਿੱਚ, ਮੇਰੇ ਖੇਤਰ ਦੇ ਵਿੱਚ ਲੋਕ ਸੰਵਿਧਾਨ ਦੇ ਅਨੁਸਾਰ ਨਹੀਂ ਚੱਲ ਰਹੇ ਹੈਗੇ, ਤਾਂ ਫਿਰ ਉੱਥੇ ਰਾਸ਼ਟਰਪਤੀ ਰਾਜ ਲਾਗੂ ਹੋ ਜਾਂਦਾ ਤੇ ਰਾਜ ਸਰਕਾਰ ਦੀਆਂ ਸ਼ਕਤੀਆਂ ਖਤਮ ਹੋ ਜਾਂਦੀਆਂ ਨੇ, ਸਿਰਫ ਕੇਂਦਰ ਹੀ ਜਿਹੜਾ ਪ੍ਰਮੁੱਖ ਰਹਿ ਜਾਂਦਾ ਹੈ। ਓਕੇ, ਤੀਸਰੀ ਹੁੰਦੀ ਹੈ ਆਰਟੀਕਲ 360 ਦੇ ਅਧੀਨ। ਇਸ ਦੇ ਅਧੀਨ ਜਿਹੜਾ ਹੈ ਵਿੱਤੀ ਸੰਕਟ ਹੈ। ਜੇਕਰ ਕਿਸੇ ਤਰ੍ਹਾਂ ਦਾ ਕੋਈ ਵਿੱਤੀ ਸੰਕਟ ਪੈ ਜਾਂਦਾ ਹੈ ਭਾਰਤ ਦੇ ਉੱਪਰ, ਤਾਂ ਫਿਰ ਭਾਰਤ ਦੇ ਵਿੱਚ ਰਾਸ਼ਟਰਪਤੀ ਜਿਹੜਾ ਹੈ ਨਾ ਐਮਰਜੈਂਸੀ ਲਾਗੂ ਕਰ ਸਕਦਾ ਹੈ ਫਾਈਨੈਂਸ਼ੀਅਲ ਦੇ ਅਧੀਨ, ਅਤੇ ਰਾਜ ਦੀਆਂ ਸਾਰੀਆਂ ਸ਼ਕਤੀਆਂ ਜਿਹੜੀਆਂ ਫਿਰ ਉਹ ਰਾਸ਼ਟਰਪਤੀ ਦੇ ਕੋਲੇ ਚਲੀਆਂ ਜਾਂਦੀਆਂ ਨੇ। ਓਕੇ, ਸੋ ਵੈਰੀ ਇੰਪੋਰਟੈਂਟ ਹੈ। ਸੋ ਧਿਆਨ ਰੱਖਣਾ, ਇਹ ਵੀ ਯਾਦ ਰੱਖ ਲੈਣਾ ਹੈ ਕਿ ਆਰਟੀਕਲ 356 ਜਿਹੜਾ ਹੈ ਇਹ 3 ਵਾਰ ਲਾਗੂ ਹੋਇਆ ਹੈਗਾ ਅਤੇ ਆਰਟੀਕਲ 356 ਜਿਹੜਾ ਹੈ ਉਹ 121 ਵਾਰ ਲਾਗੂ ਹੋਇਆ ਹੈ। ਆਰਟੀਕਲ 360 ਜਿਹੜਾ ਹੈ ਇਹ ਕਦੇ ਵੀ ਲਾਗੂ ਨਹੀਂ ਹੋਇਆ ਹੈਗਾ ਐਮਰਜੈਂਸੀ ਦੌਰਾਨ, ਠੀਕ ਹੈ। ਜਦੋਂ ਸਾਰੀਆਂ ਸ਼ਕਤੀਆਂ ਰਾਸ਼ਟਰਪਤੀ ਕੋਲੇ ਚਲੀਆਂ ਜਾਂਦੀਆਂ ਤਾਂ ਰਾਜ ਸਰਕਾਰ ਦੀ ਭੂਮਿਕਾ ਹੀ ਖਤਮ ਹੋ ਜਾਂਦੀ ਹੈ, ਜਿਹਦੇ ਆਧਾਰ ਦੇ ਉੱਪਰ ਇਹ ਕਹਿ ਸਕਦੇ ਕਿ ਸਾਰੀਆਂ ਸ਼ਕਤੀਆਂ ਤਾਂ ਫਿਰ ਕੇਂਦਰ ਸਰਕਾਰ ਕੋਲੇ ਹੈ, ਤਾਂ ਇਹ ਫਿਰ ਯੂਨਿਟਰੀ ਸਿਸਟਮ ਹੀ ਹੋਊਗਾ। ਓਕੇ, ਅਗਲਾ ਹੈ ਜੀ ਰਾਜਾਂ ਦੇ ਵੱਖਰੇ ਸੰਵਿਧਾਨ ਦੀ ਅਣਹੋਂਦ। ਤਾਂ ਭਾਰਤ ਦੇ ਵਿੱਚ ਇੱਕ ਹੀ ਸੰਵਿਧਾਨ ਹੈ, ਠੀਕ ਹੈ, ਜਿਹੜਾ ਕੇਂਦਰ ਦੇ ਵਿੱਚ ਪਿਆ ਹੈ, ਸੁਪਰੀਮ ਕੋਰਟ ਦੇ ਅਧੀਨ ਕੰਮ ਕਰਦੇ ਹੈ। ਓਕੇ, ਪਰ ਰਾਜਾਂ ਦੇ ਵਿੱਚ ਅਜਿਹਾ ਕੋਈ ਅਲੱਗ ਤੋਂ ਸੰਵਿਧਾਨ ਨਹੀਂ ਹੈ, ਠੀਕ ਹੈ। ਇੱਕ ਰਾਜ ਸੀਗਾ ਸਾਡੇ ਕੋਲੇ, ਉਹ ਵਾਲਾ ਸੀ ਜੀ ਜੰਮੂ ਐਂਡ ਕਸ਼ਮੀਰ, ਇਹਦਾ ਆਪਣਾ ਵੱਖਰਾ ਸੰਵਿਧਾਨ ਸੀਗਾ, ਕੌਨਸਟੀਟਿਊਸ਼ਨ ਸੀਗਾ, ਬਟ ਇਸ ਨੂੰ ਵੀ ਖੋਲ੍ਹਿਆ ਗਿਆ ਹੈ ਜੀ ਕਦੋਂ, 2020 ਦੇ ਵਿੱਚ। ਸੋ ਇਸ ਦਾ ਵੱਖਰਾ ਸੰਵਿਧਾਨ ਨਹੀਂ ਹੈ, ਇਹ ਸਾਡੇ ਇੰਡੀਆ ਦੇ ਕੌਨਸਟੀਟਿਊਸ਼ਨ ਦੇ ਅਧੀਨ ਹੀ ਕੰਮ ਕਰਦਾ ਹੈ, ਠੀਕ ਹੈ। ਸੋ ਜਿੱਥੇ ਰਾਜਾਂ ਦੇ ਸੰਵਿਧਾਨ ਵੱਖਰੇ ਹੋਣਗੇ, ਜਿਵੇਂ ਕਿ USA ਦੇ ਵਿੱਚ ਹੈ, ਸਵਿਟਜ਼ਰਲੈਂਡ ਦੇ ਵਿੱਚ ਹੈ, ਤਾਂ ਉੱਥੇ ਅਸੀਂ ਕਹਿ ਸਕਦੇ ਹਾਂ ਕਿ ਸੰਘਾਤਮਕ ਸ਼ਾਸਨ ਪ੍ਰਣਾਲੀ ਹੈ, ਯਾਨੀ ਕਿ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਬਟ ਫਿਰ ਇੱਥੇ ਨਹੀਂ ਬਣਦੀ, ਕਿਉਂਕਿ ਸਾਡੇ ਰਾਜਾਂ ਕੋਲ ਤਾਂ ਆਪਣੇ ਵੱਖਰੇ ਸੰਵਿਧਾਨ ਹੈ ਹੀ ਨਹੀਂ, ਇਹ ਤਾਂ ਸਿਰਫ ਸੈਂਟਰ ਗਵਰਨਮੈਂਟ ਕੋਲ ਹੀ ਹੈਗੇ ਆ। ਓਕੇ, ਨੈਕਸਟ ਹੈ ਜੀ ਇੱਕ ਹੈਗਾ ਸੰਗਠਿਤ ਨਿਆਂ ਪ੍ਰਬੰਧ, ਸਿੰਗਲ ਇੰਟੀਗ੍ਰੇਟਡ ਜੁਡੀਸ਼ਰੀ ਹੈਗੀ ਹੈ ਜੀ। ਸੋ ਇਹਦੇ ਵਿੱਚ ਸਾਡੀ ਸੁਪਰੀਮ ਕੋਰਟ ਹੀ ਹੈੱਡ ਹੈਗੀ, ਠੀਕ ਹੈ। ਸੋ ਹੋਰ ਕੁਝ ਵੀ ਨਹੀਂ ਕਹਿ ਸਕਦੇ ਆਪਾਂ ਇਹਦੇ ਵਿੱਚ। ਜ਼ਿਆਦਾ ਧਿਆਨ ਰੱਖਣਾ ਕਿ ਜੇਕਰ ਮੰਨ ਲਓ ਅਸੀਂ ਰਾਜਾਂ ਦੇ ਵਿੱਚ ਸਾਡੀਆਂ ਹਾਈ ਕੋਰਟਸ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਕੋਈ ਮਸਲਾ ਲਾਗੂ ਕਰ ਦਿੰਦੇ ਹਾਂ ਤੇ ਉੱਥੇ ਸਾਨੂੰ ਪੂਰਾ ਨਿਆਂ ਨਹੀਂ ਮਿਲਦਾ, ਫਿਰ ਅਸੀਂ ਆਖਰ ਦੇ ਵਿੱਚ ਕਿੱਥੇ ਜਾਂਦੇ ਹਾਂ ਜੀ, ਸੁਪਰੀਮ ਕੋਰਟ ਕੋਲੇ। ਤਾਂ ਫਿਰ ਸਾਡੀ ਏਕਾਤਮਕ ਸਿਸਟਮ ਜਿਹੜਾ ਹੈ ਉਹਦਾ ਸੁਪਰੀਮ ਕੋਰਟ ਹੈ, ਕਿਉਂਕਿ ਅਸੀਂ ਆਪਣੇ ਫੈਸਲੇ ਦੇ ਪ੍ਰਤੀ ਅੱਗੇ ਵੀ ਜਾ ਸਕਦੇ ਹਾਂ, ਉਹ ਹੈ ਸੁਪਰੀਮ ਕੋਰਟ, ਠੀਕ ਹੈ, ਸਰਵਉੱਚ ਅਦਾਲਤ। ਇੱਥੇ ਜਾ ਕੇ ਅਸੀਂ ਆਪਣੇ ਫੈਸਲੇ ਦੀ ਜਿਹੜੀ ਸੁਣਵਾਈ ਆ ਉਹ ਕਰਵਾ ਸਕਦੇ ਹੈਗੇ ਆ। ਇਹਦਾ ਮਤਲਬ ਕੀ ਹੈ ਕਿ ਸਿਰਫ ਕੇਂਦਰ ਹੀ ਪ੍ਰਮੁੱਖ ਹੈਗਾ, ਵੰਡ ਨਹੀਂ ਕੀਤੀ ਗਈ, ਕਿਉਂਕਿ ਹਾਈ ਕੋਰਟ ਦੇ ਨਾਲੋਂ ਜ਼ਿਆਦਾ ਪਾਵਰਫੁਲ ਸੁਪਰੀਮ ਕੋਰਟ ਹੈ, ਇਸ ਕਾਰਨ ਕਰਕੇ। ਨੈਕਸਟ ਹੈ ਜੀ ਰਾਜ ਸਰਕਾਰਾਂ ਲਈ ਕੇਂਦਰ ਦਾ ਆਦੇਸ਼ ਮੰਨਣਾ ਜ਼ਰੂਰੀ ਹੈ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜੇ ਕੇਂਦਰ ਸਰਕਾਰ ਨੇ ਕੋਈ ਕਾਨੂੰਨ ਪਾਸ ਕਰ ਦਿੱਤਾ ਹੈ ਤਾਂ ਰਾਜ ਸਰਕਾਰ ਨੂੰ ਫਿਰ ਉਸ ਨੂੰ ਫੋਲੋ ਕਰਾਉਣਾ ਵੀ ਜ਼ਰੂਰੀ ਹੋਊਗਾ। ਓਕੇ, ਧਿਆਨ ਰੱਖਣਾ ਕਿ ਅਨੁਛੇਦ ਨੇਗੇ 2 ਪੁੱਛ ਲੈਂਦੇ ਹੁੰਦੇ ਕਈ ਵਾਰ। ਆਰਟੀਕਲ 256 ਸੁਣ ਲਿਓ ਉਸ ਨੂੰ। ਓਕੇ, ਧਿਆਨ ਨਾਲ। ਆਰਟੀਕਲ 256 ਦੇ ਅਧੀਨ ਹਰੇਕ ਰਾਜ ਨੂੰ ਆਪਣੀ ਕਾਰਜਕਾਰੀ ਸ਼ਕਤੀ ਦੀ ਵਰਤੋਂ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਕਿ ਜਿਸ ਨਾਲ ਸੰਸਦ ਦੁਆਰਾ ਬਣਾਏ ਗਏ ਕਾਨੂੰਨਾਂ ਨੂੰ ਪਾਲਣਾ ਜ਼ਰੂਰ ਹੋ ਸਕੇ, ਠੀਕ ਹੈ। ਮਤਲਬ ਕਿ ਕੇਂਦਰ ਸਰਕਾਰ ਦੇ ਜਿਹੜੇ ਕਹਿ ਸਕਦੇ ਹਾਂ ਕਾਨੂੰਨ ਨੇ ਉਹਨਾਂ ਦੀ ਪਾਲਣਾ ਕਰਨਾ ਜ਼ਰੂਰੀ ਹੋ ਜਾਂਦੀ ਹੈ, ਪਾਲਣਾ ਕਰਨਾ ਜ਼ਰੂਰੀ ਹੋ ਜਾਂਦੀ ਹੈ। ਇਹ ਆਰਟੀਕਲ 256 ਦੇ ਵਿੱਚ ਹੈ। ਔਰ ਦੂਸਰਾ ਹੈ ਜੀ ਆਰਟੀਕਲ 257, ਦੋਨੇ ਇਕੱਠੇ ਹੀ ਹੈਗੇ ਨੇ। ਇਹਦੇ ਅਧੀਨ ਵਿਵਸਥਾ ਕੀਤੀ ਗਈ ਹੈ ਰਾਜ ਸਰਕਾਰਾਂ ਆਪਣੀਆਂ ਕਾਰਜਕਾਰੀ ਸ਼ਕਤੀਆਂ ਦੀ ਵਰਤੋਂ ਅਜਿਹੇ ਤਰੀਕੇ ਦੇ ਨਾਲ ਕਰਨਗੀਆਂ ਜਿਸ ਨਾਲ ਕੇਂਦਰ ਸਰਕਾਰ ਦੀਆਂ ਕਾਰਜਕਾਰੀ ਸ਼ਕਤੀਆਂ ਦੇ ਵਿੱਚ ਕੋਈ ਰੁਕਾਵਟ ਨਾ ਪਵੇ, ਠੀਕ ਹੈ। ਸੋ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਹੋਣੀ ਚਾਹੀਦੀ ਕੇਂਦਰ ਸਰਕਾਰ ਦੇ ਕੰਮਾਂ ਦੇ ਵਿੱਚ। ਇਹ ਚੀਜ਼ ਵੀ ਸ਼ੋਅ ਕਰਦੀ ਹੈ ਕਿ ਕੇਂਦਰ ਸਰਕਾਰ ਜ਼ਿਆਦਾ ਪਾਵਰਫੁਲ ਹੈ ਕਿਸ ਦੇ ਨਾਲੋਂ ਜੀ, ਸਟੇਟ ਦੇ ਨਾਲੋਂ, ਕਿਉਂਕਿ ਕੇਂਦਰ ਦੁਆਰਾ ਜਿਹੜੇ ਕਾਨੂੰਨ ਪਾਸ ਹੋਏ ਨੇ ਉਹਨਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਸਟੇਟ ਦੇ ਲਈ। ਆਰਟੀਕਲ 256 ਦੇ ਅਧੀਨ, 257 ਦੇ ਅਧੀਨ ਕਿ ਰਾਜ ਕੋਈ ਇਹੋ ਜਿਹਾ ਕਾਨੂੰਨ ਬਣਾ ਹੀ ਨਹੀਂ ਸਕਦਾ ਜਿਹਦੇ ਨਾਲ ਉਸ ਦੇ ਕੰਮਾਂ ਦੇ ਵਿੱਚ ਕੋਈ ਰੁਕਾਵਟ ਪਵੇ। ਨੈਕਸਟ ਹੈ ਜੀ ਰਾਸ਼ਟਰਪਤੀ ਦੁਆਰਾ ਰਾਜਪਾਲਾਂ ਦੀ ਨਿਯੁਕਤੀ। ਇਹ ਵੀ ਬਹੁਤ ਜ਼ਿਆਦਾ ਕਹਿ ਸਕਦੇ ਇਫੈਕਟਿਵ ਤਰੀਕਾ ਹੈ ਜਿਹਦੇ ਨਾਲ ਅਸੀਂ ਇਹ ਕਹਿ ਸਕਦੇ ਹੈਗੇ ਹਾਂ ਕਿ ਰਾਜਪਾਲ ਜਿਹੜਾ ਹੈ ਨਾ ਉਹ ਰਾਸ਼ਟਰਪਤੀ ਦੇ ਅਧੀਨ ਕੰਮ ਕਰਦਾ ਹੈ ਅਤੇ ਰਾਸ਼ਟਰਪਤੀ ਜਿਹੜਾ ਹੈ ਉਹ ਕੇਂਦਰ ਦਾ ਹੁੰਦਾ ਹੈ ਨਾ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਫਿਰ ਜਿਵੇਂ ਰਾਸ਼ਟਰਪਤੀ ਚਾਹੂਗਾ ਕਿਉਂਕਿ ਉਸੇ ਤਰੀਕੇ ਦੇ ਨਾਲ ਹੀ ਰਾਜ ਦੇ ਵਿੱਚ ਵਾਪਰੂਗਾ। ਕਾਰਨ ਇਹ ਹੈ ਕਿਉਂਕਿ ਰਾਸ਼ਟਰਪਤੀ ਦੀ ਜਿਹੜੀ ਨਿਯੁਕਤੀ ਹੈ ਉਹ ਤਾਂ ਰਾਜ
सॉरी राजपाल की जिहड़ी नियुक्ति है वो तो राष्ट्रपति करूगा, तो फिर राष्ट्रपति ही अपने अनुसार काम करूगा। तो ये अधीन आर्टिकल 156 दे विच ये व्यवस्था की गई हैगी है कि राजपाल जिहड़ा है वो राष्ट्रपति की प्रसन्नता तक अपनी पदवी के उपर कायम रह सकता है, जानी कि जदों तक राष्ट्रपति खुश रहूगा, उन्होंने वधिया लगूगा कि भाई राजपाल ठीक है, उदों तक तो उहदे ते रहूगा। जो उन्होंने लगूगा कि नहीं यार ये ठीक नहीं है तो फिर उसनू बदल भी सकता है। ये कई एग्जाम्पल मिलदियां ने। एक बारी 1980 दे विच सी तमिलनाडु दे विचों राजपाल नूं जिहड़ा हटा दिता गया सीगा राष्ट्रपति दे खुश ना होण कारण करके। ओके, इस तो बाद 1981 दे विच राजस्थान दे राजपाल नूं जिहड़ा हटा दिता गया सीगा। ठीक है, ये आपां MCQ दे विच डिस्कस करांगे कि किहड़े-किहड़े सीगे, बाकी मैं तुहानूं लिखा भी दिना इहदे विच ही। फिर इस तो बाद 1992 दे विच नागालैंड दे जिहड़े राजपाल सीगे ਉਹਨੂੰ हटा दिता गया सी किस दे द्वारा जी, राष्ट्रपति के द्वारा। ओके, एंड ध्यान रखना ये सारे जिहड़े फिर इन्हां नूं त्याग पत्र देने पैंदे हैं, क्योंकि राष्ट्रपति के द्वारा चुने जाते तो राष्ट्रपति फिर इन्हां नूं हटा भी सकता हुंदा जेकर इन्हां नूं वधिया ना लगे। ओके, तो 1980 दे विच सीगे जी राजपाल प्रभुदास, ये नोट कर लिओ। ओके, क्योंकि वैसे तो PDF दे विच आउणे नहीं, तो ये प्रभुदास सीगे। राजस्थान दे सीगे जी MM थॉमस, सॉरी RL तिलक, RL तिलक ये राजपाल सीगा जी। ओके, और MM थॉमस सीगे जिहड़े हुण नागालैंड दे सीगे, MM थॉमस। ओके, सो ये इत्थों दे सी। ये राष्ट्रपति की खुशी तक ही पदवी ते रहे सीगे। जदों राष्ट्रपति ने लग्या कि यार मेरे अनुसार काम नहीं करते है, तो फिर उन्होंने इसनूं हटा दिता सीगा, जिहदे कारण करके फिर आप ये कह सकते हाँ कि राजपाल कोल तो कोई शक्ति है ही नहीं गी, जां स्टेट कोल तो कोई शक्ति है नहीं, क्योंकि राजपाल तो जिहड़ा है स्टेट दे विच हुंदा है, तो फिर स्टेट की तो कोई भूमिका ही नहीं रही। तो राष्ट्रपति जदों चाहेगा नूं हटा सकता है, तो राष्ट्रपति ही इन्हां दी तब्दीली भी कर सकता है, ये भी ध्यान च रखना, ट्रांसफर भी कर सकता है, एक राज तो दूजे राज दे विच भी भेज सकता है राष्ट्रपति इन्हां नूं। ठीक है जी, चलिए अगे चलते हाँ। राजपालों की राष्ट्रपति प्रति उत्तरदायिता, सो ये भी ये इनकलूड है जी कि राजपाल जिहड़े होणगे ये राष्ट्रपति के प्रति जिहड़ा कह सकते हैं है ना उत्तरदायी होणगे। जेकर राष्ट्रपति के अधीन काम नहीं करनगे तो हटा दूगा इन्हों, आप पहला गल कर चुके हाँ। सो सेंट्रलाइजेशन प्लैनिंग यानी कि केंद्रित योजनावां होणगियां, जिहड़ियां प्लैनिंग चलणगियां वो सारियां केंद्र सरकार बनाऊगी, राज सरकार नहीं बना सकती हैगी। ओके, ध्यान रखना कि प्लैनिंग कमीशन की भारत दे विच स्थापना की गई सीगी जी 1950 दे विच प्लैनिंग कमीशन। ठीक है, जिन्हों योजना आयोग कह देंगे है, ये 1950 दे विच एस्टैबलिश की गई सी। वर्तमान समय इसका नाम जिहड़ा है वो नीति आयोग कर दिता गया है नरेंद्र मोदी जी के द्वारा, क्योंकि इन्होंने प्लैनिंग कमीशन वधिया नहीं लग्या तो फिर उन्होंने चेंज कर दिता है, हुण इहदा नाम नीति आयोग पै चुक्या है। ओके, ये 1950 दे विच एस्टैबलिश की गई सीगी। प्लैनिंग कमीशन वाले पार्ट दे विच अलग तो समझांगे इसनूं पूरे नूं। ओके, तो जिन्नियां योजनावां होणगियां ये केंद्र सरकार बनाऊगी, इहदे विच ही सरकार जिहड़ी राज सरकार है उसका फंड निर्धारित किया जाऊ कि कितना टैक्स लेना है, किन्ने पैसे उसनूं देने हैं, किसी भी राज नूं कितना पैसा जाना है, वो सब कुछ यही निर्धारित करनगे। ओके, नैक्सट है जी राज नहीं निर्धारित करूगा केंद्र उत्ते राज्यां दी वित्ती निर्भरता। सो आप प्लैनिंग कमीशन की गल की है, प्लैनिंग कमीशन दे विच ही निर्धारित किया जाता है कि किहड़े राज नूं कितना पैसा जिहड़ा है वो दिता जाऊगा, है ना 10% दिता जाऊगा, 20% दिता जाऊगा, ये प्लैनिंग कमीशन ही निर्धारित करूगा। तो फिर इत्थे भी जिहड़ा प्लैनिंग कमीशन है वो केंद्र के द्वारा बनाया जाता, तो फिर इस करके असीं ये कह सकते हैं कि फिर जिहड़े राज ने वो वित्ती सहायता के लिए केंद्र के उपर ही निर्भर ने, सिंपल जिहा है। ओके, सो ये चीज़ भी डिफाइन करती है कि भारत दे विच यूनिटरी सिस्टम जिहड़ा है वो है। ओके, अगले दी दिन सर्व भारतीय सेवावां की व्यवस्था, आल इंडिया सर्विस जिन्हों AIS सर्विस आप कह दें हैगे। ओके, सो इन्हां सारिਆਂ ਦੀ ਜਿਹੜੀ नियुक्ति है वो केंद्र सरकार करती हैगी, केंद्र सरकार के द्वारा नियुक्ति की जाऊगी। बट इन्हां दी जिहड़ी जॉब्स होणियां वो कित्थे हुंदियां ने जी, स्टेट गौरमेंट दे विच। ठीक है, यानी कि राज दे विच हुंदियां ने, तो फिर राज जिहड़े वो तो वक्खरे हो गए। ठीक है, उन्हां दी तां मर्जी नहीं चलती हैगी, चुनिया केंद्र सरकार ने है, भेजिया राज दे विच है, राज के कामों के लिए तो वह अपने तरीके नाल चलूगा, यानी कि केंद्र सरकार के कामों के अनुसार चलूगा। ओके, उसकी नियुक्ति करना, उन्होंने हटाउण की जिम्मेवारी ये सारी सेंट्रल गौरमेंट की होगी। नैक्सट होगा जी केंद्रीय हथियारबंद सेनावां नूं राज दे विच लगाउणा। सो यह केंद्र सरकार की जिम्मेवारी है कि जेकर कोई संविधान कमीशन के अनुसार
ਕਿਸੇ ਰਾਜ ਦੇ ਵਿੱਚ ਕੰਮ ਨਹੀਂ ਹੋ ਰਿਹਾ ਤਾਂ ਫਿਰ ਉੱਥੇ ਕੇਂਦਰ ਸਰਕਾਰ ਜਿਹੜੀ ਹੈ ਹਥਿਆਰਬੰਦ ਫੌਜ ਭੇਜ ਕੇ ਉੱਥੇ ਐਮਰਜੈਂਸੀ ਘੋਸ਼ਿਤ ਕਰ ਸਕਦੀ ਹੈ। ਇਹ ਪੁਆਇੰਟ ਵੀ ਆਪਾਂ ਡਿਸਕਸ ਕਰ ਲਿਆ ਹੈ। ਇੱਕ ਚੋਣ ਕਮਿਸ਼ਨ, ਸੋ ਐਡਾ ਵੱਡਾ ਭਾਰਤ ਹੈ ਜਿਹਦੇ ਵਿੱਚ 28 ਰਾਜ ਹੈਗੇ ਨੇਗੇ, ਓਕੇ, ਤੇ ਬਟ ਚੋਣ ਕਮਿਸ਼ਨ ਕਿਹੜਾ ਹੈ, ਇੱਕ ਹੀ ਹੈ, ਓਕੇ, ਇੱਕ ਹੀ ਚੋਣ ਕਮਿਸ਼ਨ ਹੈ ਜਿਹੜਾ ਕਿ ਪੂਰੇ ਦੇ ਪੂਰੇ ਭਾਰਤ ਦੇ ਵਿੱਚ ਜਿਹੜਾ ਚੋਣਾਂ ਕਰਵਾਉਂਦਾ ਹੈਗਾ ਗਾ। ਬਾਕੀ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਸੈਂਟਰ ਦੀ ਹੀ ਰਹਿ ਜਾਂਦੀ ਹੈਗੀ, ਓਕੇ। ਸੋ ਇਹ ਵੀ ਸਾਨੂੰ ਡਿਫਾਈਨ ਕਰਦਾ ਹੈ ਕਿ ਇੱਕ ਹੀ ਬੰਦਾ ਕੰਟਰੋਲ ਕਰਦਾ, ਇਹਦਾ ਮਤਲਬ ਫਿਰ ਇਹ ਏਕਾਤਮਕ ਸ਼ਾਸਨ ਪ੍ਰਣਾਲੀ ਹੋਊਗੀ। ਨੈਕਸਟ ਹੈ ਜੀ ਵਿੱਤ ਕਮਿਸ਼ਨ ਦੀ ਨਿਯੁਕਤੀ। ਸੋ ਵਿੱਤ ਕਮਿਸ਼ਨ ਜਿਹੜਾ ਹੈ ਜਿਹਦੇ ਵਿੱਚ ਫੰਡ ਜਿਹੜਾ ਜਾਰੀ ਕੀਤਾ ਜਾਂਦਾ ਹੈ, ਇਹ ਨਿਯੁਕਤੀ ਵੀ ਜਿਹੜੀ ਹੈ ਉਹ ਰਾਸ਼ਟਰਪਤੀ ਦੇ ਦੁਆਰਾ ਹੀ ਕੀਤੀ ਜਾਂਦੀ ਹੈ। ਤਾਂ ਹੁਣ ਰਾਸ਼ਟਰਪਤੀ ਕਰੂਗਾ, ਰਾਸ਼ਟਰਪਤੀ ਆਪਣੇ ਅਨੁਸਾਰ ਹੀ ਕੰਮ ਕਰੂਗਾ, ਇਹ ਵੀ ਸਾਨੂੰ ਪਤਾ ਹੈ ਨਾ। ਤਾਂ ਰਾਸ਼ਟਰਪਤੀ ਦੇ ਦੁਆਰਾ ਵਿੱਤ ਕਮਿਸ਼ਨ ਦੀ ਨਿਯੁਕਤੀ ਕੀਤੀ ਜਾਂਦੀ ਹੈ। ਉਹ ਆਪਣੇ ਤਰੀਕੇ ਦੇ ਨਾਲ ਵੱਖ-ਵੱਖ ਰਾਜਾਂ ਨੂੰ ਫੰਡ ਜਿਹੜਾ ਜਾਰੀ ਕਰਵਾਉਂਦਾ ਹੈ ਕਿ ਕਿਹੜੇ ਰਾਜ ਨੂੰ ਕਿੰਨੀ ਜ਼ਰੂਰਤ ਹੈ। ਰਾਜ ਦੀ ਆਪਣੀ ਮਰਜ਼ੀ ਨਹੀਂ ਚੱਲਦੀ ਹੈ, ਇਹ ਰਾਸ਼ਟਰਪਤੀ ਨਿਰਧਾਰਿਤ ਕਰਕੇ ਦੱਸੂਗਾ ਵੀ ਇਸ ਨੂੰ ਇੰਨਾ ਫੰਡ ਦਿਓ, ਇਸ ਨੂੰ ਇੰਨਾ ਫੰਡ ਦਿਓ, ਓਕੇ। ਤਾਂ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਨੇ ਇਹ ਡਿਫਾਈਨ ਕਰਦੀਆਂ ਹੈਗੀਆਂ ਨੇ ਕਿ ਭਾਰਤ ਦੇ ਵਿੱਚ ਏਕਾਤਮਕ ਸ਼ਾਸਨ ਪ੍ਰਣਾਲੀ ਜਿਹੜੀ ਹੈ ਉਹ ਲਾਗੂ ਹੈਗੀ, ਠੀਕ ਹੈ, ਨਾ ਕਿ ਸੰਘਾਤਮਕ। ਅਸੀਂ ਇਹ ਕਹਿ ਸਕਦੇ ਹਾਂ ਕਿ ਅਰਧ ਸੰਘਾਤਮਕ ਸ਼ਾਸਨ ਪ੍ਰਣਾਲੀ ਹੈ, ਅਰਧ ਸੰਘਾਤਮਕ। ਹਾਲਾਂਕਿ ਅਸੀਂ ਲਗਾਵਾਂਗੇ ਜਦੋਂ ਆਪਸ਼ਨ ਆਊਗੀ ਤਾਂ ਉਹੀ ਆਪਸ਼ਨ ਜਿਹੜੇ ਸਾਨੂੰ ਆਉਣਗੇ, ਠੀਕ ਹੈ। ਇਹ ਤੁਹਾਨੂੰ ਦੱਸਿਆ ਜਾ ਰਿਹਾ ਸੰਘਾਤਮਕ ਪ੍ਰਣਾਲੀ, ਅਰਧ ਸੰਘਾ ਕੁਆਸੀ ਫੈਡਰਲ ਸਿਸਟਮ ਜਿਹੜਾ ਭਾਰਤ ਦੇ ਵਿੱਚ ਐਸਟੈਬਲਿਸ਼ ਹੈ, ਠੀਕ ਹੈ ਜੀ। ਸੋ ਇਹ ਦੋ ਚੀਜ਼ਾਂ ਆਪਾਂ ਗੱਲ ਕੀਤੀ ਇਸ ਤੋਂ ਪਹਿਲਾਂ। ਇੱਕ ਤਾਂ ਗੱਲ ਕੀਤੀ ਹੈ ਫੈਡਰਲਿਜ਼ਮ ਦੀ, ਠੀਕ ਹੈ, ਜਿਹਨੂੰ ਅਸੀਂ ਸੰਘਾਤਮਕ ਕਹਿ ਦਿੱਤਾ ਹੈ ਕਿ ਸ਼ਕਤੀਆਂ ਦੀ ਵੰਡ ਹੋ ਚੁੱਕੀ ਹੈਗੀ ਕੇਂਦਰ ਦੇ ਵਿੱਚ ਅਤੇ ਸਟੇਟ ਦੇ ਵਿੱਚ। ਇੱਕ ਕੁਆਸੀ ਫੈਡਰਲ ਦੀ ਗੱਲ ਕੀਤੀ ਹੈ, ਯੂਨਿਟਰੀ ਦੀ ਗੱਲ ਕੀਤੀ ਹੈ ਕਿ ਕੇਂਦਰ ਜਿਹੜੀ ਹੈ ਉਹ ਸਟੇਟ ਦੇ ਨਾਲੋਂ ਜ਼ਿਆਦਾ ਪਾਵਰਫੁਲ ਹੈਗੀ ਹੈ, ਠੀਕ ਹੈ ਜੀ। ਚਲੋ ਹੁਣ ਅੱਗੇ ਚੱਲਦੇ ਹਾਂ ਕਿ ਇਹ ਚੀਜ਼ਾਂ ਤਾਂ ਹੈਗੀਆਂ ਨੇ ਬਟ ਭਾਰਤ ਦੇ ਵਿੱਚ ਹੁਣ ਹੋਰ ਚੀਜ਼ਾਂ ਸ਼ੁਰੂ ਹੋ ਗਈਆਂ ਨੇ ਕਿ ਨਾ ਤਾਂ ਹੁਣ ਕੇਂਦਰ ਸਰਕਾਰ ਪਾਵਰਫੁਲ ਹੈਗੀ, ਠੀਕ ਹੈ, ਤੇ ਨਾ ਹੀ ਰਾਜ। ਦੋਨਾਂ ਦੇ ਵਿੱਚ ਹੁਣ ਕੋਈ ਵੀ ਨਹੀਂ, ਮਿਕਸਅਪ ਜਿਹਾ ਹੋਇਆ ਪਿਆ। ਕੋਲਾਈਜੇਸ਼ਨ ਵਾਲਾ ਜਿਹੜਾ ਸਿਸਟਮ ਹੋ ਚੁੱਕਿਆ ਹੈ, ਯਾਨੀ ਗਠਬੰਧਨ ਵਾਲਾ ਜਿਹੜਾ ਸਿਸਟਮ ਸ਼ੁਰੂ ਹੋ ਗਿਆ, ਜਿਹਦੇ ਕਰਕੇ ਹੁਣ ਕਹਿ ਸਕਦੇ ਹਾਂ ਭਾਰਤ ਦੇ ਵਿੱਚ ਕੁਝ ਨਵਾਂ ਹੀ ਉੱਭਰ ਰਿਹਾ ਹੈ ਜੋ ਫੈਡਰਲਿਜ਼ਮ ਤੋਂ ਵੀ ਬਾਹਰ ਹੋ ਗਿਆ ਹੈ। ਮਤਲਬ ਕਿ ਨਾ ਤਾਂ ਕੇਂਦਰ ਸਰਕਾਰ ਜ਼ਿਆਦਾ ਪਾਵਰਫੁਲ ਹੈ ਤੇ ਨਾ ਰਾਜ ਸਰਕਾਰ। ਹੁਣ ਦੋਨੋਂ ਚੀਜ਼ਾਂ ਮਿਕਸਅਪ ਜੀਆਂ ਹੋ ਰਹੀਆਂ ਨੇ, ਮਿਲ ਕੇ ਹੀ ਕੰਮ ਚਲਾਉਂਦੇ ਆ, ਇਕੱਲਾ ਕੋਈ ਕਰ ਹੀ ਨਹੀਂ ਪਾਉਂਦਾ। ਸੋ ਪਹਿਲਾ ਪੁਆਇੰਟ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੀ ਰਾਜਨੀਤਿਕ ਇਕਰੂਪਤਾ ਦਾ ਦੌਰ ਦਾ ਪਤਨ, ਠੀਕ ਹੈ। ਸੋ ਪਹਿਲਾਂ ਇਹ ਹੁੰਦਾ ਸੀਗਾ ਜਾਂ ਤਾਂ ਕੇਂਦਰ ਸਰਕਾਰ ਪੂਰੀ ਪ੍ਰਮੁੱਖ ਹੁੰਦੀ ਸੀ ਜਾਂ ਰਾਜ ਸਰਕਾਰ, ਯਾਨੀ ਕਿ ਇੱਕ ਰੂਪ ਦੇ ਵਿੱਚ ਹੁੰਦੀ ਸੀਗੀ। ਹੁਣ ਅਜਿਹਾ ਸਿਸਟਮ ਖਤਮ ਹੋ ਗਿਆ ਹੈ, ਇਹਦਾ ਪਤਨ ਹੋ ਗਿਆ ਹੈ ਅਤੇ ਇਹਦਾ ਪਤਨ ਯਾਦ ਰੱਖਣਾ 1999 ਦੇ ਵਿੱਚ ਹੋਇਆ ਸੀਗਾ। 1999 ਦੇ ਵਿੱਚ ਪਹਿਲੀ ਵਾਰ ਕੋਅਲਾਈਸ਼ਨ ਵਾਲੀ ਜਿਹੜੀ ਗਵਰਨਮੈਂਟ ਹੈ ਉਹ ਬਣੀ ਸੀਗੀ, ਯਾਨੀ ਕਿ ਗਠਬੰਧਨ ਦੀ ਜਿਹੜੀ ਸਰਕਾਰ ਹੈ ਉਹ ਬਣੀ ਸੀ। ਇਹਦੇ ਅਧੀਨ ਨਾ ਤਾਂ ਜਿਹੜਾ ਕਹਿ ਸਕਦੇ ਰਾਜ ਸਰਕਾਰ ਜ਼ਿਆਦਾ ਪਾਵਰਫੁਲ ਸੀ ਤੇ ਨਾ ਹੀ ਕੇਂਦਰ ਸਰਕਾਰ। ਕਾਰਨ ਇਹ ਸੀਗਾ ਕਿ ਜਿਹੜੀ ਸਰਕਾਰ ਹੈ ਉਹ ਕਿਸੇ ਇੱਕ ਪਾਰਟੀ ਦੀ ਨਹੀਂ ਸੀ, ਸਾਰਿਆਂ ਨੇ ਮਿਲ ਕੇ ਬਣਾਈ ਸੀਗੀ, ਜਿਹਦੇ ਵਿੱਚ ਸਾਰੇ ਪ੍ਰਮੁੱਖ ਹੁੰਦੇ ਸੀਗੇ, ਓਕੇ। ਤੇ ਇਸੇ ਤਰੀਕੇ ਨਾਲ ਕੁਝ ਐਗਜ਼ਾਮਪਲਾਂ ਨੇ ਉਹ ਯਾਦ ਰੱਖਣਾ ਹੈ। ਜਨਤਾ ਪਾਰਟੀ ਦੇ ਸ਼ਾਸਨ ਕਾਲ ਦੇ ਵਿੱਚ 1977 ਤੋਂ 79 ਦੇ ਦੌਰਾਨ ਵੀ ਜਿਹੜਾ ਕਹਿ ਸਕਦੇ ਇਸ ਤਰ੍ਹਾਂ ਦੇ ਸਹਿਯੋਗੀ ਦਲਾਂ ਦਾ ਜਿਹੜਾ ਸਾਨੂੰ ਸਰਕਾਰ ਦੇਖਣ ਨੂੰ ਮਿਲੀ ਹੈਗੀ ਆ। ਬਟ 1999 ਦੇ ਵਿੱਚ ਤਾਂ ਇਹ ਕੰਟੀਨਿਊ ਹੋ ਗਿਆ ਕਿ ਸਾਰਾ ਕੁਝ ਅੱਜ ਤੱਕ ਇਸੇ ਤਰੀਕੇ ਦੇ ਨਾਲ ਹੀ ਚੱਲਦਾ ਹੁੰਦਾ ਹੈ, ਠੀਕ ਹੈ। ਧਿਆਨ ਰੱਖਣਾ 1991 ਤੋਂ 1999, 1991, 1996, 1998, 1999, 2004, 2009 ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਹੈ ਕੋਲਾਈਜੇਸ਼ਨ ਵਾਲੀ ਜਿਹੜੀ ਕਹਿ ਸਕਦੇ ਹਾਂ ਗਵਰਨਮੈਂਟ ਬਣੀ ਹੋਈ ਹੈ, ਠੀਕ ਹੈ। ਮਤਲਬ ਕਿ ਗਠਬੰਧਨ ਦੀ ਸਰਕਾਰ ਬਣੀ ਹੋਈ ਹੈ। ਕੋਈ ਇੱਕ ਪਾਰਟੀ ਜਿਹੜੇ ਹੈ ਕਹਿ ਸਕਦੇ ਹਾਂ ਸਰਕਾਰ ਨਹੀਂ ਬਣਾਉਂਦੀ। ਵੱਖ-ਵੱਖ ਦਲ ਜਿਹੜੇ ਆ ਰਾਜਨੀਤਿਕ ਜਿਹੜੇ ਕਿ ਰਾਜਾਂ ਦੇ ਵਿੱਚੋਂ ਵੀ ਲਏ ਜਾਂਦੇ ਹੈਗੇ ਨੇਗੇ ਅਤੇ ਕੇਂਦਰ ਦੇ ਵਿੱਚੋਂ ਵੀ ਲਏ ਜਾਂਦੇ ਆ, ਇਹ ਮਿਲ ਕੇ ਸਰਕਾਰ ਬਣਾਉਂਦੇ ਨੇ। ਹੁਣ ਇੱਕ ਚੀਜ਼ ਨਹੀਂ ਹੈ, ਜਿਵੇਂ ਪਹਿਲਾਂ ਨੈਸ਼ਨਲ ਕਾਂਗਰਸ ਹੁੰਦੀ ਸੀਗੀ, ਠੀਕ ਹੈ, ਭਾਰਤੀ ਰਾਸ਼ਟਰੀ ਕਾਂਗਰਸ ਹੁੰਦੀ ਸੀ, ਉਹਦੀ ਸਰਕਾਰ ਰਹੀ ਹੈਗੀ ਕੰਟੀਨਿਊ। ਹੁਣ ਰਾਜਾਂ ਦੇ ਵਿੱਚ ਵੀ ਉਹੀ ਹੁੰਦੇ ਸੀਗੇ ਤੇ ਫਿਰ ਸੈਂਟਰ ਦੇ ਵਿੱਚ ਵੀ ਉਹੀ ਹੁੰਦੇ ਸੀ, ਪਰ ਹੁਣ ਵੱਖਰਾ ਹੋ ਚੁੱਕਿਆ ਹੈ। ਜਿਵੇਂ ਕਿ ਆਪਾਂ ਛੋਟੀ ਜਿਹੀ ਐਗਜ਼ਾਮਪਲ ਲੱਗੇ ਕਿ ਕੇਂਦਰ ਦੇ ਵਿੱਚ ਜਿਹੜਾ ਹੈ ਨਾ ਬੀਜੇਪੀ ਹੈਗੀ, ਸੈਂਟਰ ਦੇ ਵਿੱਚ ਬੀਜੇਪੀ ਹੈਗੀ, ਬਟ ਦਿੱਲੀ ਦੇ ਵਿੱਚ ਆਪ ਪਾਰਟੀ ਆ ਜਾਂਦੀ ਹੈ, ਪੰਜਾਬ ਦੇ ਵਿੱਚ ਕਾਂਗਰਸ ਹੈਗੀ, ਠੀਕ ਹੈ, ਔਰ ਤੇਲਗੂ ਜਿਹੜੀ ਹੈ, ਠੀਕ ਹੈ, ਤੇਲਗੂ ਦਸ਼ਮ ਪਾਰਟੀਆਂ ਹੈਗੀਆਂ ਨੇ, ਇਹ ਵੱਖਰੀਆਂ ਨੇ, ਬਟ ਸੈਂਟਰ ਦੇ ਵਿੱਚ ਬੀਜੇਪੀ ਹੈਗੀ ਆ। ਹੁਣ ਇਹ ਇਕੱਲੀ ਤਾਂ ਨਹੀਂ ਬਣਾ ਸਕਦੀ, ਤੇ ਸਾਰਿਆਂ ਨੇ ਮਿਲ ਕੇ ਬਣਾਈ ਹੋਈ ਹੈ, ਮਤਲਬ ਵੱਖਰੀਆਂ ਪਾਰਟੀਆਂ ਹੈਗੀਆਂ ਨੇ। ਤੇ ਇਸੇ ਕਾਰਨ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਹੁਣ ਗਠਬੰਧਨ ਦਾ ਜਿਹੜਾ ਸੈਸ਼ਨ ਉਹ ਸ਼ੁਰੂ ਹੋ ਗਿਆ ਹੈ, ਨਾ ਕਿ ਕਿਸੇ ਇੱਕ ਦਲ ਨੂੰ ਬਹੁਮਤ ਨਹੀਂ ਮਿਲਦਾ, ਗਠਬੰਧਨ ਵਾਲਾ ਸਿਸਟਮ ਸ਼ੁਰੂ ਹੋ ਗਿਆ ਹੈ। ਇਹ ਜੀ ਇੱਕ ਨਵਾਂ ਕਨਸੈਪਟ ਆ ਰਿਹਾ ਜਿਹਦੇ ਵਿੱਚ ਨਾ ਤਾਂ ਕੇਂਦਰ ਸਰਕਾਰ ਜ਼ਿਆਦਾ ਪਾਵਰਫੁਲ ਹੈ ਤੇ ਨਾ ਹੀ ਰਾਜ ਸਰਕਾਰ। ਹੁਣ ਉਹਨਾਂ ਦੋਨਾਂ ਨੂੰ ਇੱਕ ਦੂਜੇ ਦੀ ਗੱਲ ਮੰਨਣੀ ਪੈਂਦੀ ਹੈਗੀ। ਨੈਕਸਟ ਹੈ ਖੇਤਰੀ ਰਾਜਨੀਤਿਕ ਦਲਾਂ ਦੀ ਵੱਧਦੀ ਮਹੱਤਤਾ। ਸੋ ਇੱਕ ਬਹੁਤ ਵੱਡਾ ਪੁਆਇੰਟ ਹੈ ਕਿ ਹੁਣ ਵਰਤਮਾਨ ਸਮੇਂ ਦੇ ਵਿੱਚ ਸੈਂਟਰ ਦੇ ਨਾਲੋਂ ਵੀ ਜਿਹੜਾ ਕਹਿ ਸਕਦੇ ਹੈਗੇ ਆ ਜਿਹੜੀਆਂ ਖੇਤਰੀ ਰਾਜਨੀਤਿਕ ਦਲ ਨੇ ਉਹਨਾਂ ਦੀ ਪ੍ਰਮੁੱਖਤਾ ਜ਼ਿਆਦਾ ਹੋ ਗਈ ਹੈਗੀ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ
ਕਿ ਵਰਤਮਾਨ ਸਮੇਂ ਜਿਹੜੇ ਰਾਜਨੀਤਿਕ ਦਲ ਨੇਗੇ ਇਹ ਜ਼ਿਆਦਾ ਪ੍ਰਮੁੱਖਤਾ ਵਾਲੇ ਹੋ ਗਏ ਨੇ, ਕਿਉਂਕਿ ਕੇਂਦਰ ਦੇ ਵਿੱਚ ਕਿਸੇ ਨੂੰ ਬਹੁਮਤ ਤਾਂ ਮਿਲ ਨਹੀਂ ਰਿਹਾ। ਇਸੇ ਕਾਰਨ ਕਰਕੇ ਫਿਰ ਉਹ ਰਾਜਨੀਤਿਕ ਦਲ ਜਿਹੜੇ ਖੇਤਰੀ ਹੈਗੇ ਨੇ ਉਹਨਾਂ ਤੇ ਡਿਪੈਂਡ ਹੋ ਜਾਂਦੇ ਨੇ, ਕਿਉਂਕਿ ਉਹਨਾਂ ਦੇ ਬਹੁਮਤ ਦੇ ਨਾਲ ਹੀ ਫਿਰ ਉਹ ਜਿੱਤਦੇ ਹੈਗੇ ਨੇ ਤੇ ਆਪਣੀ ਸਰਕਾਰ ਬਣਾਉਂਦੇ ਹੈਗੇ ਨੇ। ਦਸੰਬਰ 2010 ਦੇ ਵਿੱਚ ਭਾਰਤ ਦੇ ਵਿੱਚ 1112 ਰਾਜਨੀਤਿਕ ਦਲ ਜਿਹੜੇ ਆ ਉਹ ਚੋਣ ਆਯੋਗ ਦੇ ਕੋਲੇ ਦਰਜ ਸੀਗੇ। ਪੂਰੇ 28 ਰਾਜਾਂ ਦੀ ਗੱਲ ਕਰ ਰਹੇ ਹਾਂ ਆਪਾਂ, ਠੀਕ ਹੈ, ਕਿ 28 ਰਾਜਾਂ ਦੇ ਵਿੱਚ 1112 ਰਾਜਨੀਤਿਕ ਦਲ ਜਿਹੜੇ ਆ ਉਹ ਮੌਜੂਦ ਨੇ, ਜਿਨ੍ਹਾਂ ਦੇ ਵਿੱਚੋਂ 6 ਰਾਸ਼ਟਰੀ ਹੈਗੇ ਨੇ ਜੋ ਨੈਸ਼ਨਲ ਲੈਵਲ ਦੀਆਂ ਹੈਗੀਆਂ ਪਾਰਟੀਆਂ, ਔਰ ਰਾਜ ਦੇ ਵਿੱਚ ਪ੍ਰਮੁੱਖ ਤੌਰ ਦੇ ਵਿੱਚ 44 ਪ੍ਰਮੁੱਖ ਹੈਗੇ ਨੇਗੇ, ਠੀਕ ਹੈ। ਇਹ ਵਾਧੂ ਦੇ ਨੇ 1112, ਬਟ ਟੋਟਲ ਜਿਹੜੇ ਬਣ ਜਾਂਦੇ ਆ ਪ੍ਰਮੁੱਖ ਸਟੇਟਾਂ ਦੇ ਵਿੱਚੋਂ 44 ਹੈਗੇ ਨੇਗੇ ਅਤੇ ਨੈਸ਼ਨਲ ਲੈਵਲ ਦੇ ਉੱਪਰ 4 ਪ੍ਰਮੁੱਖ ਬਣ ਜਾਂਦੇ ਹੈਗੇ ਨੇ। ਇਹਨਾਂ ਦੀ ਪ੍ਰਮੁੱਖਤਾ ਹੁਣ ਜ਼ਿਆਦਾ ਹੋ ਗਈ ਹੈ ਕਿਉਂਕਿ ਇਹਨਾਂ ਦੇ ਆਧਾਰ ਦੇ ਉੱਪਰ ਹੀ ਕੋਈ ਵੀ ਗਵਰਨਮੈਂਟ ਜਿਹੜੀ ਹੈ ਉਹ ਬਣਦੀ ਹੈਗੀ ਆ। ਨੈਕਸਟ ਹੈ ਜੀ, ਕੇਂਦਰ ਸਰਕਾਰ ਦੇ ਵਿੱਚ ਖੇਤਰੀ ਦਲਾਂ ਦੀ ਜਿਹੜੀ ਸਹਿਭਾਗਤਾ ਉਹ ਜ਼ਿਆਦਾ ਹੋ ਗਈ ਹੈਗੀ। ਇਹਦਾ ਕਾਰਨ ਕੀ ਹੈ? ਕਿਉਂਕਿ ਹੁਣ ਜਿਹੜੀ ਗਵਰਨਮੈਂਟ ਹੈ ਉਹ ਇਕੱਲਾ ਕੋਈ ਬਣਾ ਹੀ ਨਹੀਂ ਸਕਦਾ ਹੈ, ਉਹਦੇ ਲਈ ਜ਼ਰੂਰੀ ਹੈ ਕਿ ਉਹਨੂੰ ਗਠਬੰਧਨ ਕਰਨਾ ਪੈਂਦਾ ਹੈ ਪਹਿਲਾਂ ਖੇਤਰੀ ਦਲਾਂ ਦੇ ਨਾਲ, ਫਿਰ ਹੀ ਉਹ ਕੇਂਦਰ ਦੇ ਵਿੱਚ ਆਪਣੀ ਸਰਕਾਰ ਬਣਾਉਂਦਾ ਹੈ। ਇਹਦੀ ਐਗਜ਼ਾਮਪਲ ਸ਼ੁਰੂ ਹੁੰਦੀ ਹੈ ਜੀ 1 ਜੂਨ 1996 ਦੇ ਵਿੱਚ ਸੰਯੁਕਤ ਮੋਰਚਾ ਦੀ ਸਰਕਾਰ ਤੋਂ, ਯੂਨਾਈਟਿਡ ਫਰੰਟ ਤੋਂ ਦੇਖ ਸਕਦੇ ਹਾਂ ਅਸੀਂ ਕਿ ਇਹਦੇ ਵਿੱਚ ਨਾ 13 ਤਾਂ ਰਾਜਨੀਤਿਕ ਦਲ ਮੌਜੂਦ ਸੀਗੇ, ਓਕੇ, ਔਰ ਇਸ ਨੇ ਮਿਲਾ ਕੇ ਜਿਹੜਾ ਹੈ ਸੰਯੁਕਤ ਰਾਸ਼ਟਰ ਦੀ ਜਿਹੜੀ ਕਹਿ ਸਕਦੇ ਹਨ ਸਥਾਪਨਾ ਕੀਤੀ। 13 ਰਾਜਨੀਤਿਕ ਦਲਾਂ ਦੀ ਗੱਲ ਕੀਤੀ ਗਈ ਹੈ ਸੰਯੁਕਤ ਮੋਰਚਾ ਦੀ ਸਰਕਾਰ ਦੇ ਵਿੱਚ, ਜਿਸ ਨੂੰ HD ਦੇਵਗੌੜਾ ਦੀ ਅਗਵਾਈ ਦੇ ਅਧੀਨ ਬਣਾਇਆ ਗਿਆ ਸੀ, ਮਤਲਬ ਕਿ ਇਹ ਪ੍ਰਧਾਨ ਮੰਤਰੀ ਸੀਗੇ, ਓਕੇ। ਇਹਨਾਂ 13 ਦੇ ਵਿੱਚੋਂ ਧਿਆਨ ਰੱਖਣਾ ਕਿ 9 ਤਾਂ ਖੇਤਰੀ ਰਾਜਨੀਤਿਕ ਦਲ ਸੀਗੇ ਅਤੇ 4 ਜਿਹੜੇ ਆ ਉਹ ਰਾਸ਼ਟਰੀ ਰਾਜਨੀਤਿਕ ਦਲ ਸੀ। ਇਹਨਾਂ ਤੋਂ ਮਿਲ ਕੇ ਜਿਹੜਾ ਹੈ ਕੇਂਦਰ ਸਰਕਾਰ ਬਣੀ ਸੀਗੀ, ਠੀਕ ਹੈ। ਹੁਣ ਇਹਦੇ ਵਿੱਚ 9 ਖੇਤਰੀ ਨੇ, ਤਾਂ ਸੁਭਾਵਿਕ ਜੀ ਗੱਲ ਹੈ ਕਿ ਖੇਤਰ ਦੇ ਵਿੱਚ ਹੁਣ ਇਹਨਾਂ ਦੀ ਜ਼ਿਆਦਾ ਪ੍ਰਮੁੱਖਤਾ ਹੋਊਗੀ, ਮੀਨਸ ਖੇਤਰ ਦੀਆਂ ਗੱਲਾਂ ਜ਼ਿਆਦਾ ਸੁਣੀਆਂ ਜਾਣਗੀਆਂ ਨਾ, ਤਾਂ ਇਹ ਚੀਜ਼ ਵੀ ਦੇਖਣ ਨੂੰ ਮਿਲਦੀ ਹੈਗੀ ਆ। ਇਹ ਚੀਜ਼ ਸਾਨੂੰ ਸ਼ੋਅ ਕਰਦੀ ਹੈ ਕਿ ਨਵਾਂ ਹੀ ਸਿਸਟਮ ਉੱਭਰ ਰਿਹਾ ਹੈ। ਇੱਕ ਹੋਰ ਐਗਜ਼ਾਮਪਲ ਹੈ 13 ਅਕਤੂਬਰ 1999 ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ। ਉਸ ਸਮੇਂ ਵੀ ਅਟਲ ਬਿਹਾਰੀ ਵਾਜਪਾਈ ਨੇ ਕੀ ਕੀਤਾ ਸੀਗਾ ਕਿ ਰਾਸ਼ਟਰੀ ਲੋਕਤੰਤਰੀ ਗਠਬੰਧਨ ਦੀ ਜਿਹੜੀ ਸਰਕਾਰ ਬਣਾਈ ਸੀਗੀ। ਇਹਦੇ ਵਿੱਚ ਕਈ ਰਾਜਨੀਤਿਕ ਦਲ ਮਿਲੇ ਸੀਗੇ, ਇੱਕ ਰਾਸ਼ਟਰੀ ਦਲ ਸੀਗਾ ਇਹਦੇ ਵਿੱਚ ਅਤੇ 25 ਖੇਤਰੀ ਰਾਜਨੀਤਿਕ ਦਲ ਸੀ। ਇਹਨਾਂ ਤੋਂ ਮਿਲ ਕੇ ਜਿਹੜਾ ਹੈ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਦੀ ਸਰਕਾਰ ਬਣਾਈ ਗਈ ਸੀ ਅਟਲ ਬਿਹਾਰੀ ਵਾਜਪਾਈ ਦੇ ਦੁਆਰਾ 1999 ਦੇ ਵਿੱਚ। ਫਿਰ ਅੱਗੇ 2004 ਦੇ ਵਿੱਚ 22 ਮਈ 2004 ਦੇ ਵਿੱਚ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ ਯਾਨੀ ਕਿ ਯੂਨਾਈਟਿਡ ਪ੍ਰੋਗਰੈਸਿਵ ਅਲਾਇੰਸ ਦੀ ਗਵਰਨਮੈਂਟ ਬਣੀ ਸੀ ਡਾਕਟਰ ਮਨਮੋਹਨ ਸਿੰਘ ਦੇ ਅਧੀਨ। ਇਹਦੇ ਵਿੱਚ 10 ਰਾਜਨੀਤਿਕ ਦਲਾਂ ਨੇ ਜਿਹੜਾ ਹੈ ਪ੍ਰਤੀਨਿਧ ਸ਼ਾਮਲ ਹੋਏ ਸੀਗੇ। ਫਿਰ ਦੂਜੀ ਵਾਰ 22 ਮਈ 2019 ਨੂੰ ਇਸੇ ਤਰੀਕੇ ਦੇ ਨਾਲ ਫਿਰ ਅਜਿਹਾ ਵਾਪਰਿਆ ਸੀਗਾ। 2 ਇਹਦੇ ਵਿੱਚ ਰਾਸ਼ਟਰੀ ਰਾਜਨੀਤਿਕ ਦਲ ਸੀ, ਬਾਕੀ ਦੇ 20 ਸੀਗੇ ਬਾਕੀ ਦੇ ਜਿਹੜੇ 8 ਸੀਗੇ ਉਹ ਸਾਰੇ ਦੇ ਸਾਰੇ ਰਾਜਾਂ ਦੇ ਵਿੱਚੋਂ ਸੀਗੇ। ਤਾਂ ਇਹ ਚੀਜ਼ ਸ਼ੋਅ ਕਰ ਰਹੀ ਹੈ ਕਿ ਜਿੱਥੇ ਪਹਿਲਾਂ ਕੇਂਦਰ ਸਰਕਾਰ ਜ਼ਿਆਦਾ ਪਾਵਰਫੁਲ ਹੁੰਦੀ ਸੀ, ਹੁਣ ਜਿਹੜੇ ਖੇਤਰੀ ਦਲ ਨੇ ਉਹ ਜ਼ਿਆਦਾ ਇਫੈਕਟਿਵ ਹੋ ਰਹੇ ਨੇ ਕੇਂਦਰ ਸਰਕਾਰ ਦੇ ਨਾਲੋਂ। ਨੈਕਸਟ ਹੈ ਜੀ ਕੇਂਦਰਵਾਦ ਵਿਰੁੱਧ ਪ੍ਰਤੀਕਰਮ। ਸੋ ਜਿੱਥੇ ਕੇਂਦਰ ਸਰਕਾਰ ਜ਼ਿਆਦਾ ਪਾਵਰਫੁਲ ਸੀ ਉੱਥੇ ਹੀ ਹੁਣ ਉਹਦੀ ਨਿੰਦਿਆ ਵੀ ਹੋ ਰਹੀ ਹੈ ਤੇ ਬਹੁਤ ਸਾਰੇ ਰਾਜ ਉਸ ਨੂੰ ਜਿਹੜਾ ਨਾ ਸਪੋਰਟ ਵੀ ਨਹੀਂ ਕਰ ਰਹੇ। ਇਹਦੀ ਐਗਜ਼ਾਮਪਲ ਹੈ ਮਈ ਜੂਨ 1998 ਦੇ ਵਿੱਚ ਕਿ ਕੇਂਦਰ ਸਰਕਾਰ ਨੇ ਪੱਛਮੀ ਬੰਗਾਲ, ਤਾਮਿਲਨਾਡੂ ਦੇ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦੀ ਜਾਣਕਾਰੀ ਲੈਣ ਦੇ ਲਈ ਆਪਣੇ ਅਧਿਕਾਰੀ ਦੇ ਜਿਹੜੇ ਸਮੂਹ ਆ, ਜਿਹੜੀ ਟੀਮ ਆ ਉਹ ਭੇਜੀ ਸੀਗੀ, ਬਟ ਪੱਛਮੀ ਬੰਗਾਲ ਤੇ ਤਾਮਿਲਨਾਡੂ ਨੇ ਮਨਾ ਕਰ ਦਿੱਤਾ ਕਿ ਅਸੀਂ ਨਹੀਂ ਦਿੰਦੇ ਸਲਾਹ ਬਈ ਜਿੱਥੇ ਮਰਜ਼ੀ ਚਲੇ ਜਾਓ, ਹੈ ਨਾ। ਇਹ ਚੀਜ਼ ਇਸ ਸੁਭਾਵਿਕ ਹੋ ਗਈ ਹੈ ਕਿ ਹੁਣ ਕੇਂਦਰ ਸਰਕਾਰ ਦਾ ਕੋਈ ਖਾਸ ਜਿਹੜਾ ਰੋਲ ਰਿਹਾ ਹੀ ਨਹੀਂ ਹੈ, ਮਤਲਬ ਕਿ ਜ਼ਿਆਦਾ ਪਾਵਰਫੁਲ ਜਿਹੜੇ ਹੈ ਹੁਣ ਉਹ ਖੇਤਰੀ ਦਲ ਬਣਦੇ ਜਾ ਰਹੇ ਹੈਗੇ ਨੇ। ਨੈਕਸਟ ਹੈ ਜੀ ਅਨੁਛੇਦ 356 ਦੇ ਵਿਰੁੱਧ ਪ੍ਰਤੀਕਰਮ। ਇਹਦੀ ਵੀ ਐਗਜ਼ਾਮਪਲ ਮਿਲਦੀ ਹੈ ਕਿ 356 ਦੇ ਅਧੀਨ ਜੇਕਰ ਕਿਸੇ ਰਾਜ ਦੀ ਸੰਵਿਧਾਨਕ ਕਮਿਸ਼ਨ ਦੀ ਸਹੀ ਨਹੀਂ ਚੱਲਦੀ ਹੈ, ਯਾਨੀ ਕਿ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਹੋ ਰਿਹਾ, ਤਾਂ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾ ਸਕਦਾ ਹੈ। ਪਰ ਅਕਤੂਬਰ 1997 ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਤੇ ਸਤੰਬਰ 1998 ਦੇ ਵਿੱਚ ਬਿਹਾਰ ਦੇ ਵਿੱਚ ਆਰਟੀਕਲ 356 ਦੀ ਜਿਹੜੀ ਸਿਫਾਰਿਸ਼ ਉਹ ਕੀਤੀ ਗਈ ਸੀਗੀ, ਠੀਕ ਹੈ, ਰਾਸ਼ਟਰਪਤੀ ਨੇ ਕਿ ਇੱਥੇ ਰਾਸ਼ਟਰਪਤੀ ਸ਼ਾਸਨ ਲਗਾ ਦਿੱਤਾ ਜਾਵੇ ਕਿਉਂਕਿ ਇੱਥੇ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਹੋ ਰਿਹਾ। ਬਟ ਕੀ ਕਰਿਆ ਕਿ ਇੱਥੋਂ ਦੀ ਜਿਹੜੀ ਕੇਂਦਰੀ ਮੰਤਰੀ ਮੰਡਲ ਦੀ ਜਿਹੜੀ ਸਿਫਾਰਿਸ਼ ਸੀਗੀ ਉਸ ਨੂੰ ਇੱਥੋਂ ਦੀ ਸਰਕਾਰ ਨੇ ਮੰਨਿਆ ਹੀ ਨਹੀਂ। ਇੱਕ ਤਾਂ ਉੱਤਰ ਪ੍ਰਦੇਸ਼ ਨੇ ਤੇ ਦੂਸਰਾ ਬਿਹਾਰ ਦੀ। ਉਹ ਕਹਿੰਦੇ ਵੀ ਨਹੀਂ, ਸਾਨੂੰ ਜ਼ਰੂਰਤ ਨਹੀਂ ਹੈਗੀ, ਸਾਡਾ ਸਿਸਟਮ ਸਹੀ ਚੱਲ ਰਿਹਾ ਹੈਗਾ ਤਾਂ ਇਸ ਕਰਕੇ ਤੁਸੀਂ ਇੰਟਰਫੇਅਰ ਨਾ ਕਰੋ। ਮਤਲਬ ਕਿ ਰਾਸ਼ਟਰਪਤੀ ਜਿਹੜੀ ਸ਼ਕਤੀ ਸੀ, ਕੇਂਦਰੀ ਸ਼ਕਤੀ ਸੀ, ਉਹਦਾ ਵੀ ਹੁਣ ਇਫੈਕਟ ਜਿਹੜਾ ਘਟ ਚੁੱਕਿਆ ਹੈਗਾ। ਇਹ ਨਵਾਂ ਟ੍ਰੈਂਡ ਹੈ। ਨੈਕਸਟ ਹੈ ਜੀ ਰਾਜਾਂ ਲਈ ਵਧੇਰੇ ਵਿੱਤੀ ਸਾਧਨ ਦੀ ਮੰਗ।
सो एक नवी डिमांड चली हुई है कि राज्यों ਨੂੰ ਵੱਧ ਤੋਂ ਵੱਧ ਜਿਹੜੇ ਸੂਮੇ ਪ੍ਰੋਵਾਈਡ ਕੀਤੇ ਜਾਣ, ਕਿਉਂਕਿ ਰਾਜਾਂ ਕੋਲੇ ਪਹਿਲਾਂ ਆਮਦਨ ਦੇ ਸਾਧਨ ਜਿਹੜੇ ਉਹ ਘੱਟ ਹੈਗੇ ਨੇ, ਤਾਂ ਉਹ ਸਿਫਾਰਿਸ਼ ਕਰ ਰਹੇ ਹੈਗੇ ਨੇ। ਇਹ ਮਾਰਚ 1983 ਦੇ ਵਿੱਚ ਕਰਨਾਟਕਾ ਨੇ, ਆਂਧਰਾ ਪ੍ਰਦੇਸ਼ ਨੇ ਤੇ ਤਾਮਿਲਨਾਡੂ ਤੇ ਪਾਂਡੂਚੇਰੀ ਦੇ ਮੁੱਖ ਮੰਤਰੀ ਨੇ ਇੱਕ ਕਮੇਟੀ ਬਣਾਈ ਸੀ, ਕੌਂਸਲ ਬਣਾਈ ਸੀ। ਇਹਨਾਂ ਨੇ ਇਹ ਮੰਗ ਕੀਤੀ ਸੀਗੀ ਕਿ ਰਾਜ ਦੇ ਜਿਹੜੇ ਵਿੱਤੀ ਸਾਧਨ ਨੇ ਉਹਨਾਂ ਨੂੰ ਹੋਰ ਵਧਾਇਆ ਜਾ ਸਕੇ ਤਾਂ ਕਿ ਉਹ ਵੱਧ ਤੋਂ ਵੱਧ ਇਨਕਮ ਕਰਕੇ ਆਪਣੇ ਪ੍ਰਬੰਧ ਨੂੰ ਵਧੀਆ ਚਲਾ ਸਕਣ, ਕਿਉਂਕਿ ਕੇਂਦਰ ਵੱਲੋਂ ਇਹਨਾਂ ਨੂੰ ਫੰਡ ਬਹੁਤ ਘੱਟ ਦਿੱਤੇ ਜਾਂਦੇ ਹੈਗੇ ਨੇ, ਠੀਕ ਹੈ, ਆਪਣੇ ਕੋਲ ਹੀ ਰੱਖ ਲੈਂਦੇ ਆ ਮੋਸਟਲੀ, ਇਸ ਕਰਕੇ। ਨੈਕਸਟ ਹੈ ਜੀ ਕੇਂਦਰ ਰਾਜਾਂ ਦੇ ਸੰਬੰਧਾਂ ਦਾ ਪੁਨਰਗਠਨ ਦੀ ਮੰਗ। ਸੋ ਕੇਂਦਰ ਰਾਜ ਸੰਬੰਧਾਂ ਦੇ ਪੁਨਰਗਠਨ ਦੀ ਮੰਗ, ਸੋ ਜਿਹਦੇ ਵਿੱਚ ਭਾਰਤੀ ਸਾਮਵਾਦੀ ਦਲ, ਅਕਾਲੀ ਦਲ, DMK, ਨੈਸ਼ਨਲ ਕਾਨਫਰੰਸ, ਜਨਤਾ ਪਾਰਟੀ, ਤੇਲਗੂ ਦੇਸ਼ਮ ਪਾਰਟੀ, ਇਹ ਸਾਰੇ ਰਾਜਨੀਤਿਕ ਦਲ ਜਿਹੜੇ ਆ ਇਸ ਚੀਜ਼ ਦੀ ਡਿਮਾਂਡ ਕਰ ਰਹੇ ਨੇ ਕਿ ਰਾਜ ਸਰਕਾਰਾਂ ਨੂੰ ਵੱਧ ਤੋਂ ਵੱਧ ਜਿਹੜੀਆਂ ਸ਼ਕਤੀਆਂ ਦਿੱਤੀਆਂ ਜਾਣ, ਅਧਿਕਾਰ ਦਿੱਤੇ ਜਾਣ ਤਾਂ ਕਿ ਉਹ ਆਪਣੇ ਖੇਤਰ ਦੇ ਵਿੱਚ ਸੁਤੰਤਰ ਰੂਪ ਦੇ ਵਿੱਚ ਕੰਮ ਕਰਕੇ ਲੋਕਾਂ ਦੀ ਡਿਵੈਲਪਮੈਂਟ ਕਰ ਸਕਣ, ਜਾਣੀ ਆਪਣੇ ਰਾਜ ਦੀ ਡਿਵੈਲਪਮੈਂਟ ਕਰ ਸਕਣ। ਇਹ ਬਹੁਤ ਸਾਰੇ ਰਾਜਨੀਤਿਕ ਦਲ ਕਰ ਰਹੇ ਨੇ, ਠੀਕ ਹੈ। ਸ਼੍ਰੋਮਣੀ ਅਕਾਲੀ ਦਲ, DMK ਤੇ ਕੁਝ ਹੋਰ ਰਾਜਨੀਤਿਕ ਦਲ ਜਿਹੜੇ ਉਹ ਸਟੇਟ ਆਟੋਨੋਮੀ ਦੀ ਗੱਲ ਕਰ ਰਹੇ ਹੈ, ਜਾਣੀ ਕਿ ਸੰਵਿਧਾਨਕ ਰੂਪ ਦੇ ਵਿੱਚ ਇਹਨੂੰ ਪੂਰੀ ਸੁਤੰਤਰਤਾ ਦਿੱਤੀ ਜਾਵੇ, ਠੀਕ ਹੈ। ਸੋ ਇਹ ਜਿਹੜੇ ਰਾਜਨੀਤਿਕ ਦਲ ਇਹ ਕਹਿੰਦੇ ਨੇ ਕਿ ਇਹ ਕੇਂਦਰ ਕੋਲੇ ਸਿਰਫ ਰੱਖਿਆ ਨਾਲ ਸੰਬੰਧਿਤ, ਫੋਰਨ ਅਫੇਅਰ ਦੇ ਨਾਲ, ਕਰੰਸੀ ਦੇ ਨਾਲ ਸੰਬੰਧਿਤ ਤੇ ਕਮਿਊਨੀਕੇਸ਼ਨ ਦੇ ਨਾਲ ਸੰਬੰਧਿਤ ਜਿਹੜੇ ਵਿਸ਼ੇ ਰਹਿਣਗੇ, ਬਾਕੀ ਦੇ ਸਾਰੇ ਜਿਹੜੇ ਵਿਸ਼ੇ ਹੈਗੇ ਨੇ ਉਹ ਰਾਜਾਂ ਕੋਲੇ ਭੇਜ ਦਿੱਤੇ ਜਾਣ, ਕਿਉਂਕਿ ਰਾਜ ਹੀ ਆਪਣੇ ਰਾਜਾਂ ਬਾਰੇ ਕੁਝ ਸੋਚ ਸਕਦੇ ਹੈਗੇ ਨੇ। ਨੈਕਸਟ ਹੈ ਜੀ ਨਵੇਂ ਰਾਜਾਂ ਦੀ ਮੰਗ। ਬਹੁਤ ਸਾਰੇ ਰਾਜ ਜਿਹੜੇ ਹੈਗੇ ਆ ਉਹ ਨਵੇਂ ਰਾਜਾਂ ਦੀ ਮੰਗ ਕਰ ਰਹੇ ਨੇ, ਜਿਵੇਂ ਨਵੰਬਰ 1999 ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚੋਂ ਉੱਤਰਾਂਚਲ ਪ੍ਰਦੇਸ਼, ਜਿਹਨੂੰ ਵਰਤਮਾਨ ਸਮੇਂ ਉੱਤਰਾਖੰਡ ਕਿਹਾ ਜਾਂਦਾ ਹੈ, ਉਹ ਬਣਾਇਆ ਗਿਆ ਸੀਗਾ, ਓਕੇ। ਇਸ ਤੋਂ ਇਲਾਵਾ ਬਿਹਾਰ ਦੇ ਖੇਤਰ ਦੇ ਵਿੱਚੋਂ ਝਾਰਖੰਡ ਬਣਾਇਆ ਗਿਆ ਸੀਗਾ, ਮੱਧ ਪ੍ਰਦੇਸ਼ ਦੇ ਵਿੱਚੋਂ ਛੱਤੀਸਗੜ੍ਹ ਬਣਾਇਆ ਗਿਆ ਸੀਗਾ ਅਤੇ ਆਂਧਰਾ ਪ੍ਰਦੇਸ਼ ਦੇ ਵਿੱਚੋਂ ਤੇਲੰਗਾਨਾ ਜਿਹੜਾ ਹੈ ਬਣਾਇਆ ਗਿਆ ਸੀਗਾ, ਜੋ ਕਿ 2011 ਦੇ ਵਿੱਚ ਬਣਾਇਆ ਗਿਆ ਸੀਗਾ, ਓਕੇ। ਸੋ ਇਹ ਜਿਹੜੇ ਬਣਾਏ ਗਏ ਸੀਗੇ ਇਹ ਵੱਖ-ਵੱਖ ਰਾਜਾਂ ਦੇ ਵਿੱਚੋਂ ਨਵੇਂ ਰਾਜਾਂ ਦੀ ਜਿਹੜੀ ਡਿਮਾਂਡ ਵੀ ਆ ਰਹੀ ਹੈਗੀ ਆ, ਇਹ ਖੇਤਰੀ ਦਲਾਂ ਦੇ ਕਾਰਨ ਕਰਕੇ ਹੈਗੇ ਆ, ਜਿਹਦੇ ਕਾਰਨ ਕਰਕੇ ਹੁਣ ਕਹਿ ਸਕਦੇ ਕਿ ਕੇਂਦਰ ਸਰਕਾਰ ਕੋਲੇ ਜਿਹੜੀ ਸ਼ਕਤੀ ਹੈ ਉਹ ਘਟਦੀ ਜਾ ਰਹੀ ਹੈਗੀ ਆ, ਓਕੇ ਜੀ। ਸੋ ਸਿਆਸਤ ਦਾ ਸਾਡਾ ਟੌਪਿਕ ਜਿਹਦੇ ਵਿੱਚ ਆਪਾਂ ਫੈਡਰਲਿਜ਼ਮ ਬਾਰੇ ਗੱਲ ਕੀਤੀ ਹੈਗੀ, ਠੀਕ ਹੈ, ਸੰਘਾਤਮਕ ਸ਼ਾਸਨ ਪ੍ਰਣਾਲੀ ਦੀ ਗੱਲ ਕੀਤੀ ਹੈਗੀ ਅਤੇ ਏਕਾਤਮਕ ਪ੍ਰਣਾਲੀ ਦੀ ਗੱਲ ਕੀਤੀ ਹੈਗੀ। ਇਹ ਦੋ ਕਨਸੈਪਟ ਸੀਗੇ ਮੁੱਖ ਅਤੇ ਇਹਨਾਂ ਦੇ ਵਿੱਚ ਇੱਕ ਨਵੀਂ ਤਬਦੀਲੀ ਆ ਰਹੀ ਹੈ, ਨਵੀਂ ਵਿਚਾਰਧਾਰਾ ਆ ਰਹੀ ਹੈਗੀ ਆ, ਉਹ ਵੀ ਆਪਾਂ ਨਾਲ ਹੀ ਡਿਸਕਸ ਕੀਤੀ ਹੈਗੀ ਆ, ਠੀਕ ਹੈ। ਉਮੀਦ ਕਰਦਾ ਕਿ ਸੈਸ਼ਨ ਸਾਰਿਆਂ ਦੇ ਲਈ ਹੈਲਪਫੁਲ ਰਿਹਾ ਹੋਊਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ। ਸੋ ਨੈਕਸਟ ਕਲਾਸ